ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰਿਓ, ਕਿੱਦਾਂ ਸਭ ਠੀਕ ਠਾਕ ਹੋ? ਚੜ੍ਹਦੀ ਕਲਾ। ਸੋ ਕਰਦੇ ਹਾਂ ਗੱਲਬਾਤ। ਆ ਜਾਓ। ਸੋ ਕਰੀ ਚੱਲਿਓ ਸ਼ੇਅਰ, ਜਿਹੜੇ ਜਿਹੜੇ ਵੀਰ ਜੁੜੀ ਜਾਂਦੇ। ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਸੋ ਆ ਜਾਓ ਸਾਰੇ ਵੀਰ। ਆਵਾਜ਼ ਆਉਂਦੀ ਹੈ? ਸਹੀ ਹੈ, ਤੇ ਕਰਦੇ ਹਾਂ ਸ਼ੁਰੂ। ਹਾਂਜੀ, ਸਰਦਾਰ ਹਰਪ੍ਰੀਤ ਸਿੰਘ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿਵੇਂ ਤੁਹਾਨੂੰ ਪਤਾ ਕਿ ਸ਼ਹੀਦੀ ਦਿਹਾੜੇ ਚੱਲਦੇ ਆ, ਤੇ ਉੱਧਰ ਇੱਕ ਕਤੀੜ ਦਾ ਵੀ ਕੰਮ ਕੀਤਾ ਸਿੰਘਾਂ ਨੇ ਉੱਧਰ। ਸੋ ਜਿਹੜੇ ਵੀ ਵੀਰ ਨੇ ਉੱਧਰ ਹੈ ਨਾ ਕੀਤਾ ਹੈ, ਪਹਿਲੀ ਗੱਲ ਤਾਂ ਚੜ੍ਹਦੀ ਕਲਾ ਰੱਖੇ ਮਹਾਰਾਜ। ਸੋ ਉਹਦੇ ਸੰਬੰਧ ਦੇ ਵਿੱਚ ਜਿੱਥੇ ਸਾਰੀ ਦੁਨੀਆ ਨੇ ਕਹਿ ਲਈ ਵੀ ਖੁਸ਼ੀ ਮਨਾਈ ਹੈ ਨਾ, ਉੱਥੇ ਕੁਝ ਇਹ ਜਿਹੜੇ ਨੀਚ ਬਿਰਤੀ ਦੇ ਆਪਾਂ ਕਹਿ ਸਕਦੇ ਇਹਨਾਂ ਨੂੰ, ਜਿਹੜੇ ਕਿ ਸਿੱਖਾਂ ਦੇ ਘਰੇ ਜੰਮੇ ਆ। ਸੋ ਇਹਨਾਂ ਨੂੰ ਆਪਾਂ ਥੋੜ੍ਹੇ ਜਵਾਬ ਦੇਣੇ ਆ। ਸੋ ਪਹਿਲੀ ਗੱਲ ਆਪਾਂ ਕਰਾਂਗੇ ਘੱਗੇ ਦੀ, ਕਿਉਂਕਿ ਇਹਨਾਂ ਨੂੰ ਹੁਣ ਦੁੱਖ ਲੱਗ ਰਿਹਾ ਬਹੁਤ, ਲੇਕਿਨ ਕਰ ਕੁਝ ਨਹੀਂ ਸਕਦੇ ਅਸਲ ਦੇ ਵਿੱਚ। ਲੇਕਿਨ ਇਸ ਮਸਲੇ ਨੂੰ ਲੈ ਕੇ ਪੂਰੀ ਐਨ ਜ਼ਹਿਰ ਉਗਲ ਰਹੇ ਆ ਇਸ ਵਕਤ, ਤੇ ਦਲੀਲਾਂ ਜੋ ਦੇ ਰਹੇ ਆ ਹੈ ਨਾ, ਸੋ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਕਿ ਕੀ ਕਹਿੰਦੇ ਆ। ਇੱਕ ਮਿੰਟ ਮੈਂ ਸਰਚ ਮਾਰ ਲਵਾਂ ਉਹਦੇ ਨਾਂ ਦੀ, ਆ ਗਿਆ। ਸੋ ਭਾਈ ਸਾਹਿਬ ਦੀ ਵੀ ਜ਼ੁਬਾਨ ਖੁੱਲੀ ਆ, ਪਰ ਖੁੱਲ੍ਹ ਕੇ ਨਹੀਂ ਬੋਲੇ, ਡਰਦੇ ਡਰਦੇ ਜੇ ਬੋਲੇ ਆ ਭਾਈ ਸਾਹਿਬ। ਉਹਨਾਂ ਦੀ ਵੀਡੀਓ ਤੁਸੀਂ ਸੁਣ ਲਈ ਹੋਣੀ ਹੈ ਕਾਫੀ। ਸੋ ਇਹ ਬੰਦਾ, ਹਾਂ, ਇੰਦਰ ਸਿੰਘ ਘੱਗੇ ਦੀ ਗੱਲ ਕਰਦੇ ਹਾਂ ਆਪਾਂ। ਪ੍ਰਦੀਪ ਸਿੰਘ ਸੰਦਰ, ਸਤਿ ਸ੍ਰੀ ਅਕਾਲ ਬਾਈ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸੋ ਇਹ ਬੰਦਾ ਦੇਖੋ ਪੋਸਟ ਪਾ ਰਿਹਾ, ਇਹ ਕਹਿੰਦਾ ਕਿ ਗੁਰੂ ਸਾਹਿਬਾਨ ਨੇ ਦੁਸ਼ਮਣ ਤੇ ਕਦੀ ਵੀ ਆਪ ਜਾ ਕੇ ਹਮਲਾ ਨਹੀਂ ਕੀਤਾ। ਜਦੋਂ ਸਮੇਂ ਦੀਆਂ ਵਿਰੋਧੀ ਤਾਕਤਾਂ ਚੜ੍ਹ ਕੇ ਆਈਆਂ ਤਾਂ ਵੀ ਬਚਾਓ ਕਰਦਿਆਂ ਜੰਗ ਲੜੇ। ਸੋ ਆਪਣੇ ਆਪ ਨੂੰ ਬਹੁਤ ਵੱਡਾ ਸਕੋਲਰ ਬੰਦਾ ਹੈ ਸਮਝਦਾ ਹੈ, ਤੇ ਉੱਦਾਂ ਇਹ ਅਨਪੜ੍ਹ ਹੈ। ਆਪਣੇ ਮੂੰਹ 'ਤੇ ਵੀ ਕਹਿੰਦਾ ਕਿ ਮੈਂ 5 ਜਮਾਤਾਂ ਪੜ੍ਹਿਆ ਕਹਿੰਦਾ। ਸੋ ਆਪਣੇ ਆਪ ਨੂੰ ਸਕੋਲਰ ਗਿਣਦਾ, ਤੇ ਕਿਤਾਬਾਂ ਵੀ ਇਸ ਬੰਦੇ ਦੀਆਂ ਪਬਲਿਸ਼ ਹੋਈਆਂ ਵੀ। ਸਭ ਤੋਂ ਜਿਹੜੀ ਹੈਰਾਨਗੀ ਦੀ ਗੱਲ ਇਹ ਹੈ, ਕਿੰਨੇ ਕਿਤਾਬਾਂ ਕਿਹਨੇ ਛਾਪਤੀਆਂ, ਜੇ ਨਿਰੀਆਂ ਜੱਬੜੀਆਂ ਇਹਦੀ ਕਿਤਾਬ ਵਿੱਚ ਮਿਲਣਗੀਆਂ ਤੁਹਾਨੂੰ ਘੱਗੇ ਦੀ। ਸੋ ਇਹ ਬੰਦਾ ਲਿਖਦਾ, ਉਹਨਾਂ ਦਾ ਜਵਾਬ ਦਿੰਦੇ ਆਪਾਂ। ਕਹਿੰਦਾ ਗੁਰੂ ਸਾਹਿਬਾਨ ਨੇ ਦੁਸ਼ਮਣ 'ਤੇ ਵੀ ਕਦੇ ਆਪ ਜਾ ਕੇ ਹਮਲਾ ਨਹੀਂ ਕੀਤਾ। ਜਦੋਂ ਸਮੇਂ ਦੀਆਂ ਵਿਰੋਧੀ ਤਾਕਤਾਂ ਕਹਿੰਦਾ ਚੜ੍ਹ ਕੇ ਆਈਆਂ ਤਾਂ ਵੀ ਬਚਾਓ ਕਰਦਿਆਂ ਜੰਗ ਲੜੇ। ਸੋ ਇਸ ਬੰਦੇ ਨੂੰ ਜੇ ਆਪਾਂ ਪੁੱਛੀਏ ਕਿ ਜਿਹੜਾ ਮੱਸਾ ਰਗੜ ਸੀ ਉਹ ਕਿਵੇਂ ਸੋਧਿਆ ਸੀ ਜਾ ਕੇ ਸਿੰਘਾਂ ਨੇ, ਜਦੋਂ ਮੱਸੇ ਰੰਗੜ ਨੇ ਦਰਬਾਰ ਸਾਹਿਬ ਦੇ ਵਿੱਚ ਕੰਜਰੀਆਂ ਨਚਾਈਆਂ, ਉੱਥੇ ਸਿੰਘਾਂ ਨੇ ਠੋਕਿਆ ਰਹਿਣਾ ਜਾ ਕੇ। ਉੱਥੇ ਮੱਸਾ ਰੰਗੜ ਕਿਹੜੇ ਚੜ੍ਹ ਕੇ ਆਇਆ ਸੀ, ਲੇਕਿਨ ਠੋਕਿਆ ਸੀ ਉੱਥੇ ਜਾ ਕੇ ਉਹ, ਕਿਉਂਕਿ ਉਹਦੀਆਂ ਹਰਕਤਾਂ ਸੀ ਜਿਹੜੀਆਂ ਉਹ ਸਿਧਾਂਤ ਤੋਂ ਉਲਟ ਸੀ, ਹੈ ਨਾ। ਸੋ ਇਸ ਲਈ ਉਹਦਾ ਉਹ ਹਸ਼ਰ ਹੋਇਆ। ਤੇ ਦੂਜੀ ਗੱਲ, ਜੇ ਇਹ ਬੰਦਾ ਕਹਿ ਲਈਏ ਵੀ ਧੌਲ ਦਾੜੀਆ, ਬੇਅਕਲ ਬੰਦਾ, ਬੇਵਕੂਫ, ਮੂਰਖ ਇੱਕ ਤਰ੍ਹਾਂ ਦਾ ਬੰਦਾ, ਇਹ ਕਹਿੰਦਾ ਕਿ ਆਪਣੇ ਬਚਾਓ ਕਰਦਿਆਂ ਜੰਗਾਂ ਲੜੀਆਂ ਗੁਰੂ ਸਾਹਿਬ ਨੇ, ਤਾਂ ਫਿਰ ਤੁਹਾਡੇ ਕੋਲ ਕਿਉਂ ਨਾ ਹੋਇਆ ਬਚਾਓ? ਤੁਸੀਂ ਕਿਉਂ ਸਿਕਿਉਰਟੀਆਂ ਰੱਖੀਆਂ ਹੋਈਆਂ? ਦੱਸੋ ਹੈਂ। ਸੋ ਅੱਗੇ ਲਿਖਦਾ ਇਹ, ਕਹਿੰਦਾ ਵੀ ਕਦੇ ਵੀ ਸਿੱਖਾਂ ਨੂੰ ਹਮਲਾ ਕਰਨ ਦੀ ਟ੍ਰੇਨਿੰਗ ਨਹੀਂ ਦਿੱਤੀ। ਇਹ ਬੰਦਾ ਲਿਖਦਾ ਕਦੇ ਵੀ ਸਿੱਖਾਂ ਨੂੰ ਹਮਲਾਵਰ ਦੀ ਟ੍ਰੇਨਿੰਗ ਨਹੀਂ ਦਿੱਤੀ, ਬਲਕਿ ਚੰਗੇ ਸੁਚੱਜੇ ਇਨਸਾਨ ਬਣਨ ਦੀ ਸਿੱਖਿਆ ਸਾਰੀ ਗੁਰਬਾਣੀ ਅੰਦਰ ਹੈ। ਸੋ ਫਿਰ ਮਹਾਰਾਜ ਨੇ ਉੱਥੇ ਕਹਿ ਲਈਏ ਵੀ ਅਖਾੜੇ ਕਿਉਂ ਬਣਵਾਏ ਸੀ, ਕਿਉਂ ਗੱਤਕੇ ਦੀ ਟ੍ਰੇਨਿੰਗ ਚੱਲਦੀ ਸੀ ਦਿੱਤੀ ਮਹਾਰਾਜ ਨੇ, ਦੁਸ਼ਮਣ 'ਤੇ ਕਿੱਦਾਂ ਵਾਰ ਕਰਨਾ ਕਿਉਂ ਸਿਖਾਇਆ। ਸੋ ਜੰਗਜੂ ਜੋ ਇਤਿਹਾਸ ਹੈ ਸਾਡਾ, ਉਹਨਾਂ ਨੂੰ ਕੀ ਕਹੋਗੇ ਫਿਰ ਤੁਸੀਂ ਹੈਂ। ਸੋ ਇਹ ਨਾ ਹੁਣ ਇੱਧਰ ਜੋਗੇ ਨਾ ਉੱਧਰ ਜੋਗੇ ਵਿਚਾਰੇ।
ਸੋ ਸਫਾਈਆਂ ਦੇ ਰਹੇ ਆ ਤੇ ਫਿਰ ਕਹਿ ਲਈਏ ਵੀ ਸਿੱਖਾਂ ਨੂੰ ਇਹ ਗਲਤ ਸਾਬਤ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਆ। ਇਤਿਹਾਸ ਤੋਂ ਸੇਧ ਤਾਂ ਕੀ ਲੈਣੀ ਹੁੰਦੀ, ਬਲਕਿ ਇਹ ਬੰਦੇ ਉਲਟਾ ਇਸ ਨੂੰ ਹੁਣ ਇੱਕ ਗੁੰਡਾਗਰਦੀ ਕਹਿ ਕੇ ਭੰਡ ਰਹੇ। ਹੋਰ ਕਰਨ ਵੀ ਕੀ ਵਿਚਾਰੇ। ਅੱਗੇ ਕਹਿੰਦਾ ਕਿ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਸਿੱਖ ਇਤਿਹਾਸ ਗੁਰਬਾਣੀ ਦੀ ਕਸਵੱਟੀ ਤੇ ਖਰਾ ਨਹੀਂ ਉਤਰਦਾ। ਦੱਸੋ, ਹੈਰਾਨਗੀ ਹੁੰਦੀ ਹੈ ਕਿ ਇਹ ਬੰਦਾ ਆਪਣੇ ਆਪ ਨੂੰ ਵਿਦਵਾਨ ਸਮਝਦਾ, ਸਕੋਲਰ ਸਮਝਦਾ ਘੱਗਾ, ਜਿਸ ਬੰਦੇ ਨੂੰ ਇਹ ਨਹੀਂ ਪਤਾ ਕਿ ਗੁਰਬਾਣੀ ਇੱਕ ਅਲੱਗ ਵਿਸ਼ਾ ਹੈ ਤੇ ਇਤਿਹਾਸ ਇੱਕ ਅਲੱਗ ਵਿਸ਼ਾ। ਇਹ ਬੰਦੇ ਵੀ ਆਪਣੇ ਆਪ ਨੂੰ ਵਿਦਵਾਨ ਸਮਝ ਕੇ ਆਪਣੀ ਕਿਤਾਬਾਂ ਲਿਖੀ ਬੈਠੇ ਆ। ਮੈਂ ਹੈਰਾਨ ਮੰਨਦਾ ਉਹਨਾਂ ਕਿਤਾਬਾਂ ਵਿੱਚ ਕੀ ਲਿਖਿਆ ਹੋਊਗਾ ਇਹਨਾਂ ਬੰਦਿਆਂ ਨੇ, ਤੇ ਉਹਨਾਂ ਨੂੰ ਪੜ੍ਹ ਕੇ ਜਿਹੜੇ ਲੋਕਾਂ ਦੀ ਮੱਤ ਮਾਰੀ ਗਈ ਉਹਨਾਂ ਵਿਚਾਰਿਆਂ ਤੇ ਤਾਂ ਆਪਾਂ ਉਹਨਾਂ ਲਈ ਤਾਂ ਅਰਦਾਸ ਹੀ ਕਰ ਸਕਦੇ, ਜਿਹੜਿਆਂ ਦੇ ਮਗਰ ਲੱਗ ਕੇ ਆਪਣੇ ਆਪ ਨੂੰ ਸਿੱਖ ਹੋਣ ਦਾ ਭਰਮ ਪਾਲੀ ਬੈਠੇ। ਸੋ ਜਿਸ ਬੰਦੇ ਨੂੰ ਇਹ ਨਹੀਂ ਪਤਾ ਕਿ ਗੁਰਬਾਣੀ ਇੱਕ ਅਲੱਗ ਵਿਸ਼ਾ, ਇਤਿਹਾਸ ਇੱਕ ਅਲੱਗ ਵਿਸ਼ਾ, ਤੁਸੀਂ ਇਤਿਹਾਸ ਨੂੰ ਗੁਰਬਾਣੀ ਦੀ ਕਸਵੱਟੀ ਉੱਤੇ ਕਿੱਦਾਂ ਪਰਖੋਗੇ ਯਾਰ? ਦੱਸੋ। ਇਤਿਹਾਸ ਵਿੱਚ ਤਾਂ ਬਹੁਤ ਉਹ ਚੀਜ਼ਾਂ ਲਿਖੀਆਂ ਪਈਆਂ ਜੋ ਗੁਰਬਾਣੀ ਦੇ ਵਿੱਚ ਨਹੀਂ ਉਹਨਾਂ ਦਾ ਜ਼ਿਕਰ ਆਇਆ। ਖੰਡੇ ਦੀ ਪੌਲ ਦਾ ਜ਼ਿਕਰ ਗੁਰਬਾਣੀ ਵਿੱਚ ਨਹੀਂ ਹੈ। ਸਾਡੇ ਰਹਿਤਨਾਮੇ, ਠੀਕ ਹੈ ਜੀ, ਹੁਕਮਨਾਮੇ ਜੋ ਗੁਰੂ ਸਾਹਿਬ ਦੇ ਟਾਈਮ ਤੋਂ ਲਿਖੇ ਗਏ ਹੈ, ਉਹਨਾਂ ਨੂੰ ਤੁਸੀਂ ਗੁਰਬਾਣੀ ਦੀ ਕਸਵੱਟੀ ਉੱਤੇ ਕਿੱਦਾਂ ਤੁਸੀਂ ਉਹਨਾਂ ਨੂੰ ਪਰਖੋਗੇ ਯਾਰ? ਕਮਾਲ ਹੋਈ ਪਈ ਹੈ। ਐਡੀਆਂ ਬੇਵਕੂਫੀਆਂ ਭਰੀਆਂ ਇਹ ਬੰਦੇ ਗੱਲਾਂ ਕਰਦੇ। ਤਾਂ ਜਦੋਂ ਫਿਰ ਅੱਛਾ ਫਿਰ ਉਸ ਤੋਂ ਅੱਗੇ ਵੀ ਆਪਾਂ ਪੜ੍ਹਦੇ ਹਾਂ ਇਹਦਾ ਸਟੇਟਸ। ਕਹਿੰਦਾ ਸਮੇਂ ਸਮੇਂ ਤੇ ਸਿਆਣੇ ਵਿਦਵਾਨਾਂ ਨੇ ਆਪਣੇ ਹੀਲਿਆਂ ਵਸੀਲਿਆਂ ਰਾਹੀਂ ਇਹਦੇ ਤੋਂ ਜਾਣੂ ਕਰਵਾਉਣ ਦੇ ਯਤਨ ਕੀਤੇ। ਮਤਲਬ ਕਿ ਇਹ ਕਹਿੰਦਾ ਕਿ ਸਿੱਖ ਇਤਿਹਾਸ ਗੁਰਬਾਣੀ ਦੀ ਕਸਵੱਟੀ ਤੇ ਖਰਾ ਨਹੀਂ ਉਤਰਦਾ, ਬਲਕਿ ਕਹਿੰਦਾ ਬਹੁਤਾ ਕਰਕੇ ਵਿਰੋਧਾਭਾਸ ਹੀ ਪੜ੍ਹਨ ਨੂੰ ਮਿਲਦਾ ਹੈ। ਸਮੇਂ ਸਮੇਂ ਤੇ ਸਿਆਣੇ ਵਿਦਵਾਨਾਂ ਨੇ ਆਪਣੇ ਹੀਲਿਆਂ ਵਸੀਲਿਆਂ ਰਾਹੀਂ ਇਹਦੇ ਤੋਂ ਜਾਣੂ ਕਰਵਾਉਣ ਦੇ ਯਤਨ ਕੀਤੇ। ਕਿਹੜੇ ਵਿਦਵਾਨਾਂ ਦੀ ਗੱਲ ਕਰਦਾ ਹੈ? ਕਿਸੇ ਇੱਕ ਵਿਦਵਾਨ ਦਾ ਨਾਂ ਦਿੰਦਾ, ਫਿਰ ਆਪਾਂ ਉਹਦਾ ਬਾਇਓਡਾਟਾ ਵੀ ਦੱਸ ਦਿੰਦੇ ਇਹਨੂੰ। ਪਤਾ ਕਿਹਨਾਂ ਵਿਦਵਾਨਾਂ ਦੀ ਗੱਲ ਕਰਦਾ ਹੈ? ਜਿਹੜੇ ਤੇਜਾ ਸਿੰਘ ਭਸੌੜੀਏ ਦੀ ਸੋਚ ਤੇ ਚੱਲਦੇ, ਗਿਆਨੀ ਭਾਗ ਸਿੰਘ ਵਾਲੇ ਵਰਗੇ, ਹੋਰ ਜਿੰਨੇ ਵੀ ਕਹਿ ਲਈਏ ਵੀ ਚਵਲ ਬੰਦੇ ਸਿਰੇ ਦੇ ਕਹਿ ਸਕਦੇ ਆਪਾਂ ਉਹਨਾਂ ਨੂੰ, ਜਿਨ੍ਹਾਂ ਨੂੰ ਪੰਥ ਵਿੱਚੋਂ ਛੇਕਿਆ ਗਿਆ। ਚਲੋ ਹੁਣ ਤਾਂ ਇਹ ਮੰਨਦੇ ਆ ਨਾ ਕਿ ਉੱਥੇ ਬਾਦਲਾਂ ਦਾ ਕਬਜ਼ਾ, ਲੇਕਿਨ ਜਿਨ੍ਹਾਂ ਇਹ ਵਿਦਵਾਨਾਂ ਦਾ ਅਸਲ 'ਚ ਨਾਂ ਤਾਂ ਨਹੀਂ ਲਿਖਿਆ, ਲੇਕਿਨ ਮੈਂ ਦੱਸ ਦਿੰਦਾ ਤੁਹਾਨੂੰ, ਜਿਨ੍ਹਾਂ ਦੀ ਨਕਸ਼ੇ ਕਦਮ ਤੇ ਇਹ ਬੰਦਾ ਚੱਲਦਾ ਹੈ। ਤੇਜਾ ਸਿੰਘ ਭਸੌੜੀਏ, ਹੋਰ ਗਿਆਨੀ ਭਾਗ ਸਿੰਘ ਵਾਲੇ ਵਰਗੇ, ਕਾਲਾ ਅਫਗਾਨੇ ਵਰਗੇ, ਠੀਕ ਹੈ। ਜਦੋਂ ਇਹ ਛੇਕੇ ਸੀ ਪੁਰਾਣੇ ਸਮਿਆਂ ਦੇ ਵਿੱਚ, ਉਦੋਂ ਤਾਂ ਬਾਦਲ ਨਹੀਂ ਸੀ ਹੁੰਦੇ। ਇਹ ਉਦੋਂ ਦੇ ਛੇਕੇ ਹੋਏ ਬੰਦਿਆਂ ਨੂੰ ਇਹ ਬੰਦਾ ਕਹਿ ਰਿਹਾ ਕਿ ਉਹਨਾਂ ਨੇ ਯਤਨ ਕੀਤਾ ਕਿ ਸਾਡਾ ਇਤਿਹਾਸ ਹੈ ਜਿਹੜਾ ਇਹ ਝੂਠਾ ਹੈ। ਇਹ ਸਮਝਾਉਣ ਦਾ ਯਤਨ ਕੀਤਾ ਇਹ ਬੰਦੇ ਦਾ। ਇਹ ਕਹਿਣਾ ਕੀ ਤੁਸੀਂ ਮੰਨਦੇ ਹੋ ਕਿ ਸਾਡਾ ਇਤਿਹਾਸ ਝੂਠ ਹੈ? ਜਿਸ ਇਤਿਹਾਸ ਨੂੰ ਪੜ੍ਹ ਕੇ ਗੋਰੇ ਵੀ ਸਿੱਖ ਸਿੰਘ ਸੱਜ ਗਏ, ਮੱਲਾਂ ਮਾਰੀਆਂ ਹੈ, ਨੌਜਵਾਨ ਗੁਰਬਾਣੀ ਨਾਲ ਜੁੜੇ, ਜਿਸ ਇਤਿਹਾਸ ਨੂੰ ਪੜ੍ਹ ਕੇ ਸ਼ਹੀਦੀਆਂ ਦਿੱਤੀਆਂ, ਕੁਰਬਾਨੀਆਂ ਕੀਤੀਆਂ, ਸੋ ਉਹ ਇਤਿਹਾਸ ਨੂੰ ਇਹ ਖੰਡਨ ਕਰਦੇ ਤੁਲੇ ਹੋਏ ਆ ਤੇ ਹਵਾਲੇ ਦਿੰਦੇ ਆ। ਕਹਿੰਦੇ ਜੇ ਅਸੀਂ ਤਾਂ ਇਤਿਹਾਸ ਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਕੇ ਦੇਖਣਾ। ਦੱਸੋ ਕਿਵੇਂ ਪਰਖੋਗੇ ਤੁਸੀਂ ਇਤਿਹਾਸ ਨੂੰ ਗੁਰਬਾਣੀ ਦੀ ਕਸਵੱਟੀ ਤੇ? ਗੁਰਬਾਣੀ ਇੱਕ ਨਿਰੋਲ ਪਰਮਾਤਮਾ ਦੀ ਗੱਲ ਕਰਦੀ ਹੈ, ਇਤਿਹਾਸ ਇੱਕ ਅਲੱਗ ਵਿਸ਼ਾ ਹੈ। ਸੋ ਹੁਣ ਜਦੋਂ ਇਹਨਾਂ ਦੇ ਉੱਤੇ ਕਹਿ ਲਈਏ ਵੀ ਦੇਖੋ ਜੀਵ ਦੀ ਗੱਲ ਜੇ ਆਪਾਂ ਕਰੀਏ ਹੈ ਨਾ, ਤਾਂ ਜੀਵ ਬੜਾ ਕੁਛ ਕਰਾ ਦਿੰਦੀ ਹੈ। ਹੁਣ ਆਪ ਵੀ ਇਹਦੀ ਕਟਾਈ ਹੋਈ ਕਈ ਵਾਰ ਘੱਗੇ ਦੀ, ਕਿੰਨੀ ਵਾਰ ਇਹਦਾ ਮੂੰਹ ਕੁੱਟਿਆ ਸਿੰਘਾਂ ਨੇ। ਇੱਕ ਵਾਰ 2 ਸਿੰਘ ਸਾਈਕਲ ਪਰ ਆਏ, ਘਰੇ ਇਹਨੂੰ ਕੁੱਟ ਕੇ ਚਲੇ ਗਏ। ਦੱਸੋ ਇਹ ਤੋਂ ਵੱਡੀ ਲਾਹਨਤੀ ਗੱਲ ਕੀ ਹੋਊਗੀ ਯਾਰ? ਦੱਸੋ। ਤੇ ਆਪਣੀ ਕਟਾਈ ਦੇ ਕਿੱਸੇ ਵੀ ਇਹ ਹੁੱਬ ਕੇ ਦੱਸਦਾ ਇਹ ਬੰਦਾ। ਕੀ ਤੁਸੀਂ ਇਹਨੂੰ ਸਿੰਘਾਂ ਦੀ ਕੈਟਾਗਰੀ 'ਚ ਗਿਣ ਸਕਦੇ ਹੋ ਇਸ ਬੰਦੇ ਨੂੰ? ਦੱਸੋ, ਇਮਾਨਦਾਰੀ ਨਾਲ ਦੱਸਿਓ ਕਿ ਜਿਸ ਬੰਦੇ ਨੂੰ ਯਾਰ 2 ਬੰਦੇ ਸਾਈਕਲ ਤੇ ਆ ਕੇ ਘਰੇ ਕੁੱਟ ਜਾਣੇ, ਯਾਰ ਕਿਹੜੀ ਫਿਲਾਸਫੀ ਦੀ ਵੀ ਤੁਸੀਂ ਗੱਲ ਕਰਦੇ ਹੋ? ਦੱਸੋ, ਠੀਕ ਆ। ਸੋ ਇੱਦਾਂ ਦੇ ਬੰਦਿਆਂ ਨੂੰ ਕਹਿ ਲਈਏ ਵੀ ਤੁਸੀਂ ਇਹ ਹਿਸਾਬ ਲਾ ਲਓ ਕਿ ਕੀ ਤੁਸੀਂ ਇਹਨਾਂ ਲੋਕਾਂ ਦਾ ਤੁਸੀਂ ਪੜ੍ਹੋਗੇ ਇਹਨਾਂ ਲੋਕਾਂ ਨੂੰ, ਕੀ ਤੁਸੀਂ ਇਹਨਾਂ ਲੋਕਾਂ ਤੋਂ ਸਿੱਖਿਆ ਲਓਗੇ? ਠੀਕ ਹੈ ਜੀ। ਸੋ ਇਹਨਾਂ ਦੇ ਹਾਰ ਹੈ। ਹੁਣ ਅੱਗੇ ਪੜ੍ਹਦੇ ਹਾਂ। ਸਿੰਘ ਦਵਿੰਦਰ
ਰਾ ਗੁਰਿੰਦਰ ਬਾਬਾ ਆਪਾਂ ਨੂੰ ਇਹ ਸ਼ੋਸ਼ੇ ਨਹੀਂ ਕਰਨੇ ਆਉਂਦੇ ਗਲੋਬ ਗਲੂਬ ਵਾਲੇ। ਆਪਾਂ ਕਿਤਾਬਾਂ ਪੜ੍ਹੀ ਦੀਆਂ, ਆਨੰਦ ਲਈਦਾ, ਗੁਰੂ ਮਹਾਰਾਜ ਦਾ ਸ਼ੁਕਰ ਮਨਾਈਦਾ। ਠੀਕ ਆ। ਤੇ ਅੱਗੇ ਇਹ ਬੰਦਾ ਲਿਖਦਾ ਏ ਜਸ ਬਾਜਵਾ ਕਿੰਨਾ ਅੱਗੇ ਇਹ ਬੰਦਾ ਕਹਿੰਦਾ ਉਹਨਾਂ ਵਿਦਵਾਨਾਂ ਦੀ ਜ਼ੁਬਾਨ ਕਾਬਜ਼ ਧਿਰ ਨੇ ਬੰਦ ਕਰਨ ਦਾ ਆਖਰੀ ਹੀਲਾ ਤੱਕ ਵਰਤਿਆ। ਕਦੀ ਆਪਣੇ ਪੰਥ ਚੋਂ ਛੇਕ ਕੇ ਸਿੱਖ ਨਾ ਹੋਣ ਦਾ ਸਰਟੀਫਿਕੇਟ ਜਾਰੀ ਕਰ ਦੇਣਾ, ਕਦੀ ਰੋਟੀ ਬੇਟੀ ਦੀ ਸਾਂਝ ਖਤਮ ਕਰਕੇ ਉਹਨਾਂ ਦੀ ਹੋਂਦ ਹੀ ਮਨਫੀ ਕਰ ਦੇਣੀ, ਤੇ ਕਦੀ ਹਮਲੇ ਮਾਰਕੁੱਟ ਤੇ ਮਾਨਸਿਕ ਤਸ਼ੱਦਦ ਰਾਹੀਂ ਉਹਨੂੰ ਸਾਰੀ ਦੁਨੀਆ 'ਚ ਗਲਤ ਠਹਿਰਾ ਕੇ ਉਹਦੀ ਕੀਤੀ ਗੱਲ ਦਾ ਵਜਨ ਖਤਮ ਕਰ ਦੇਣਾ ਤੇ ਜਿਉਂਦਿਆਂ ਜੀ ਮਾਰ ਦੇਣਾ। ਸੋ ਇਹ ਬੰਦੇ ਨੂੰ ਜੇ ਪੁੱਛੀਏ ਆਪਾਂ ਕਿ ਭਾਈ ਜਿਨ੍ਹਾਂ ਦੀ ਤੂੰ ਗੱਲ ਕਰਨਾ ਕਿ ਜਿਨ੍ਹਾਂ ਨਾਲ ਇਹ ਹੋਇਆ, ਤਸ਼ੱਦਦ ਦਾ ਨਾਂ ਦੇਣਾ ਜਿਨ੍ਹਾਂ ਨੂੰ, ਹੈ ਤੂੰ ਤਸ਼ੱਦਦ ਕਹਿਣਾ ਕਿ ਤਸ਼ੱਦਦ ਹੋਇਆ, ਤੁਹਾਡੇ ਉੱਤੇ ਹੀ ਕਿਉਂ ਤਸ਼ੱਦਦ ਹੁੰਦਾ? ਤੁਹਾਡੇ ਹੀ ਕਿਉਂ ਲਫੇੜੇ ਮਾਰੇ ਜਾਂਦੇ? ਕੀ ਹੋਰ ਪ੍ਰਚਾਰਕੇ ਨਹੀਂ ਜੰਮੇ ਪੰਥ ਵਿੱਚ ਹੁਣ ਤੱਕ, ਜਿਨ੍ਹਾਂ ਨੇ ਆ ਪਿੱਛੇ ਕਿਤਾਬਾਂ ਪਈਆਂ ਹੈ, ਜਿਨ੍ਹਾਂ ਨੇ ਲਿਖੀਆਂ ਇਹ ਜਿਹੜੀਆਂ ਮੋਟੀਆਂ ਕਿਤਾਬਾਂ, ਭਾਈ ਕਾਹਨ ਸਿੰਘ ਨਾਭੇ ਵਰਗੇ ਹੈ, ਪ੍ਰਿੰਸੀਪਲ ਗੰਗਾ ਸਿੰਘ, ਹੋਰ ਕਹਿ ਲਈਏ ਵੀ ਕਿੰਨੇ ਹੀ ਪੰਥ ਦੇ ਗਿਆਨੀ ਮਾਨ ਸਿੰਘ ਝੌਰ, ਠੀਕ ਹੈ ਜੀ, ਤੇ ਉਹ ਤੋਂ ਬਾਅਦ ਆਪਣਾ ਗਿਆਨੀ ਦਿੱਤ ਸਿੰਘ। ਕੀ ਇਹ ਵਿਦਵਾਨ ਨਹੀਂ ਸੀ? ਕੀ ਇਹ ਪੰਥ ਵਿੱਚ ਪ੍ਰਮੁੱਖ ਹਸਤੀਆਂ ਨਹੀਂ ਸੀ? ਕੀ ਇਹਨਾਂ ਨੂੰ ਪਤਾ ਨਹੀਂ ਸੀ ਕਿ ਇਤਿਹਾਸ ਵਿੱਚ ਕੀ ਗਲਤ ਹੈ ਕੀ ਸਹੀ ਹੈ? ਭਾਈ ਵੀਰ ਸਿੰਘ ਵਰਗੇ ਕੀ ਉਹਨਾਂ ਨੂੰ ਪਤਾ ਹੀ ਨਹੀਂ ਸੀ, ਜਿਨ੍ਹਾਂ ਨੇ ਅਨੇਕਾਂ ਤਰ੍ਹਾਂ ਦੀਆਂ ਕਿਤਾਬਾਂ ਸਾਹਿਤ ਛਾਪ ਕੇ ਸਾਡੀ ਝੋਲੀ 'ਚ ਪਾਤਾ। ਤੇ ਤੁਸੀਂ ਜਿਹੜੇ ਕੱਲ੍ਹ ਜੰਮੇ, ਜਿਹੜੇ ਕੈਂਚੀ ਲੈ ਕੇ ਇਤਿਹਾਸ ਨੂੰ ਕੁਤਰਨ ਦਾ ਕੰਮ ਕਰਦੇ ਹੋ, ਤੁਸੀਂ ਕਿਹੜੇ ਮੂੰਹ ਨਾਲ ਤੁਸੀਂ ਕਹਿ ਲਈਏ ਵੀ ਤੁਸੀਂ ਇਹ ਚੀਜ਼ਾਂ ਦੱਸਦੇ ਹੋ ਯਾਰ ਕਿ ਤੁਹਾਡੀ ਗੱਲ 'ਚ ਕੋਈ ਵਜਨ ਨਹੀਂ ਹੁੰਦਾ, ਨਿਰੀਆਂ ਚਬਲਾਂ ਹੁੰਦੀਆਂ ਤੇ ਫੋਕੀਆਂ ਦਲੀਲਾਂ, ਜਿਨ੍ਹਾਂ ਦੀ ਕੋਈ ਤੁਕ ਨਹੀਂ ਬਣਦੀ, ਕੋਈ ਸੈਂਸ ਨਹੀਂ ਬਣਦੀ ਗੱਲ ਕਰਨ ਦੀ। ਉਹ ਗੱਲਾਂ ਤੁਸੀਂ ਕਰਕੇ ਭੋਲੀ ਭਾਲੀ ਸੰਗਤ ਨੂੰ ਆਪਣੇ ਮਗਰ ਲਾਇਆ ਹੋਇਆ, ਦੱਸੋ। ਠੀਕ ਆ। ਤੇ ਤੁਹਾਡੇ ਹੀ ਕਿਉਂ ਇੱਦਾਂ ਛਿੱਤਰ ਫਿਰਦਾ ਏ? ਬਾਕੀਆਂ ਨੂੰ ਕਿਉਂ ਨਹੀਂ ਕੋਈ ਕੁਝ ਕਹਿੰਦਾ? ਕਿਉਂਕਿ ਉਹ ਸਿਧਾਂਤ ਉੱਤੇ ਪਹਿਰਾ ਦਿੰਦੇ ਤੇ ਤੁਰਦੇ ਸਿਧਾਂਤ ਉੱਤੇ, ਤੇ ਉਹ ਗੁਰੂ ਨਾਲ ਜੋੜਦੇ, ਨਾ ਕਿ ਤੁਹਾਡੇ ਵਾਂਗ ਇਤਿਹਾਸ ਨੂੰ ਕੈਂਚੀ ਲੈ ਕੇ ਕੁਤਰਨਾ ਤੇ ਦੂਜਾ ਤਰਕ ਖੜੀ ਕਰਨਾ। ਤਰਕ ਮਾੜੀ ਨਹੀਂ, ਤਰਕ ਸਾਨੂੰ ਸਿਖਾਈ ਗੁਰੂ ਸਾਹਿਬ ਨੇ, ਪਰ ਇਹ ਨਹੀਂ ਕਿਹਾ ਕਿ ਆਪਣੇ ਬਾਪ ਉੱਤੇ ਹੀ ਤਰਕ ਲੱਗ ਜਾਓ ਕਰਨ, ਫਿਰ ਤੁਸੀਂ ਛਿੱਤਰੇ ਖਾਓਗੇ। ਕੱਲ੍ਹ ਨੂੰ ਥੋੜੇ ਵਰਗਾ ਉੱਠ ਕੇ ਆਪਣੀ ਮਾਂ ਨੂੰ ਪੁੱਛ ਰਹੇ ਵੀ ਹਾਂ ਮੈਨੂੰ ਤਾਂ ਸਬੂਤ ਦੇ ਕਿ ਇਹੀ ਮੇਰਾ ਬਾਪ ਹੈ, ਫਿਰ ਤੁਸੀਂ ਕਹੋਗੇ ਕਿ ਇਹ ਤਾਂ ਤਰਕ ਹੈ, ਮੇਰੀ ਤਰਕ ਹੈ, ਮੈਂ ਤਰਕ ਕਰੀ ਆਪਣੇ ਬਾਪ ਤੇ। ਫਿਰ ਬਾਪ ਭਾਈ ਤੁਹਾਡੇ ਪਰ ਚੱਪਲ ਫੇਰੂਗਾ, ਠੀਕ ਆ, ਨਾ ਕਿ ਤੁਹਾਨੂੰ ਕਹੂਗਾ ਕਿ ਹਾਂ ਤੁਹਾਡੀ ਵਿਚਾਰਧਾਰਾ ਹੈ। ਫਿਰ ਤੁਹਾਡੇ ਛਿੱਤਰਾਂ ਦਾ ਕੰਮ ਹੋਊਗਾ। ਇਸ ਕਰਕੇ ਤੁਹਾਡੇ ਛਿੱਤਰ ਵੱਜਦੇ, ਕਿਉਂਕਿ ਤੁਸੀਂ ਡਿਜ਼ਰਵ ਕਰਦੇ ਆ ਇਸ ਚੀਜ਼ ਨੂੰ। ਤੁਸੀਂ ਲੱਖ ਉਹਨਾਂ ਨੂੰ ਕਹੀ ਜਾਓ ਕਿ ਸਾਨੂੰ ਗੁੰਡਾਗਰਦੀ ਕਰਦੇ ਫਲਾਣਾ ਧਮਕਾ, ਤੁਹਾਡੀ ਜ਼ਬਾਨ ਤੁਹਾਡੇ ਹੱਥ ਹੈ। ਦੇਖੋ ਗੁਰੂ ਸਾਹਿਬ ਨੂੰ ਤੁਸੀਂ ਕਿਹੜੀਆਂ ਉਹ ਗੱਲਾਂ ਜੋ ਨਹੀਂ ਬੋਲੀਆਂ, ਜਿਹੜੀਆਂ ਕਹਿ ਲਈਏ ਵੀ ਅੱਤ ਨੀਚ ਦਰਜੇ ਦੀਆਂ, ਫਿਰ ਜਦੋਂ ਤੁਹਾਡੇ ਛਿੱਤਰ ਫਿਰਦਾ ਪਏ ਤੁਸੀਂ ਕਹਿੰਦੇ ਸਾਡੇ ਤੇ ਗੁੰਡਾਗਰਦੀ ਕਰਦੇ, ਸਾਡੀ ਆਜ਼ਾਦੀ ਖੋਹਦੇ ਆ। ਤੁਹਾਡੀ ਜੋ ਸੋਚ ਹੈ ਉਹ ਸੋਚ ਨੂੰ ਮਾੜਾ ਜਿਹਾ ਇਹ ਤਾਂ ਦੇਖ ਲਓ ਕਿ ਅਸੀਂ ਕਹਿ ਕੀ ਰਹੇ ਹਾਂ, ਲੋਕਾਂ ਨੂੰ ਕਿਹੜੇ ਰਾਹੇ ਪਾ ਰਹੇ। ਤੁਸੀਂ ਦਿੱਤਾ ਕੀ ਹੁਣ ਤੱਕ ਸਮਾਜ ਨੂੰ, ਸਿਵਾਏ ਇੱਕ ਕਹਿ ਲਈਏ ਵੀ ਇੱਕ ਆਪਾਂ ਕਹਿ ਸਕਦੇ ਹਾਂ ਕਿ ਤੁਸੀਂ ਤੁਹਾਡੇ ਨਾਲ ਜੋ ਬੰਦੇ ਜੁੜੇ ਆ ਉਹਨਾਂ ਨੇ ਕੇਸ ਤੱਕ ਵੀ ਕਟਾਤੇ। ਉਹ ਕਹਿੰਦੇ ਕਿ ਕੇਸਾਂ ਵਿੱਚ ਕਿਹੜੇ ਰੱਬ ਹੈ, ਜਾਂ ਇਹ ਗੁਰਬਾਣੀ ਮੈਂ ਕਿੱਥੇ ਲਿਖਿਆ ਕੇਸ ਰੱਖੋ। ਜਦੋਂ ਤੁਹਾਡੇ ਕਹੇ ਤੋਂ ਇਹ ਤਰਕਾਂ ਉਹਨਾਂ ਲੋਕਾਂ ਦੇ ਮਨਾਂ ਦੇ ਵਿੱਚ ਵੜ ਗਈਆਂ ਤਾਂ ਤੁਸੀਂ ਇਹ ਸੋਚੋ ਕਿ ਤੁਹਾਡੇ ਇਸ ਪ੍ਰਚਾਰ ਦਾ ਅੰਜਾਮ ਕੀ ਹੋਇਆ। ਠੀਕ ਹੈ। ਸੋ ਤੁਸੀਂ ਨਿਹਾਇਤ ਭੋਲੀ ਭਾਲੀ ਸੰਗਤ ਨੂੰ ਬਿਲਕੁਲ ਗੁੰਮਰਾਹ ਕੀਤਾ ਤੇ ਤੁਸੀਂ ਗੁਰੂ ਸਾਹਿਬ ਉੱਤੇ ਸ਼ੰਕੇ, ਇਤਿਹਾਸ ਉੱਤੇ ਸ਼ੰਕੇ, ਹਰ ਇੱਕ ਸਾਡੇ ਗ੍ਰੰਥ ਉੱਤੇ ਸ਼ੰਕੇ, ਹਰੇਕ ਗੱਲ ਨੂੰ ਝੂਠ, ਉਹ ਵੀ ਝੂਠ ਇਹ ਵੀ ਝੂਠ, ਫਿਰ ਸੱਚ ਕੀ ਹੈ? ਕੀ ਐਡੇ ਵੱਡੇ ਵੱਡੇ ਵਿਦਵਾਨ ਹੋ ਕੇ ਚਲੇ ਗਏ, ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ। ਤੇ ਤੁਸੀਂ ਜਿਹੜੇ ਰੋਜ਼ ਲਫੇੜੇ ਖਾਨੇ ਉਹ ਤੁਸੀਂ ਸਿਆਣੇ ਹੋ ਗਏ ਯਾਰ, ਕਿਹੜੀ ਕਿਤਾਬ 'ਚ ਲਿਖਿਆ ਹੈ ਦੱਸੋ। ਤੇ ਉਹ ਹੁਣ ਅੱਗੇ ਪੜ੍ਹਦੇ ਚਲੋ। ਖੈਰ ਅੱਗੇ ਕਹਿੰਦਾ, ਇਹ ਲਿਖਦਾ ਹੈ ਘੱਗਾ, ਇਹ ਕਾਰਵਾਈ ਕੋਈ ਅੱਜ ਤੋਂ ਸ਼ੁਰੂ ਨਹੀਂ ਹੋਈ। ਇਹ ਕਹਿੰਦਾ ਇਹਦਾ ਆਗਾਜ਼ ਸਦੀਆਂ ਪਹਿਲਾਂ ਹੋਇਆ। ਚਲੋ ਤੇ ਮਾਫ ਕਰਨਾ ਫੋਨ ਆ ਗਿਆ ਸੀ ਵਿੱਚ। ਸੋ ਇਹ ਲਿਖਦਾ ਕਹਿੰਦਾ ਵੀ ਇੱਕ
ਜਿੱਥੇ 21ਵੀਂ ਸਦੀ ਦੇ ਵਿੱਚ ਕਹਿੰਦਾ ਅੱਜ ਸਾਡਾ ਲਾਣਾ ਵੀ ਦੱਸਦਾ ਹੈ, ਉੱਦਾਂ ਸਾਰਾ ਵਿਰੋਧੀ ਹੈ ਹਰ ਕੰਮ ਦਾ, ਲੇਕਿਨ ਸਾਡਾ ਲਾਣਾ ਦੱਸਦਾ ਹੈ। ਤੁਹਾਡਾ ਸਾਡੇ ਨਾਲ ਕੀ ਲਿੰਕ ਹੈ ਯਾਰ? ਕਹਿੰਦਾ ਹਾਲੇ ਵੀ ਡਾਂਗਾਂ ਬਾਥੇ ਚਾਕੂ ਤੇ ਗੋਲੀਆਂ ਮਾਰ ਕੇ ਆਪਣੇ ਹੀ ਵਿਰੋਧੀ ਵਿਚਾਰ ਵਾਲੇ ਭਰਾਵਾਂ ਅਤੇ ਬਜ਼ੁਰਗਾਂ ਦੀ ਹੱਤਿਆ ਕਰਨ 'ਚ ਲੱਗਿਆ ਹੋਇਆ। ਹੁਣ ਤੁਹਾਡੀ ਹੱਤਿਆ ਤਾਂ ਪਹਿਲੀ ਗੱਲ ਤਾਂ ਕਿਸੇ ਨੇ ਕਰੀ ਨਹੀਂ ਹੈ, ਠੀਕ ਹੈ। ਤੁਹਾਡੇ ਲਫੇੜੇ ਜ਼ਰੂਰ ਵੱਜੇ ਜਿੰਨਾ ਕਿ ਤੁਸੀਂ ਡਿਜ਼ਰਵ ਕਰਦੇ ਹੋ, ਠੀਕ ਹੈ। ਹੋਰ ਦੀ ਹੱਤਿਆ ਨਹੀਂ ਹੋਗੀ, ਦੱਸੋ? ਹੋਰ ਦੀ ਹੱਤਿਆ ਨਾ ਹੋ ਗਈ, ਹੋਰ ਦੇ ਲਫੇੜੇ ਨਾ ਵੱਜ ਗਏ। ਕਿੰਨੀ ਸੋਹਣੇ ਕਥਾਵਾਚਕ ਨੇ ਜੋ ਕਥਾ ਕਰਦੇ ਹੈ, ਗੁਰੂ ਦੇ ਸਿਧਾਂਤ ਨਾਲ ਜੋੜਦੇ, ਨਿਤਨੇਮ ਕਰਨ ਤੇ ਕਹਿ ਲਈਏ ਵੀ ਪਰਪੱਕ ਕਰਦੇ ਆ ਸੰਗਤ ਨੂੰ, ਤੁਸੀਂ ਤੋੜਦੇ ਆ। ਉਹ ਇਤਿਹਾਸ ਵੀ ਸੁਣਾਉਣੇ, ਤੁਸੀਂ ਕਹਿੰਦੇ ਇਤਿਹਾਸ ਸਾਡਾ ਹੈ ਨਹੀਂ। ਇਹ ਤਾਂ ਸੋਚੋ ਨਾ, ਇਹ ਕਹਿਣ ਲੱਗੇ, ਇਹ ਤਾਂ ਤੁਸੀਂ ਕਹਿਤਾ ਕਿ ਹਾਂ ਸਾਡੇ ਡੰਡਾ ਫਿਰਦਾ ਹੈ, ਸਾਡੀ ਗੱਦੜ ਕੁੱਟ ਹੁੰਦੀ ਹੈ, ਪਰ ਹੁੰਦੀ ਕਿਉਂ ਆ? ਇਹ ਤਾਂ ਦੱਸੋ ਨਾ ਨਾਲ, ਕਿਉਂਕਿ ਤੁਹਾਡੀਆਂ ਕਰਤੂਤਾਂ ਇਹ ਕੰਮ ਕਰਨ ਵਾਲੀਆਂ, ਇਸ ਲਈ ਹੁੰਦੀ ਹੈ ਨਾ ਗਿੱਦੜ ਕੁੱਟ ਤੁਹਾਡੀ, ਹੈ ਨਾ। ਤੇ ਉਸ ਤੋਂ ਅੱਗੇ ਕਹਿੰਦਾ ਇੱਥੇ ਮੈਂ ਇੱਕ ਗੁਰੂ ਸਾਹਿਬ ਨੇ ਹਮੇਸ਼ਾ ਵਿਚਾਰ ਨੂੰ ਪਹਿਲ ਦਿੱਤੀ, ਇਹ ਕਹਿੰਦਾ। ਪਰ ਅੱਜ ਦੇ ਬੁਰਛਾ ਗਰਦਾਂ ਨੂੰ ਦੇਖ ਕੇ ਲੱਗਦਾ ਹੈ ਕਿ ਗੁਰੂ ਸਾਹਿਬਾਨ ਦੀ ਸਿੱਖਿਆ ਇਹਨਾਂ ਦੇ ਨੇੜੇ ਤੇੜੇ ਵੀ ਨਹੀਂ। ਜੇ ਗੁਰੂ ਸਾਹਿਬ ਨੇ ਵਿਚਾਰ ਨੂੰ ਤਰਜੀਹ ਦਿੱਤੀ ਹੈ ਤਾਂ ਤੇਰਾ ਜਿਹੜਾ ਨੇਕੀ ਉੱਥੇ ਬੰਦ ਕਮਰੇ ਵਿੱਚ ਬੈਠ ਕੇ ਚਵਲਾ ਮਾਰਦਾ, ਉਹਨੂੰ ਕਿਉਂ ਨਾ ਤੁਸੀਂ ਬਾਹਰ ਕੱਢਿਆ? ਜਦੋਂ ਉਹਨੂੰ ਕਹਿ ਲਏ ਵੀ ਆ ਜਾ ਭਾਈ ਬੈਠ, ਸਾਹਮਣੇ ਆ, ਤੇਰੀਆਂ ਸਾਰੇ ਸਵਾਲਾਂ ਦੇ ਜਵਾਬ ਦੇਵਾਂਗੇ, ਫਿਰ ਵਿਚਾਰ ਨੂੰ ਤਰਜੀਹ ਤੁਸੀਂ ਕਿਉਂ ਨਾ ਦਿੱਤੀ? ਹੈ ਕੋਈ ਜਵਾਬ ਇਸ ਗੱਲ ਦਾ? ਤੇ ਦੂਜਾ ਤੁਹਾਡਾ ਭਾਈ ਰਣਜੀਤ ਸਿੰਘ, ਜੇ ਤੁਸੀਂ ਕਹਿੰਦੇ ਗੁਰੂ ਸਾਹਿਬ ਨੇ ਵਿਚਾਰਾਂ ਨੂੰ ਤਰਜੀਹ ਦਿੱਤੀ ਹੈ, ਫਿਰ ਰਣਜੀਤ ਸਿੰਘ ਬੈਠਾ ਲਾਈਵ ਰੌਲਾ ਪਾਉਂਦਾ ਰਹਿੰਦਾ ਅੱਜ ਤੱਕ, ਕਿਉਂ ਨਾ ਸਾਹਮਣੇ ਬੈਠ ਕੇ ਵਿਚਾਰ ਕਰ ਸਕਿਆ? ਇੱਥੋਂ ਵੀ ਤੁਸੀਂ ਝੂਠੇ ਸਾਬਤ ਹੋਏ। ਵਿਚਾਰ ਦੀ ਗੱਲ ਵੀ ਕਰਦੇ ਹੋ ਤੇ ਵਿਚਾਰਾਂ ਤੋਂ ਭਗੌੜੇ ਵੀ ਤੁਸੀਂ ਹੋ, ਠੀਕ ਹੈ। ਤੇ ਗੁਰੂ ਸਾਹਿਬ ਨੇ ਜੇ ਵਿਚਾਰ ਨੂੰ ਤਰਜੀਹ ਦਿੱਤੀ ਤਾਂ ਹੀ ਗੁਰੂ ਸਾਹਿਬ ਸਿੱਧਾ ਨਾਲ ਗੋਸ਼ਟ ਕਰਨ ਪਹਾੜਾਂ ਤੇ ਚਲੇ ਗਏ ਸੀ। ਤੇ ਤੁਸੀਂ ਇੱਕ ਪਾਸੇ ਜੇ ਤੁਸੀਂ ਆਪਣਾ ਲਾਣਾ ਕਹਿ ਕੇ ਸਾਨੂੰ ਸੰਬੋਧਨ ਕਰਦੇ ਆ ਸਿੱਖਾਂ ਨੂੰ, ਤੇ ਫਿਰ ਤੁਸੀਂ ਆਪਣੇ ਹੀ ਲਾਣੇ ਨਾਲ ਵਿਚਾਰ ਕਰ ਨਹੀਂ ਸਕਦੇ, ਠੀਕ ਆ। ਸੋ ਇਹ ਸੀ ਇਸ ਗੱਲ ਦਾ ਜਵਾਬ। ਤੈਨੂੰ ਅੱਗੇ ਹੁਣ ਆਪਾਂ ਪੜ੍ਹਦੇ ਨੇ ਕੀ ਚਵਲ ਮਾਰੀ ਆ। ਕਹਿੰਦਾ ਇੱਥੇ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਕਿ ਸਾਡੇ ਪਰਿਵਾਰ ਵਿੱਚ ਵੀ ਸਾਰਿਆਂ ਦੀ ਸੋਚ ਆਪਸ 'ਚ ਮਿਲਣੀ ਜ਼ਰੂਰੀ ਨਹੀਂ, ਬਖਰੇਵਾਂ ਹੋਣਾ ਕੁਦਰਤੀ ਹੈ। ਪਰ ਕੀ ਅਸੀਂ ਉੱਥੇ ਡਾਂਗਾ ਸੋਟੇ ਵਰਤਦੇ ਹਾਂ? ਠੀਕ ਆ। ਇਸੇ ਤਰ੍ਹਾਂ ਜੇ ਕਿਸੇ ਹੋਰ ਭਰਾ ਦੀਆਂ ਵਿਚਾਰਾਂ ਨਾਲ ਤੁਸੀਂ ਸਹਿਮਤ ਨਹੀਂ ਕਿ ਹਮਲਾ ਮਾਰਕੁੱਟ ਜਾਂ ਖਤਮ ਕਰ ਦੇਣਾ ਜਾਇਜ਼ ਹੈ, ਹੁਣ ਇੱਥੇ ਇਹ ਬੰਦਾ ਐਡਾ, ਮੈਂ ਕਹਿੰਦਾ ਹੈਰਾਨੀ ਹੁੰਦੀ ਹੈ। ਇਹ ਪਰਿਵਾਰ ਦੀ ਗੱਲ ਕਰਦਾ ਕਿ ਅਸੀਂ ਪਰਿਵਾਰ ਵਿੱਚ ਵੀ ਸਾਡੀ ਸੋਚ ਸਾਰਿਆਂ ਦੀ ਅਲੱਗ-ਅਲੱਗ ਹੈ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਡਾਂਗਾ ਸੋਟੇ ਮਾਰੀਏ, ਬਿਲਕੁਲ। ਪਰ ਇੱਥੇ ਗੱਲ ਇੱਕ ਪਰਿਵਾਰਕ ਸੋਚ ਦੀ ਨਹੀਂ ਹੈ। ਇਹਨੂੰ ਜੇ ਬੂਝੜ ਨੂੰ ਪੁੱਛੀਏ ਆਪਾਂ, ਇੱਥੇ ਪਰਿਵਾਰਕ ਸੋਚ ਦੀ ਗੱਲ ਨਹੀਂ, ਇੱਥੇ ਗੁਰੂ ਸਾਹਿਬ ਦੇ ਹੁਕਮ ਦੀ ਗੱਲ ਹੈ। ਉਹ ਸਾਰਿਆਂ ਤੇ ਇੱਕ ਤਰ੍ਹਾਂ ਲਾਗੂ ਹੋਣੀ ਹੈ, ਨਾ ਕਿ ਤੇਰੇ ਤੇ ਲੱਗ ਉਹ ਤੇ ਲੱਗ। ਗੁਰੂ ਸਾਹਿਬ ਨੇ ਨਿਤਨੇਮ ਦਾ ਹੁਕਮ ਤਾਂ ਇਕੱਲੇ ਤੈਨੂੰ ਤਾਂ ਨਹੀਂ ਕੀਤਾ, ਜਾਂ ਤੇਰੇ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੂੰ ਹੋਰ ਤਰ੍ਹਾਂ ਦਾ ਨਿਤਨੇਮ ਕਿਹਾ, ਠੀਕ ਹੈ। ਜਾਂ ਤੈਨੂੰ ਅੰਮ੍ਰਿਤ ਹੋਰ ਤਰ੍ਹਾਂ ਦਾ ਛਕਾਇਆ ਗੁਰੂ ਮਾਂ ਨੇ, ਤਾਂ ਕਿਸੇ ਹੋਰ ਨੂੰ ਹੋਰ ਤਰ੍ਹਾਂ ਦਾ ਛਕਾਤਾ, ਫਿਰ ਤਾਂ ਮੰਨਿਆ ਵਿਚਾਰਕ ਵਖਰੇਵੇਂ ਹੈ। ਗੁਰੂ ਦਾ ਸਿਧਾਂਤ ਤਾਂ ਸਾਰੇ ਸਮੁੱਚੀ ਮਨੁੱਖਤਾ ਵਾਸਤੇ ਇੱਕ ਲਾਗੂ ਹੁੰਦਾ। ਤੇ ਤੁਸੀਂ ਫਿਰ ਕੀ ਗੱਲਾਂ ਕਰਦੇ ਹੋ? ਇਹ ਵਿਚਾਰਧਾਰਾ ਅਲੱਗ ਹੋਣ ਦੀ ਗੱਲ ਗੁਰੂ ਸਾਹਿਬ ਦੇ ਹੁਕਮ ਨਾਲ ਨਹੀਂ ਮੇਲ ਖਾਂਦੀ ਹੈ ਬੂਝੜ। ਇਹ ਪਰਿਵਾਰਕ ਗੱਲਾਂ ਨੂੰ ਤੂੰ ਗੁਰੂ ਸਾਹਿਬ ਦੇ ਜੋ ਸਿਧਾਂਤ ਹੈ ਉਹਨਾਂ ਨਾਲ ਮੇਲ ਕੇ ਕਿਵੇਂ ਦੇਖ ਸਕਦਾ? ਤੂੰ ਦੱਸ, ਹੱਦ ਹੋਈ ਪਈ ਹੈ। ਪਰਿਵਾਰਕ ਬਖਰੇਵੇਂ ਇੱਕ ਅਲੱਗ ਚੀਜ਼ ਹੈ, ਉਹ ਦੁਨੀਆਦਾਰੀ ਆਮ ਗੱਲਾਂ ਹੁੰਦੀਆਂ, ਉਹ ਬਿਲਕੁਲ ਹੁੰਦੇ ਸਭ ਦੇ ਵੱਖਰੇ ਘਰ ਦੇ ਵਿੱਚ, ਠੀਕ ਆ। ਅਲੱਗ-ਅਲੱਗ ਮਤ ਦੇ ਬੰਦੇ ਵੀ ਹੈਗੇ ਆ, ਇੱਕ ਘਰ ਦਾ ਮੈਂਬਰ ਹੋਰ ਨੂੰ ਮੰਨਦਾ, ਦੂਆ ਹੋਰ ਨੂੰ ਮੰਨਦਾ, ਪਰ ਇੱਥੇ ਗੱਲ ਗੁਰੂ ਦੇ ਹੁਕਮ ਦੀ ਹੈ। ਇਹ ਸਮੁੱਚੀ ਮਨੁੱਖਤਾ ਲਈ ਇੱਕ ਹੈ, ਸਿਧਾਂਤ ਇੱਕ ਹੈ, ਇਤਿਹਾਸ ਇੱਕ ਹੈ। ਜਿਹਨੂੰ ਤੁਸੀਂ ਰੱਦ ਕਰਦੇ ਤੋਲੇ ਹੋ, ਇਹ ਵੀ ਤੇਰੀ ਇੱਕ ਚਵਲ ਤੋਂ ਇਲਾਵਾ ਕੁੱਖ ਨਹੀਂ ਹੈ, ਠੀਕ ਆ। ਅੱਗੇ ਆਪਾਂ ਗੱਲ ਕਰਦੇ ਹਾਂ। ਮੇਰੇ ਤੇ ਅਨੇਕਾਂ ਹਮਲੇ ਹੋਏ ਹਨ, ਇਹ ਕਹਿੰਦਾ। ਬੜਾ ਵਿਰੋਧ ਹੁਣ ਤੱਕ ਚੱਲ ਰਿਹਾ ਹਾਂ, ਪਰ ਕੀ ਮੈਂ ਕਿਸੇ ਦੇ ਘਰ ਜਾਂ ਸਟੇਜ ਤੇ ਕਦੀ ਹਮਲਾ ਕਰਨ ਗਿਆ ਹਾਂ? ਤਾਂ ਫਿਰ ਦੂਜਿਆਂ ਨੂੰ ਇਹ ਹੱਕ ਕਿਉਂ ਕਿ ਇਹ ਇਸ ਗੁੰਡਾਗਰਦੀ ਨੂੰ ਧਰਮ ਦੀ ਸੇਵਾ ਕਹਿ ਕੇ ਜਾਇਜ਼ ਠਹਿਰਾਉਣ? ਹੁਣ ਇਹ ਬੰਦੇ ਨੂੰ ਇਹ ਕਹਿੰਦਾ ਕਿ ਮੈਂ ਤਾਂ ਕਿਸੇ ਦੇ ਘਰ ਹਮਲਾ ਕਰਨ ਗਿਆ ਨਹੀਂ, ਵੀ ਮੇਰਾ 20 ਵਾਰ ਮੂੰਹ ਕੁੱਟ ਹੋਇਆ।
ਇਹ ਬੰਦਾ ਕਹਿੰਦਾ ਹੈ। ਹੁਣ ਭਾਈ ਇਹ ਤਾਂ ਹੁਣ ਤੇਰੀ ਸੋਚ ਹੈ ਨਾ ਕਿ ਤੈਨੂੰ ਕੋਈ ਆ ਕੇ ਕੁੱਟ ਜਵੇ ਤੇ ਤੂੰ ਚੁੱਪਚਾਪ ਬੈਠਾ ਦੇਖੀ ਜਾਵੇਂ। ਸੋ ਇਹ ਕਿਹੜੀ ਕਿਤਾਬ ਦੇ ਵਿੱਚ ਲਿਖਿਆ ਹੋਇਆ ਦੱਸੋ? ਜੇ ਤੈਨੂੰ ਲੱਗਦਾ ਕਿ ਸਾਡੇ ਤੇ ਤੇਰੇ ਤੇ ਜ਼ੁਲਮ ਹੋਇਆ ਤਾਂ ਫਿਰ ਜ਼ੁਲਮ ਸਹਿਣਾ ਵੀ ਪਾਪ ਕਿਹਾ ਗੁਰੂ ਮਹਾਰਾਜ ਨੇ, ਵੀ ਤੂੰ ਸਹਿ ਰਿਹਾ ਇਹਦਾ ਮਤਲਬ ਇੱਥੇ ਵੀ ਤੇਰੀ ਇਹ ਜਬਲੀ ਸਾਬਤ ਹੁੰਦੀ ਹੈ। ਠੀਕ ਆ। ਉਸ ਤੋਂ ਅੱਗੇ ਹੁਣ ਜੇ ਆਹ ਗੱਲ ਕਰਦਾ ਹੈ ਵੀ ਮੈਨੂੰ ਕੁੱਟਿਆ, ਵੀ ਮੈਂ ਤਾਂ ਕਿਸੇ ਦੇ ਨਾਲ ਗਿਆ ਨਹੀਂ ਲੜਨ, ਹਨਾ, ਨਾ ਕਿ ਬਦਲਾ ਲੈਣਾ, ਤਾਂ ਫਿਰ ਮੱਥਾ ਰੰਗੜ ਕੰਜਰੀਆਂ ਨਚਾਉਂਦਾ ਸੀਗਾ ਉਦੋਂ ਵੀ ਸਿੰਘ ਤੇਰੇ ਵਾਂਗੂ ਸੋਚਦੇ ਹੈ ਵੀ ਅਸੀਂ ਕੀ ਲੈਣਾ, ਨਚਾਈ ਜਾਣ ਦੋ। ਸਾਨੂੰ ਕਿਹੜਾ ਕਿਹਾ ਗੁਰੂ ਸਾਹਿਬ ਨੇ ਵੀ ਜਾ ਕੇ ਚੜ੍ਹ ਕੇ ਜਾਓ, ਚੜ੍ਹ ਕੇ ਆਉਣ ਵਾਲੇ ਤੇ ਵਾਰ ਕਰਨਾ ਸਿਖਾਇਆ ਤੇਰੇ ਕਹਿਣ ਮੁਤਾਬਕ। ਉੱਥੇ ਵੀ ਉਹ ਲਾਗੂ ਸੋਚ ਹੋ ਜਾਂਦੀ, ਬਸ ਫਿਰ ਤਾਂ ਸਾਡਾ ਇਤਿਹਾਸ ਲਿਖ ਹੋ ਗਿਆ ਸੀ ਜਿਹੜੀਆਂ ਤੂੰ ਜਬੜੀਆਂ ਮਾਰਦਾ ਬੈਠਾ। ਠੀਕ ਹੈ। ਉਸ ਤੋਂ ਅੱਗੇ ਲਿਖਦਾ ਇਹ ਭਾਈ ਹਰਨੇਕ ਸਿੰਘ, ਨਿਊਜ਼ੀਲੈਂਡ ਵਾਲਿਆਂ ਤੇ ਜੋ ਹਮਲਾ ਕੀਤਾ ਗਿਆ ਹੈ ਉਹ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ। ਜੇ ਸੰਪਰਦਾਵਾਂ ਜਾਂ ਟਕਸਾਲਾਂ ਜਾਂ ਕੋਈ ਵੀ ਹੋਰ ਉਹਦੇ ਨਾਲ ਸਹਿਮਤ ਨਹੀਂ ਤਾਂ ਆਪਣੇ ਤਰੀਕੇ ਨਾਲ ਬੋਲ ਕੇ ਲਿਖ ਕੇ ਜਵਾਬ ਦੇ ਸਕਦਾ ਹੈ। ਵਿਚਾਰਕ ਵਖਰੇਵੇਂ, ਇੱਥੇ ਮੈਂ ਤੈਨੂੰ ਜਵਾਬ ਦੇਣਾ ਚਾਹੁੰਦਾ ਕਿ ਵਿਚਾਰਕ ਵਖਰੇਵੇਂ ਤਾਂ ਮਸ਼ੀਨਰੀਆਂ ਨਾਲ ਵੀ ਹੈਗੇ ਆ ਸਿੱਖ ਪੰਥ ਦੇ। ਉਹਨਾਂ ਨੂੰ ਬੋਲ ਕੇ ਵੀ ਜਵਾਬ ਦਿੰਦੇ ਆ, ਲਿਖ ਕੇ ਵੀ ਜਵਾਬ ਦਿੰਦੇ। ਉਹਨਾਂ ਨੂੰ ਕੋਈ ਮਾਰਨ ਨਹੀਂ ਗਿਆ। ਠੀਕ ਆ। ਕਿਸੇ ਮਸ਼ੀਨਰੀ ਪ੍ਰਚਾਰਕ ਨੂੰ ਕੋਈ ਮਾਰਨ ਤਾਂ ਨਹੀਂ ਗਿਆ, ਭਾਵੇਂ ਵਖਰੇਵੇਂ ਨੇ। ਪਤਾ ਕਿਉਂ ਨਹੀਂ ਗਿਆ? ਕਿਉਂਕਿ ਉਹ ਚਲੋ ਤਰਕ ਕਰ ਰਹੇ ਆ ਆਪਣੀ ਬੁੱਧੀ ਮੁਤਾਬਕ, ਅਸੀਂ ਉਹਨਾਂ ਨੂੰ ਗੁਰਬਾਣੀ ਮੁਤਾਬਕ ਜਵਾਬ ਦੇ ਦਿੰਦੇ। ਪਰ ਜਿਹੜੀਆਂ ਜਿਹਨੂੰ ਤੂੰ ਕਹਿਣਾ ਭਾਈ ਹਰਨੇਕ, ਜਿਹੜੀਆਂ ਇਹਦੀਆਂ ਗੱਲਾਂ ਹੈ ਉਹਨਾਂ ਦੀਆਂ ਗੱਲਾਂ ਤੇ ਇਹਦੀਆਂ ਗੱਲਾਂ 'ਚ ਫਰਕ ਵੀ ਦੇਖ ਤੂੰ ਕੀ ਹੈ। ਇਹ ਬੰਦਾ ਸ਼ਰੇਆਮ ਭਾਈ ਨੰਦ ਲਾਲ ਜੀ ਨੂੰ ਭਗੌੜਾ ਦੱਸ ਰਿਹਾ, ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦਾ ਛੁਰਾ ਮਾਰ ਕੇ ਕਤਲ ਕਰਿਆ, ਗੁਰੂ ਨਾਨਕ ਪਾਤਸ਼ਾਹ ਜੀ ਦਾ ਤੂੰ ਕਹਿੰਦਾ ਇਹ ਕਹਿੰਦਾ ਕਤਲ ਕੀਤਾ ਹੈ। ਬਾਬਾ ਦੀਪ ਸਿੰਘ ਨੂੰ ਕਹਿੰਦਾ ਕਿ ਇਹ ਗੋਲਕ ਵਾਸਤੇ ਲੜਦਾ ਰਿਹਾ, ਦਿੱਲੀ ਕਹਿੰਦਾ ਜਿੱਤੀ ਉਹ ਨਹੀਂ। ਸੋ ਇਹ ਗੱਲਾਂ ਤੂੰ ਆਪ ਦੱਸ, ਤੂੰ ਸਿਆਣਾ ਬਹਿਣਾ ਲੱਗਦਾ ਹੀ ਕਹੂੰਗਾ ਮੈਂ ਤਾਂ, ਕਿਉਂਕਿ ਤੇਰੀ ਚਿੱਟੀ ਦਾੜੀ ਐਵੇਂ ਹੀ ਹੋਊਗੀ ਅਸਲ ਦੇ ਵਿੱਚ। ਨਾ ਤਾਂ ਕਰਿਆ ਤਾਂ ਕਟਾਈ ਤਾਂ ਖਾਧੀ ਉਹ ਤੂੰ ਆਪਣੇ ਆਪ ਮੰਨਦਾ ਘੱਗੇ ਨੂੰ, ਮੈਂ ਕਹਿਣਾ। ਠੀਕ ਆ। ਤੇ ਹੁਣ ਤੂੰ ਇਹ ਸੋਚ ਕਿ ਉਸ ਬੰਦੇ ਨੇ ਕਿਹੜਾ ਉਹ ਭੱਦਾ ਤੇ ਗੰਦਾ ਅਲਫਾਜ਼ ਯੂਜ਼ ਨਹੀਂ ਕੀਤਾ ਗੁਰੂ ਸਾਹਿਬਾਂ ਲਈ, ਇਤਿਹਾਸ ਦੇ ਵਿੱਚ ਆਏ ਸਾਡੇ ਸੂਰਬੀਰਾਂ ਲਈ। ਭਾਈ ਸੰਤੋਖ ਸਿੰਘ ਚੂੜਾਮਣੀ ਜੋ ਮਹਾਨ ਕਵੀ ਜਿਹਨੂੰ ਦਰਜਾ ਮਿਲਿਆ ਹੋਇਆ, ਉਹਨੂੰ ਕੀ ਕੁਝ ਨਹੀਂ ਕਿਹਾ ਉਹਨੇ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਪ੍ਰਤੀ, ਉਹਦੇ ਪਰਿਵਾਰ ਪ੍ਰਤੀ ਕੀ ਕੁਝ ਗੰਦ ਨਹੀਂ ਬਕਿਆ ਇਸ ਬੰਦੇ ਨੇ। ਮੈਨੂੰ ਇਹ ਦੱਸ ਕਿ ਤੂੰ ਕਹਿੰਦਾ ਕਿ ਹਲੇ ਵੀ ਉਹਨੂੰ ਕਹਿ ਲਈ ਵੀ ਹਮਲਾ ਕਰਕੇ ਤੁਸੀਂ ਗੁੰਡਾ ਹੋਣ ਦਾ ਸਬੂਤ ਦਿੱਤਾ। ਮਤਲਬ ਕਿ ਉਹਦੀਆਂ ਗੱਲਾਂ ਜੋ ਉਹ ਕਰੀਆਂ ਉਹਨੇ ਇਤਿਹਾਸ ਪ੍ਰਤੀ, ਜੋ ਭੌਂਕਿਆ ਕੁੱਤੇ ਵਾਂਗ, ਉਹ ਨਿਹਾਇਤ ਮੈਂ ਹੈਰਾਨ ਮੰਨਦਾ ਕਿ ਦੁਸ਼ਮਣ ਵੀ ਐਡੇ ਨੀਚ ਲਫ਼ਜ਼ ਸਾਡੇ ਗੁਰੂ ਸਾਹਿਬ ਪ੍ਰਤੀ ਨਹੀਂ ਸੋਚਦਾ ਹੋਣਾ ਜਿੰਨੇ ਇਸ ਬੰਦੇ ਨੇ ਸਾਡੇ ਇਤਿਹਾਸ ਪ੍ਰਤੀ, ਸਾਡੇ ਗੁਰੂ ਸਾਹਿਬ ਪ੍ਰਤੀ ਤੇ ਸਾਡੇ ਗ੍ਰੰਥਾਂ ਪ੍ਰਤੀ ਜੋ ਇਹਨੇ ਗੰਦ ਵਕਿਆ ਆਪਣੇ ਮੂੰਹ ਰਾਹੀਂ। ਉਹ ਕਿਹੜੇ ਖਾਤੇ 'ਚ ਪਾਉਂਗੇ ਤੁਸੀਂ? ਉਹ ਕਿਉਂ ਨਹੀਂ ਦਿਖਦਾ ਤੁਹਾਨੂੰ? ਤੂੰ ਕਿਹੜੇ ਮੂੰਹ ਨਾਲ ਕਹਿਣਾ ਹੈ ਕਿ ਤੁਹਾਡੇ ਨਾਲ ਬੈਠ ਕੇ ਵਿਚਾਰ ਕੀਤੀ ਜਾਵੇ? ਬੈਠ ਕੇ ਵਿਚਾਰ ਕਰਨ ਨੂੰ ਤੁਸੀਂ ਮੰਨੇ ਕਦੋਂ ਆ? ਦੱਸੋ। ਕੋਈ ਹੈ ਤੁਹਾਡੀਆਂ ਗੱਲਾਂ 'ਚ ਦਲੀਲ, ਕੋਈ ਵਜਨ? ਸ਼ਰਮ ਕਰੋ, ਤੁਸੀਂ ਸਿਆਣੇ ਹੋ ਗਏ ਯਾਰ। ਤੁਸੀਂ ਜ਼ਿੰਦਗੀ ਦੇ ਵਿੱਚ ਖਟਿਆ ਕੀ ਆ? ਮੈਂ ਘੱਗੇ ਨੂੰ ਕਹਿਣਾ ਕਿ ਤੇਰੀ ਕਿੰਨੀ ਉਮਰ ਹੋ ਗਈ? ਲਾਸਟ ਸਟੇਜ ਵਿੱਚ ਹੈ ਤੂੰ, ਦਾੜੀ ਤੇਰੀ ਚਿੱਟੀ ਹੋ ਗਈ ਹੈ, ਪੱਗ ਵੀ ਬੰਨ੍ਹਦਾ ਤੂੰ, ਪਰ ਸ਼ਰਮ ਹਮਕੋ ਮਗਰ ਆਤੀ ਨਹੀਂ। ਸ਼ਰਮ ਨਹੀਂ, ਹਯਾ ਨਹੀਂ। ਮੈਂ ਤਾਂ ਇਸ ਗੱਲੋਂ ਹੈਰਾਨ ਆ ਕਿ ਤੈਨੂੰ ਜ਼ਿੰਦਗੀ ਭਰ ਲਾਹਨਤਾਂ ਪਈਆਂ ਪੰਥ ਵੱਲੋਂ, ਸਿੱਖਾਂ ਵੱਲੋਂ ਤੈਨੂੰ, ਤੇ ਤੂੰ ਕਿਹੜੇ ਮੂੰਹ ਨਾਲ ਜੀ ਰਿਹਾ ਹੈ? ਮੈਂ ਤਾਂ ਇਹ ਨਹੀਂ ਸਮਝਦੀ ਕਿ ਤੂੰ ਜ਼ਿੰਦਗੀ 'ਚੋਂ ਖੱਟ ਕੇ ਕੀ ਲੈ ਕੇ ਚੱਲਿਆ। ਲਾਹਨਤਾਂ, ਜੁੱਤੀਆਂ, ਲਫੇੜੇ। ਦੱਸੋ, ਇਹ ਕੁਝ ਤੇਰੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ ਹੈ? ਇਹ ਤੂੰ ਇਕੱਠਾ ਕੀਤਾ ਵੀ ਛਿੱਤਰ ਖਾਣੇ ਬਸ ਸਾਰੀ ਉਮਰ? ਸੋ ਇਹ ਤੁਹਾਡੀ ਔਕਾਤ ਹੈ। ਤੇ ਜਦੋਂ ਤੁਹਾਨੂੰ ਔਕਾਤ ਯਾਦ ਕਰਾਉਣੇ ਸਿੰਘ ਵੀ ਬਾਜ ਆ ਜਾਓ, ਤੁਹਾਨੂੰ ਸਮਝਾਉਂਦੇ ਰਹਿੰਦੇ ਵੀ ਤੁਸੀਂ ਨਾ ਇੱਦਾਂ ਦੇ ਅਲਫਾਜ਼ ਵਰਤੋ, ਵਿਚਾਰ ਕਰਨੀ ਸਾਹਮਣੇ ਆ ਕੇ ਕਰੋ। ਕੋਈ ਤੁਹਾਡੇ 'ਚੋਂ ਆਇਆ ਵਿਚਾਰ ਕਰਨ? ਕੋਈ ਬੰਦਾ ਤੁਹਾਡੇ 'ਚੋਂ ਉੱਠ ਕੇ ਜਿਹਨੇ ਚੈਲੰਜ ਅਸੈਪਟ ਕੀਤਾ ਹੋਵੇ? ਦੱਸੋ।
ਤੁਸੀਂ ਵੀ ਰੌਲਾ ਪਾਉਣੇ ਜੀ ਗੁਰੂ ਸਾਹਿਬ ਨੇ ਸਾਨੂੰ ਸਿੱਖਿਆ ਦਿੱਤੀ ਕਿ ਅਸੀਂ ਤਾਂ ਜੀ ਵਿਚਾਰ ਕਰਨੀ ਹੈ, ਸਾਨੂੰ ਵਿਚਾਰ ਕਰਨ ਦੀ ਸਿੱਖਿਆ ਦਿੱਤੀ ਹੈ, ਲੜਾਈ ਕਰਨ ਦੀ ਨਹੀਂ। ਤੁਸੀਂ ਆਪਣੇ ਮੂੰਹ ਰਾਹੀਂ ਸਾਨੂੰ ਸਿੱਖ ਪੰਥ ਨੂੰ, ਸਾਡੇ ਗ੍ਰੰਥਾਂ ਨੂੰ, ਇਤਿਹਾਸ ਨੂੰ, ਗੁਰੂ ਸਾਹਿਬ ਨੂੰ, ਗੁਰੂ ਸਾਹਿਬ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ, ਮਹਾਨ ਸ਼ਖਸੀਅਤਾਂ ਨੂੰ ਕੁੱਤੇ ਵਾਂਗ ਜੋ ਮਰਜ਼ੀ ਭੌਂਕੀ ਜਾਓ, ਮਤਲਬ ਹੈ ਤੁਹਾਨੂੰ ਮਾਫ ਹੈ? ਮਤਲਬ ਦੱਸੋ, ਜਦੋਂ ਅਗਲਾ ਦੱਸਦਾ ਤੁਹਾਨੂੰ ਤੁਹਾਡੀ ਔਕਾਤ, ਫਿਰ ਤੁਸੀਂ ਕਹਿੰਦੇ ਸਾਡੇ ਤੇ ਗੁੰਡਾਗਰਦੀ ਕਰਦੇ ਆ। ਫਿਰ ਤੁਸੀਂ ਮਰ ਕਿਉਂ ਨਹੀਂ ਜਾਂਦੇ ਯਾਰ? ਮੈਨੂੰ ਸਮਝ ਨਹੀਂ ਲੱਗਦੀ ਤੁਸੀਂ ਕਿਹੜੇ ਮੁਲਕ ਜਿਉਂਦੇ ਆ ਹੈ? ਸ਼ਰਮ ਕਰੋ, ਜ਼ਿੰਦਗੀ ਦੇ ਵਿੱਚੋਂ ਲਾਹਨਤਾਂ ਖੱਟ ਕੇ ਚੱਲੇ ਹੋ। ਇਹ ਤੋਂ ਭੈੜੀ ਸਜ਼ਾ ਕੀ ਹੋਊਗੀ ਦੱਸੋ? ਸੋ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਓ, ਮਹਾਂਪੁਰਸ਼ੋ, ਸ਼ਰਮ ਕਰੋ, ਮਾੜੀ ਮੋਟੀ ਸ਼ਰਮ ਕਰੋ। ਤੁਸੀਂ ਵੀ ਅੱਜ ਕਿਹਾ, ਇਹਨੇ ਵੀ ਕਿਹਾ ਕਿ ਅੱਜ ਤੱਕ ਸ੍ਰੀ ਚੰਦ ਤੇ ਹਮਲਾ ਨਹੀਂ ਹੋਇਆ, ਰਾਮ ਰਾਏ ਤੇ ਹਮਲਾ ਨਹੀਂ ਹੋਇਆ, ਪ੍ਰਿਥੀ ਚੰਦ ਤੇ ਹਮਲਾ ਨਹੀਂ ਹੋਇਆ। ਇਹਦਾ ਕਹਿਣ ਦਾ ਮਤਲਬ ਕਿ ਸਾਡੇ ਤੇ ਕਿਉਂ ਹੋਇਆ? ਮਤਲਬ ਕਿ ਤੁਸੀਂ ਆਪਣੇ ਆਪ ਨੂੰ ਇਹਨਾਂ ਦੀ ਕਤਾਰ ਵਿੱਚ ਖੜੇ ਮੰਨਦੇ ਹੋ। ਸੱਚ ਮੂੰਹ ਚੋਂ ਨਿਕਲ ਜਾਂਦਾ। ਅੱਜ ਦੀ ਵੀਡੀਓ ਦੇਖ ਕੇ ਤੁਸੀਂ ਵੀ ਸੁਣੀ ਹੋਣੀ ਹੈ ਸਾਰਿਆਂ ਨੇ, ਉਹਨੇ ਖੁਦ ਆਪਣੇ ਮੂੰਹੇ ਮੰਨ ਰਹੇ ਹੈ ਕਿ ਅਸੀਂ ਉਹਨਾਂ ਦੀ ਕਤਾਰ 'ਚ ਖੜੇ ਹਾਂ। ਔਰ ਦੂਜੀ ਗੱਲ, ਬਾਬਾ ਸ਼੍ਰੀ ਚੰਦ ਨੂੰ ਉਹਨਾਂ ਨੇ ਧੱਕੇ ਦੇ ਬਦਨਾਮ ਕੀਤਾ ਹੋਇਆ। ਦੱਸੋ, ਬਾਬਾ ਸ਼੍ਰੀ ਚੰਦ ਜੀ ਬਾਰੇ ਜੋ ਇਹਨਾਂ ਦੇ ਮਗਰ ਲੱਗੇ ਹੋਏ ਆ, ਉਹਨਾਂ ਨੂੰ ਇੰਨਾ ਕੁ ਮਾੜਾ ਬੋਲਦੇ ਆ ਉਹ ਬੰਦੇ, ਇੰਨੀ ਕੁ ਘਟੀਆ ਅਲਫਾਜ਼ ਵਰਤਦੇ ਆ ਗੁਰੂ ਮਹਾਰਾਜ ਦੇ ਸਪੁੱਤਰ ਲਈ, ਬਾਬਾ ਸ਼੍ਰੀ ਚੰਦ ਲਈ। ਬਲਕਿ ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਪਾਤਸ਼ਾਹ ਦੇ ਸਪੁੱਤਰ ਨੇ। ਉਹਨਾਂ ਦੇ ਕਹਿ ਲਈਏ ਵੀ ਉਹਨਾਂ ਦੇ ਖਾਨਦਾਨ ਵਿੱਚੋਂ ਉਹਨਾਂ ਦਾ ਖੂਨ ਗੁਰੂ ਨਾਨਕ ਪਾਤਸ਼ਾਹ ਜੀ ਦਾ। ਮੈਂ ਸਮਝਦਾ ਜੇ ਆਪਾਂ ਆਪਣੀ ਗੱਲ ਕਰੀਏ, ਵਿੱਚ ਮੈਂ ਵੀ ਆ ਜਾਣਾ, ਸਾਡਾ ਕੋਈ ਅਧਿਕਾਰ ਨਹੀਂ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਰਿਵਾਰ ਬਾਰੇ, ਖਾਨਦਾਨ ਬਾਰੇ ਕੁਝ ਗਲਤ ਬੋਲਣ ਦਾ, ਕਿਉਂਕਿ ਸਾਡੀ ਔਕਾਤ ਨਹੀਂ ਹੈ। ਸਾਡੀ ਔਕਾਤ ਨਹੀਂ। ਅਸੀਂ ਕਿਆ ਚੀਜ਼ਾਂ ਯਾਰ, ਅਸੀਂ ਜ਼ੀਰੋ ਹੈ, ਗੰਦੀ ਨਾਲੀ ਦੇ ਕੀੜੇ ਯਾਰ। ਅਸੀਂ ਗੁਰੂ ਸਾਹਿਬ ਦੇ ਪਰਿਵਾਰ ਪ੍ਰਤੀ ਨਹੀਂ ਬੋਲ ਸਕਦੇ। ਗੁਰੂ ਸਾਹਿਬ ਉਹਨਾਂ ਨੂੰ ਜੋ ਮਰਜ਼ੀ ਬੋਲਣ, ਕਿਉਂਕਿ ਉਹ ਉਹਨਾਂ ਦਾ ਲਹੂ ਹੈ, ਉਹਨਾਂ ਦੇ ਖਾਨਦਾਨ ਚੋਂ ਹੈ। ਗੁਰੂ ਸਾਹਿਬ ਦੇ ਖਾਨਦਾਨ ਨੂੰ ਬੋਲਣ ਵਾਲੇ ਤੁਸੀਂ ਕੌਣ ਹੈ ਯਾਰ? ਕੌਣ ਆ ਆਪਾਂ? ਦੱਸੋ, ਕੀ ਸਾਨੂੰ ਸ਼ੋਭਾ ਦਿੰਦਾ ਗੁਰੂ ਸਾਹਿਬ ਦੇ ਸਪੁੱਤਰਾਂ ਪ੍ਰਤੀ ਇੰਨੇ ਘਟੀਆ ਅਲਫਾਜ਼ ਵਰਤਣਾ? ਦੱਸੋ। ਔਰ ਜਦ ਕਿ ਗੁਰੂ ਸਾਹਿਬ ਤੋਂ ਬਾਅਦ, ਗੁਰੂ ਨਾਨਕ ਪਾਤਸ਼ਾਹ ਜੀ ਤੋਂ ਬਾਅਦ ਬਾਕੀ ਗੁਰੂ ਸਾਹਿਬਾਨ ਬਾਬਾ ਸ਼੍ਰੀ ਚੰਦ ਜੀ ਕੋਲ ਜਾਂਦੇ ਰਹੇ ਹੈ ਬਕਾਇਦਾ। ਤੇ ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਸਾਹਿਬ ਦੀ ਉਸਤਤ ਦੇ ਵਿੱਚ ਕਿੰਨਾ ਕੁਝ ਲਿਖਦੇ ਆ, ਪੜ੍ਹਿਆ ਕਦੇ? ਦੱਸੋ। ਤੇ ਉਦਾਸੀ ਮਤ ਉਹਨਾਂ ਨੇ ਚਲਾਇਆ, ਜਿਨ੍ਹਾਂ ਨੇ ਸਾਡੇ ਗ੍ਰੰਥਾਂ ਦੀ ਸਾਂਭ ਸੰਭਾਲ ਕੀਤੀ, ਗੁਰਦੁਆਰੇ ਸਾਂਭੇ ਬਾਅਦ ਦੇ ਵਿੱਚ ਜਦੋਂ ਸਿੰਘ ਜੰਗਾਂ ਨੂੰ ਚਲੇ ਗਏ ਸੀ। ਠੀਕ ਹੈ। ਉਸ ਤੋਂ ਬਾਅਦ ਤੇ ਇਹਨਾਂ ਨੇ ਜੋ ਸਿੱਖੀ ਦਾ ਪ੍ਰਚਾਰ ਕੀਤਾ, ਕੀ ਉਹ ਤੁਸੀਂ ਭੁੱਲ ਗਏ? ਉਦਾਸੀ ਸੰਤਾਂ ਨੇ, ਉਦਾਸੀ ਮਤ ਵਾਲਿਆਂ ਨੇ। ਇਹ ਸਿੱਖੀ ਦਾ ਅੰਗ ਹੈ ਜਿਨ੍ਹਾਂ ਨੂੰ ਤੁਸੀਂ ਦੁਰਕਾਰਦੇ ਆ, ਤੇ ਜਿਨ੍ਹਾਂ ਨੂੰ ਤੁਸੀਂ ਇੱਕ ਕਹਿ ਲਈਏ ਵੀ ਸਿੱਖੀ ਦੇ ਦੁਸ਼ਮਣ ਬਣਾ ਕੇ ਪੇਸ਼ ਕਰਤਾ ਭੋਲੀ ਭਾਲੀ ਸੰਗਤ ਦੇ ਵਿੱਚ। ਤੇ ਜਿਹੜੇ ਤੁਹਾਡੇ ਜਿਨ੍ਹਾਂ ਨੇ ਨਹੀਂ ਪੜ੍ਹਿਆ ਇਤਿਹਾਸ ਆਪਣਾ, ਉਹ ਤੁਹਾਡੇ ਮਗਰ ਲਾ ਕੇ ਬੇਵਕੂਫ ਬਣ ਗਏ। ਜਿਨ੍ਹਾਂ ਨੇ ਆਪਣਾ ਇਤਿਹਾਸ ਪੜ੍ਹਿਆ ਹੈ, ਉਹਨਾਂ ਨੂੰ ਸਾਰਾ ਕੁਝ ਪਤਾ ਕਿ ਤੁਸੀਂ ਕਿਵੇਂ ਲੋਕਾਂ ਨੂੰ ਬੁੱਧੂ ਬਣਾਉਣੇ। ਇਹ ਤੁਹਾਡੀ ਔਕਾਤ ਹੈ, ਇੰਨੀ ਕੁ ਤੁਹਾਡੀ ਸੋਚ ਹੈ। ਦੁੱਖ ਲੱਗਿਆ ਢੱਡਰੀਆਂ ਵਾਲਿਓ ਤੁਹਾਨੂੰ ਵੀ ਇਸ ਚੀਜ਼ ਦਾ ਕਿ ਕਿਉਂ ਨੇਕੀ ਤੇ ਹਮਲਾ ਹੋਇਆ, ਪਰ ਕਾਰਨ ਲੱਭ। ਅੱਜ ਸਾਰੀ ਦੁਨੀਆ ਕਿਉਂ ਲਾਹਨਤਾਂ ਪਾਉਂਦੀ ਹੈ? ਕਾਰਨ ਲੱਭ। ਤੈਨੂੰ ਠੰਡੇ ਦਿਮਾਗ ਨਾਲ ਤੂੰ ਬੈਠ ਕੇ ਸੋਚੀ ਕਿ ਤੂੰ ਜ਼ਿੰਦਗੀ ਦੇ ਵਿੱਚ ਕੀ ਖੱਟਿਆ। ਤੈਨੂੰ ਬਹੁਤ ਵੱਡਾ ਭੁਲੇਖਾ, ਤੈਨੂੰ ਪੰਪ ਮਾਰ ਮਾਰ ਕੇ ਨੇਕੀ ਵਰਗਿਆਂ ਨੇ ਤੈਨੂੰ ਐਨ ਹਵਾ ਦੇ ਵਿੱਚ ਲਿਆਂਦਾ ਤੇ ਤੂੰ ਆਪਣੀ ਵਿਚਾਰਧਾਰਾ ਦਾ ਪ੍ਰਚਾਰ ਕਰਵਾਇਆ, ਤੇ ਤੂੰ ਖੂਹ ਦਾ ਡੱਡੂ, ਤੇਰਾ ਦਿਮਾਗ, ਤੂੰ ਕਹਿਣਾ ਕਿ ਮੈਂ ਬਹੁਤ ਜ਼ਿਆਦਾ ਸਮਾਜ ਨੂੰ ਇੱਦਾਂ ਕਰਨ ਲੱਗਿਆ, ਉੱਦਾਂ ਕਰਨ ਲੱਗਿਆ, ਤੇ ਤੈਨੂੰ ਇੱਕ ਛੋਟੀ ਜਿਹੀ ਗੱਲ ਸਮਝ ਨਹੀਂ ਆਈ ਕਿ ਕਿੱਦਾਂ ਤੇਰੇ ਮੋਢੇ ਤੇ ਰੱਖ ਕੇ ਨਾ ਬੰਦੇ ਨੇ ਚਲਾਈ ਹੈ। ਘੱਗੇ ਵਰਗਿਆਂ ਨੇ, ਨੇਕੀ ਵਰਗਿਆਂ ਨੇ ਤੇਰੇ ਮੋਢੇ ਤੇ ਰੱਖ ਕੇ ਆਪਣੀ ਵਿਚਾਰਧਾਰਾ ਦਾ ਪ੍ਰਚਾਰ ਤੇ ਇੱਥੋਂ ਕਰਵਾਇਆ। ਤੇ ਤੂੰ ਠੰਡੇ ਦਿਮਾਗ ਨਾਲ ਸੋਚੀ
ਕਿ ਤੂੰ ਜ਼ਿੰਦਗੀ ਦੇ ਵਿੱਚ ਇਹਨਾਂ ਮਗਰ ਲੱਗ ਕੇ ਕੀ ਖੱਟਿਆ ਤੇ ਕੀ ਗਵਾਇਆ। ਤੂੰ ਖੱਟਿਆ ਕੱਖ ਨਹੀਂ, ਤੂੰ ਗਵਾਇਆ ਹੀ ਗਵਾਇਆ ਸਾਰਾ ਕੁਝ। ਠੀਕ ਹੈ, ਪੰਥ ਦੀਆਂ ਨਜ਼ਰਾਂ ਵਿੱਚ ਤੂੰ ਜ਼ੀਰੋ ਹੋਇਆ। ਠੀਕ ਹੈ, ਸਵੇਰੇ ਉੱਠ ਕੇ ਲੋਕ ਛਿੱਤਰ ਤੇਰੇ ਮਾਰਦੇ। ਠੀਕ ਹੈ ਜੀ, ਉਸ ਤੋਂ ਬਾਅਦ ਗੁਰੂ ਸਾਹਿਬ ਪ੍ਰਤੀ ਜੋ ਤੇਰੀ ਸੋਚ ਹੈ ਉਹ ਖੁੱਲ੍ਹ ਕੇ ਸਾਹਮਣੇ ਆ ਗਈ। ਰੱਬ ਨੂੰ ਤੂੰ ਮੁਨਕਰ ਹੋ ਗਿਆ। ਜਦ ਕਿ ਗੁਰਬਾਣੀ ਪ੍ਰਮਾਤਮਾ ਦੀ ਗੱਲ ਕਰਦੀ, ਤੂੰ ਕਹਿੰਦਾ ਪ੍ਰਮਾਤਮਾ ਹੈ ਹੀ ਨਹੀਂ, ਰੱਬ ਹੈ ਹੀ ਨਹੀਂ, ਕਹਿੰਦਾ ਕੁਦਰਤ ਰੱਬ। ਤੂੰ ਬਹੁਤ ਕੁਝ ਤੂੰ ਇਹਨਾਂ ਦੇ ਮਗਰ ਲਾ ਕੇ ਤੂੰ ਹਵਾ 'ਚ ਆਇਆ, ਪੰਪ ਤੈਨੂੰ ਭਰੇ ਗਏ ਰੱਜ ਕੇ, ਤੇ ਤੂੰ ਉਹਨਾਂ ਪੰਪਾਂ 'ਚ ਆ ਕੇ ਏਡਾ ਕੁ ਫੁੱਲ ਗਿਆ। ਤੇ ਅੱਜ ਭਾਈ ਸਾਹਿਬ ਆਪਣੀ ਔਕਾਤ ਦੇਖ ਲੈ, ਤੂੰ ਕਿੱਥੇ ਆ ਗਿਆ, ਕਿੱਥੇ ਤੋਂ ਕਿੱਥੇ ਆ ਗਿਆ ਤੂੰ। ਇਹ ਸੋਚ ਕਿ ਤੂੰ ਕੀ ਖੱਟਿਆ, ਕੀ ਪਾਇਆ, ਕੀ ਤੂੰ ਗਵਾਇਆ। ਸੋਚੀ ਕਰੇ ਠੰਡੇ ਦਿਮਾਗ ਦੇ ਨਾਲ। ਤੂੰ ਜ਼ੀਰੋ ਹੋ ਗਿਆ, ਜ਼ੀਰੋ ਤੋਂ ਵੀ ਜ਼ੀਰੋ ਹੋ ਗਿਆ ਤੂੰ। ਜਿਸ ਬੰਦੇ ਦੀ ਇੱਜ਼ਤ ਨਾ ਹੋਵੇ ਕੋਈ, ਜਿਸ ਬੰਦੇ ਨੂੰ ਪੰਥ ਜ਼ੀਰੋ ਕਰ ਦੇਵੇ, ਪੰਥ ਦੀਆਂ ਨਜ਼ਰਾਂ ਦੇ ਵਿੱਚ ਤੂੰ ਕਹਿ ਲਈਏ ਵੀ ਮੈਂ ਅਲਫਾਜ਼ ਨਹੀਂ ਉਹ ਵਰਤਣੇ ਚਾਹੁੰਦਾ ਕਿ ਤੂੰ ਇੰਨਾ ਕੁ ਜ਼ੀਰੋ ਹੋ ਗਿਆ। ਠੀਕ ਹੈ, ਤੇ ਨਾ ਤੂੰ ਹੁਣ ਇੱਧਰ ਜੋਗਾ ਰਿਹਾ ਨਾ ਉੱਧਰ ਜੋਗਾ ਰਿਹਾ। ਵਾਪਸ ਤੂੰ ਨਹੀਂ ਆ ਸਕਦਾ ਕਿਉਂਕਿ ਤੇਰੇ ਛਿੱਤਰ ਪੈ ਜਾਣੇ, ਫਿਰ ਤੇਰੇ ਆਪਣਿਆਂ ਨਹੀਂ ਮਾਰਨੇ ਕਿ ਸਾਨੂੰ ਕਿ ਬੁੱਧੂ ਬਣਾਇਆ। ਠੀਕ ਹੈ, ਦੂਜੇ ਪਾਸੇ ਗੁਰੂ ਸਾਹਿਬ ਤੋਂ ਵੀ ਗਿਆ। ਜਿਹੜਾ ਬੰਦਾ ਆਪਣੇ ਮੂੰਹੋਂ ਇਹ ਗੱਲ ਕੱਢ ਦੇਵੇ ਕਿ ਹਾਂ ਸਾਡੇ ਗੁਰੂਆਂ ਕੋਲੋਂ ਗਲਤ ਫੈਸਲੇ ਲਏ ਗਏ ਆ, ਤੇ ਤੂੰ ਮਰ ਕਿਉਂ ਨਹੀਂ ਗਿਆ। ਗੁਰਬਾਣੀ ਤਾਂ ਕਹਿੰਦੀ ਕਿ ਗੁਰੂ ਕਦੇ ਭੁੱਲਦਾ ਨਹੀਂ, ਆਪਾਂ ਭੁੱਲਣਹਾਰ ਹੈ। ਉਹ ਭੁੱਲ ਗੁਰੂ ਕਰਤਾਰ, ਉਹ ਨਹੀਂ ਭੁੱਲਦਾ ਕਦੇ। ਉਹਨਾਂ ਨੇ ਕਿੱਦਾਂ ਗਲਤ ਫੈਸਲੇ ਕਰ ਲਏ। ਪਹਿਲਾਂ ਨੇਕੀ ਨੇ ਇਹ ਗੱਲ ਕਹੀ, ਫਿਰ ਤੂੰ ਮੋਹਰ ਲਾਈ ਇਸ ਗੱਲ ਤੇ, ਕਿਉਂਕਿ ਉਹਨਾਂ ਨੇ ਤੇਰੇ ਮੋਢੇ ਤੇ ਰੱਖ ਕੇ ਚਲਾਈ ਤੇ ਤੂੰ ਬੇਵਕੂਫ, ਤੂੰ ਰੀਅਲ ਅਸਲੀ ਬੇਵਕੂਫ ਬਣਿਆ। ਜੇ ਤੂੰ ਮਾੜੀ ਮੋਟੀ ਵੀ ਹੁਣ ਸ਼ਰਮ ਮੰਨਦਾ ਹੋਊਗਾ, ਵੈਸੇ ਮਹਾਰਾਜ ਬਖਸ਼ਣਹਾਰ ਹੈ। ਤੂੰ ਕਿਸੇ ਬੰਦੇ ਅੱਗੇ ਸਿਰ ਨਹੀਂ ਝੁਕਾਉਣਾ, ਤੂੰ ਗੁਰੂ ਗ੍ਰੰਥ ਸਾਹਿਬ ਅੱਗੇ ਸਿਰ ਝੁਕਾ ਕੇ ਮਾਫੀ ਮੰਗਣੀ। ਮੰਗ ਲੂੰਗਾ ਚੰਗਾ ਰਹੂੰਗਾ। ਗੁਰੂ ਸਾਹਿਬ ਬਖਸ਼ਣਹਾਰ ਹੈ, ਗੱਲ ਨਾਲ ਲਾ ਲੈਣੇ ਆ। ਭੁੱਲਿਆਂ ਨੂੰ ਉਹਨਾਂ ਨੇ ਗੱਲ ਨਾਲ ਲਾਇਆ, ਸੱਜਣ ਠੱਗ ਵਰਗਿਆਂ ਨੂੰ। ਠੀਕ ਹੈ, ਤੇ ਤੈਨੂੰ ਵੀ ਲਾ ਲੈਣਗੇ। ਮਾੜੀ ਮੋਟੀ ਤੇਰੀ ਇੱਜ਼ਤ ਰਹਿ ਜੂਗੀ, ਜ਼ਿੰਦਗੀ ਵਿੱਚੋਂ ਕੁਝ ਖੱਟ ਕੇ ਲੈ ਜਾਏਗਾ। ਨਹੀਂ ਤਾਂ ਆ ਜੋ ਹਸ਼ਰ ਹੋਣ ਲੱਗੇ ਹੋਏ ਨਿੰਦਕਾਂ ਦੇ। ਯਾਰ ਇਹ ਕਿਉਂ ਭੁੱਲ ਜਾਂਦੇ ਹੋ ਤੁਸੀਂ ਕਿ ਨਿੰਦਕਾਂ ਦੇ ਮੂੰਹ ਦੋਹਾਂ ਜਹਾਨਾਂ 'ਚ ਕਾਲੇ। ਮੰਨਦੇ ਹੋ ਨਾ? ਇਹ ਕਿਉਂ ਭੁੱਲ ਜਾਂਦੇ ਤੁਸੀਂ? ਨਿੰਦਕਾਂ ਦੇ ਮੂੰਹ ਕਾਲੇ ਹੀ ਹੁੰਦੇ ਆਏ ਆ। ਘੱਗੇ ਵਰਗਿਆਂ ਦੇ ਵੀ ਕਾਲੇ ਹੋਏ, ਨੇਕੀ ਦਾ ਵੀ ਕਾਲਾ ਹੋ ਗਿਆ, ਤੇਰਾ ਤਾਂ ਕਾਲਾ ਹੀ ਹੈ। ਇਹਦੇ ਜਿਹੜੇ ਤੂੰ ਇਹ ਨਿੰਦਿਆ ਕਰ ਕਰਕੇ ਦਾਗ ਲਵਾਏ ਨਾ ਚਿਹਰੇ ਤੇ, ਇਹਨਾਂ ਨੂੰ ਧੋਣ ਦਾ ਵਕਤ ਹੈ ਤੇਰੇ ਲਈ। ਹੁਣ ਮੈਂ ਅਸਲ ਦੇ ਗੱਲ ਜੇ ਤੈਨੂੰ ਮੈਂ ਦੱਸਾਂ, ਧੋ ਲੇਗਾ, ਚੰਗਾ ਰਹੇਗਾ, ਕੁਛ ਖੱਟ ਕੇ ਲੈ ਜਾਏਗਾ। ਕਿੰਨਾ ਸੋਹਣਾ ਤੂੰ ਪ੍ਰਚਾਰ ਕਰਿਆ ਕਰਦਾ ਸੀ, ਗੁਰੂ ਸਾਹਿਬ ਨਾਲ ਜੋੜਦਾ ਸੀ, ਕਿਉਂਕਿ ਸਾਖੀਆਂ ਸੁਣਾਇਆ ਕਰਦਾ ਸੀ। ਠੀਕ ਹੈ, ਤੇ ਸਾਖੀਆਂ ਦੇ ਵਿੱਚ ਪ੍ਰੇਮ ਹੁੰਦਾ, ਭਾਵਨਾ ਹੁੰਦੀ, ਵਿਸ਼ਵਾਸ ਪਰਪੱਕ ਹੁੰਦਾ ਗੁਰਸਿੱਖ ਦਾ। ਲੇਕਿਨ ਹੁਣ ਤੂੰ ਕੀ ਕਰਦਾ? ਹੁਣ ਤੂੰ ਨਿਤਨੇਮ ਤੋਂ ਵੀ ਤੋੜਤੇ। ਤੜਕੇ ਨੂੰ ਉੱਠਣ ਵਾਲੇ ਉਹ ਵੀ ਤਾਂ ਕਹਿਤਾ ਵੀ ਤੜਕੇ ਨੂੰ ਉੱਠਣ ਦਾ ਕੋਈ ਉਹ ਨਹੀਂ ਚੱਕਰ, ਨਾ ਉੱਠੋ ਭਾਵੇਂ, ਕੋਈ ਰੌਲਾ ਨਹੀਂ। ਠੀਕ ਹੈ, ਨਿਤਨੇਮ ਉਹ ਕਹਿੰਦਾ ਕੋਈ ਫਾਇਦਾ ਨਹੀਂ, ਰੱਟੇ ਮਾਰ ਕੇ, ਰੱਟੇ ਦੱਸਦਾ ਜਿਹੜਾ ਕਿ ਗੁਰੂ ਸਾਹਿਬ ਦਾ ਹੁਕਮ ਹੈ। ਨਾਸਤਿਕਤਾ ਦਾ ਪ੍ਰਚਾਰ ਤੂੰ ਕੀਤਾ ਰੱਜ ਕੇ, ਤੇ ਜਿਨ੍ਹਾਂ ਨੇ ਕਰਵਾਇਆ ਉਹ ਤੇਰੇ ਮੋਢੇ ਤੇ ਰੱਖ ਕੇ ਚਲਾ ਗਏ ਤੇ ਤੈਨੂੰ ਪਤਾ ਵੀ ਨਹੀਂ ਲੱਗਿਆ। ਜਾਂ ਤੂੰ ਕੁਝ ਇੱਦਾਂ ਦਾ ਫਸਿਆ ਹੋਇਆ ਇਹਨਾਂ ਕੋਲੇ ਕਿ ਤੂੰ ਕੋੜ ਕਿੱਲੇ ਵਾਲਾ ਕੰਮ ਹੋਇਆ ਵਾ, ਨਾ ਇੱਧਰ ਜੋਗਾ ਨਾ ਉੱਧਰ ਜੋਗਾ। ਠੀਕ ਆ, ਸੋ ਇਹ ਤੇਰੀ ਔਕਾਤ ਹੈ, ਤੇ ਇਹ ਅਪਗ੍ਰੇਡਾਂ ਦੀ ਔਕਾਤ ਹੈ। ਅੱਜ ਤੁਹਾਨੂੰ ਗੁੰਡਾਗਰਦੀ ਲੱਗਣ ਲੱਗ ਗਈ, ਫਿਰ ਤਾਂ ਤੁਹਾਨੂੰ ਕਹਿ ਲਈਏ ਜੇ ਗੱਲ ਕਰੀਏ, ਫਿਰ ਤਾਂ ਸੁੱਖਾ ਸਿੰਘ, ਮਹਿਤਾਬ ਸਿੰਘ ਵੀ ਤੁਹਾਡੇ ਲਈ ਗੁੰਡੇ ਹੋਣੇ। ਠੀਕ ਹੈ, ਤੇ ਬਾਬਾ ਦੀਪ ਸਿੰਘ ਵੀ ਤੁਹਾਡੇ ਲਈ ਗੁੰਡੇ ਹੋਣੇ, ਜਿਨ੍ਹਾਂ ਨੇ ਹਰਿਮੰਦਰ ਸਾਹਿਬ ਦਾ ਬਦਲਾ ਲਿਆ। ਠੀਕ ਹੈ, ਫਿਰ ਤਾਂ ਮੈਂ ਸਮਝਦਾ ਕਿ ਤੁਸੀਂ ਯਾਰ, ਫਿਰ ਤੁਸੀਂ ਗਾਤਰੇ ਕਿਉਂ ਪਾਏ? ਤੁਸੀਂ 1.5 ਫੁੱਟ ਦੀਆਂ ਕਿਰਪਾਨਾਂ ਕਿਉਂ ਪਾਈਆਂ? ਕੀ ਤੁਹਾਡਾ ਗੱਡਾ ਖੜਾ? ਛੱਡ ਦਿਓ ਸਿੱਖੀ ਨੂੰ, ਲੈਣਾ ਕੀ ਤੁਸੀਂ ਦੱਸੋ? ਹੈਂ, ਜੇ ਤੁਸੀਂ ਇਸ ਵਿਚਾਰਧਾਰਾ ਨਾਲ ਤੁਸੀਂ ਨਹੀਂ ਚੱਲ ਸਕਦੇ, ਤੁਹਾਡੀਆਂ ਲੱਤਾਂ ਨਹੀਂ ਭਾਰ ਚੱਲਦੀਆਂ, ਤਾਂ ਫਿਰ ਬਾਈ ਜੀ ਤੁਹਾਡੇ 'ਚ ਡੰਡਾ ਦਿੱਤਾ ਵਾ ਕਿਸੇ ਨੇ, ਤੁਹਾਡੇ ਢੂਏ 'ਚ, ਕਿ ਤੁਸੀਂ ਸਿੱਖੀ ਧਾਰਨ ਕਰੋ ਜਾਂ ਤੁਸੀਂ ਗਾਤਰੇ ਪਾਓ।
ਕੀ ਲੋੜ ਹੈ ਦੱਸੋ? ਪਤਾ ਕੀ ਚੱਕਰ ਆ? ਕਿਉਂਕਿ ਸਿੱਖ ਹੈ ਨਾ ਜਿਹੜੇ ਸਿੱਖ ਦਿਆਲੂ ਆ ਤੇ ਭੋਲੇ ਭਾਲੇ ਵੀ ਆ। ਮੈਂ ਜਿਹੜੀ ਗੱਲ ਕਹੂੰਗਾ, ਤੇ ਤੇਰੇ ਮਗਰ ਜਿਹੜੇ ਲੱਗੇ ਹੋਏ ਆ, ਤੂੰ ਉਹਨਾਂ ਦੇ ਪੈਸੇ ਖਾਨਾ। ਸਿੱਖੀ ਇਸ ਲਈ ਤੈਨੂੰ ਧਾਰਨ ਕਰਨੀ ਪੈ ਰਹੀ ਹੈ ਕਿਉਂਕਿ ਜੇ ਤੂੰ ਇਹ ਵੀ ਛੱਡਤਾ ਫਿਰ ਤੈਨੂੰ ਰੁਪਈਆ ਨਹੀਂ ਮਿਲਣਾ। ਸੱਚਾਈ ਹੈ ਇਹ ਤੋਂ ਮੁਨਕਰ ਨਹੀਂ ਤੂੰ ਹੋ ਸਕਦਾ। ਤੂੰ ਇਹ ਤੋਂ ਉੱਪਰੋਂ ਮੁਨਕਰ ਹੋ ਜਾਊਗਾ, ਲੇਕਿਨ ਆਤਮਾ ਨੂੰ ਕੀ ਜਵਾਬ ਦੇਵੇਗਾ? ਆਪਣੇ ਆਪ ਤੋਂ ਕਿਵੇਂ ਮੁਨਕਰ ਹੋਊਗਾ ਹੈ? ਸੋ ਆਪਣੇ ਆਪ ਤੋਂ ਝੂਠ ਨਹੀਂ ਬੋਲ ਹੋਣਾ। ਸਿੱਖੀ ਤੂੰ ਤਾਂ ਨਹੀਂ ਛੱਡਦਾ ਕਿਉਂਕਿ ਫਿਰ ਤੇਰੇ ਕੋਲ ਰੁਪਈਆ ਨਹੀਂ ਆਉਣਾ ਭਾਈ। ਹੁਣ ਤਾਂ ਲੋਕ ਤੈਨੂੰ ਭੇਟਾ ਦਿੰਦੇ, ਪੈਸੇ ਦਿੰਦੇ, ਡਾਲਰ ਦਿੰਦੇ, ਯੂਰੋ ਦਿੰਦੇ। ਤੇਰੇ ਜਿਹੜੇ ਭਗਤ ਨੇ ਬਣੇ ਹੋਏ ਉਹ ਤੇਰੇ ਭਗਤ ਨੇ, ਗੁਰੂ ਸਾਹਿਬ ਦੇ ਨਹੀਂ ਹੈਗੇ। ਉਹ ਇਹ ਭੁਲੇਖਾ ਕੱਢਦੇ ਜਿਹੜੇ ਬੰਦੇ ਨੂੰ ਫੋਲੋ ਕਰਦੇ ਆ, ਇਹਨਾਂ ਨੂੰ ਅਪਗ੍ਰੇਡਾਂ ਨੂੰ। ਤੁਸੀਂ ਗੁਰੂ ਸਾਹਿਬ ਦੇ ਨਹੀਂ ਹੈਗੇ, ਤੁਸੀਂ ਇਹਨਾਂ ਦੇ ਫੋਲੋਵਰ ਆ, ਤੁਸੀਂ ਇਹਨਾਂ ਦੇ ਸਿੱਖ ਹੈ, ਨਾ ਕਿ ਗੁਰੂ ਸਾਹਿਬ ਦੇ। ਕਿਉਂਕਿ ਗੁਰੂ ਸਾਹਿਬ ਦਾ ਸਿਧਾਂਤ ਤਾਂ ਇਹ ਕਹਿੰਦਾ ਭਾਈ ਅੰਮ੍ਰਿਤ ਵੇਲਾ ਸਾਂਭ, ਗੁਰਬਾਣੀ ਪੜ੍ਹ, ਨਿਤਨੇਮ ਕਰ ਪੰਜਾਂ ਬਾਣੀਆਂ ਦਾ, ਠੀਕ ਹੈ, ਬਾਣਾ ਪਾ, ਕਿਰਤ ਕਰ, ਵੰਡ ਕੇ ਛਕ। ਤੇ ਇਹਨਾਂ ਵਿੱਚੋਂ ਤੇਰੇ ਵਿੱਚ ਕੋਈ ਵੀ ਗੁਣ ਨਹੀਂ। ਆਪ ਤਾਂ ਤੂੰ ਡੁੱਬਿਆ ਹੀ ਹੈ, ਆਪ ਤਾਂ ਤੂੰ ਡੁੱਬਿਆ ਹੀ ਹੈ, ਤੇ ਤੂੰ ਆਪਣੇ ਨਾਲ ਤੇ ਜਿਹੜੇ ਤੇਰੇ ਫੋਲੋਵਰ ਹੈ ਉਹਨਾਂ ਨੂੰ ਵੀ ਲੈ ਡੁੱਬਿਆ। ਤੂੰ ਆਪ ਨਿਤਨੇਮ ਤਾਂ ਛੱਡਿਆ ਹੀ ਹੈ, ਬਾਕੀਆਂ ਦਾ ਵੀ ਛਡਾ ਦਿੱਤਾ। ਸੋ ਇਹਨੂੰ ਤੋੜਨਾ ਕਹਿੰਦੇ ਗੁਰੂ ਸਾਹਿਬ ਨਾਲ, ਜੋੜਨਾ ਨਹੀਂ ਕਹਿੰਦੇ। ਸੋ ਇਹ ਤੇਰੀਆਂ ਕਰਤੂਤਾਂ ਨੇ। ਫਿਰ ਜਦੋਂ ਕਹਿ ਲਈਏ ਵੀ ਤੁਹਾਡੀ ਜ਼ਬਾਨ ਹੈ ਜਿਹੜੀ, ਇਹ ਜ਼ਬਾਨ ਦੀ ਖੱਟੀ ਤੁਸੀਂ ਖਾਧੀ ਹੈ ਤੇ ਖਾਂਦੇ ਹੋ, ਠੀਕ ਹੈ। ਕਿਉਂਕਿ ਪ੍ਰਚਾਰਕ ਹੋਰ ਵੀ ਨੇ। ਭਾਈ ਪਿੰਦਰਪਾਲ ਜੀ ਕਿੰਨਾ ਸੋਹਣਾ ਪ੍ਰਚਾਰ ਕਰਦੇ, ਭਾਈ ਪਿੰਦਰਪਾਲ ਸਿੰਘ ਜੀ, ਠੀਕ ਆ। ਤੇ ਉਹਨਾਂ ਨੂੰ ਨਹੀਂ ਕਿਸੇ ਨੇ ਕੁਝ ਕਹਿ ਦਿੱਤਾ, ਤੇ ਤੁਸੀਂ ਉਹਨਾਂ ਦਾ ਵੀ ਰੱਜ ਕੇ ਮਜ਼ਾਕ ਉਡਾਇਆ। ਤੇ ਅੱਜ ਤੁਹਾਡਾ ਜੋ ਹਸ਼ਰ ਹੈ ਉਹ ਦੇਖਣ ਯੋਗ ਹੈ। ਕਿਉਂਕਿ ਭਾਈ ਪਿੰਦਰਪਾਲ ਜੀ ਨੇ, ਉਹ ਗੁਰੂ ਦੇ ਸਿੱਖ ਨੇ, ਉਹ ਨਿਮਰਤਾ ਵਾਲੇ, ਠੀਕ ਹੈ। ਉਹਨਾਂ ਨੇ ਫਿਰ ਵੀ ਤੁਹਾਨੂੰ ਜਵਾਬ ਨਹੀਂ ਦਿੱਤਾ ਹੈਗਾ, ਕੁਝ ਨਹੀਂ ਕਿਹਾ ਤੁਹਾਨੂੰ ਉਹਨਾਂ ਨੇ, ਕਿਉਂਕਿ ਉਹਨਾਂ ਨੂੰ ਪਤਾ ਤੁਹਾਡਾ ਕਿ ਤੁਹਾਡੀ ਔਕਾਤ ਖੂਹ ਦੇ ਡੱਡੂ ਵਾਲੀ ਹੈ ਤੇ ਤੁਸੀਂ ਓਨੇ, ਠੀਕ ਆ। ਤੇ ਤੂੰ ਚੰਗੀਆਂ ਚੰਗੀਆਂ ਸ਼ਖਸੀਅਤਾਂ ਜਿਹੜੀਆਂ ਪੰਥ ਦੀਆਂ, ਉਹਨਾਂ ਨੂੰ ਵੀ ਕਹਿ ਲਈਏ ਵੀ ਕਿੰਨੇ ਕੁ ਭੈੜੇ ਅਲਫਾਜ਼ ਤੂੰ ਵਰਤੇ ਆ, ਯਾਦ ਕਰ, ਠੀਕ ਆ। ਤੇ ਉਹਨਾਂ ਦੀ ਤੂੰ ਖੱਟੀ ਖਾ ਰਿਹਾ ਅੱਜ, ਤੈਨੂੰ ਸੁਣਨ ਵਾਲੇ ਵੀ ਬਹੁਤ ਘੱਟ ਰਹੇ ਗਏ, ਤੇ ਤੂੰ ਇਕੱਲਾ ਰਹਿ ਜਾਣਾ ਇੱਕ ਨਾ ਇੱਕ ਦਿਨ। ਮੈਂ ਇੱਥੇ ਹੀ ਦਿਖਾਊਂਗਾ ਤੈਨੂੰ, ਜੇ ਜਿੰਨੇ ਵੀਰ ਸੁਣਦੇ ਆ ਇਹ ਤਾਂ ਤੁਸੀਂ ਨੋਟ ਕਰੇ ਲਿਆ ਕਿ ਉਸ ਬੰਦੇ ਦੀ ਕਿੰਨੀ ਕੁ ਗਿਰਾਵਟ ਆਈ ਹੈ ਸੁਣਨ ਵਾਲਿਆਂ ਦੇ ਵਿੱਚ ਤੇ ਚਾਹੁਣ ਵਾਲਿਆਂ ਦੇ ਵਿੱਚ। ਤੇ ਆਹ ਧਰਨੇ ਦੇ ਖਿਲਾਫ ਜਦੋਂ ਬੋਲਿਆ, ਧਰਨੇ ਦੇ ਬਾਰੇ ਵੀ ਜਦੋਂ ਇਹ ਬੋਲਿਆ, ਉਦੋਂ ਤਾਂ ਕਹਿ ਲਈਏ ਵੀ ਲੋਕਾਂ ਨੇ ਛਿੱਤਰ ਹੋਰ ਜ਼ਿਆਦਾ ਮਾਰੇ, ਠੀਕ ਆ। ਤੇ ਇਹਨਾਂ ਗੱਲਾਂ ਕਰਕੇ ਤੂੰ ਅੱਜ 0 ਦਾ 0 ਹੋ ਗਿਆ। ਜੇ ਕੋਈ ਗੱਲ ਜਿਹੜੀਆਂ ਆਪਾਂ ਨੇ ਕੀਤੀਆਂ ਕਿਸੇ ਨੂੰ ਕੋਈ ਸ਼ੱਕ ਹੈ ਤਾਂ ਇੱਥੇ ਕਮੈਂਟ ਕਰਕੇ ਦੱਸ ਦਿਓ ਕਿ ਗੱਲਾਂ ਦੇ ਵਿੱਚ ਕੋਈ ਗਲਤ ਗੱਲ ਬੋਲੀ ਹੋਵੇ। ਜੋ ਜੋ ਇਹਨਾਂ ਨੇ ਖੱਟੀਆਂ ਖਾਧੀਆਂ, ਜੋ ਜੋ ਇਹਨਾਂ ਨੇ ਕਰਤੂਤਾਂ ਕੀਤੀਆਂ, ਮੈਂ ਸਭ ਤੁਹਾਨੂੰ ਦੱਸ ਕੇ ਉਹਨਾਂ ਦੇ ਜਵਾਬ ਮੈਂ ਦਿੱਤੇ ਕਿ ਇਹ ਬੰਦੇ ਗੁਰੂ ਦੇ ਨਹੀਂ ਹੈਗੇ, ਇਹ ਗੁਰੂ ਵਾਲੇ ਨਹੀਂ ਹੈ। ਇਹਨਾਂ ਨੂੰ ਜਿਹੜੇ ਬੰਦੇ, ਇੱਕ ਗੱਲ ਹੋਰ ਵੀ ਹੈ, ਅੱਜ ਅਸਲ ਦੇ ਵਿੱਚ ਨਾ ਕਈ ਬੰਦੇ ਇਹ ਕਹਿ ਦਿੰਦੇ ਕਿ ਯਾਰ ਆਪਸ ਵਿੱਚ ਨਾ ਲੜੋ, ਆਪਸ ਵਿੱਚ। ਮੈਂ ਹੈਰਾਨ ਮੰਨਦਾ ਉਹਨਾਂ ਵੀਰਾਂ ਨੂੰ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਭਾਈ ਇਹਨਾਂ ਨੂੰ ਤੁਸੀਂ ਆਪਸ ਵਿੱਚ, ਇਹਨਾਂ ਨੂੰ ਸਿੱਖ ਕਿਉਂ ਸਮਝਦੇ ਹੋ ਤੁਸੀਂ? ਕਿਹੜੇ ਪਾਸਿਓਂ ਇਹ ਸਿੱਖ ਨੇ ਇਹਦਾ ਦੱਸ ਦਿਓ। ਇਹ ਆਪਸੀ ਵਾਲਾ ਕੰਮ ਗਿਆ ਕਿ ਆਪਸ ਵਿੱਚ ਲੜਦੇ ਆ? ਆਪਸ ਵਿੱਚ ਨਹੀਂ ਲੜਦੇ ਹੈਗੇ। ਇਹ ਬੰਦੇ ਸਿੱਖ ਨਹੀਂ, ਇਹ ਦੁਸ਼ਮਣ ਹੈ ਸਿੱਖੀ ਦੇ, ਠੀਕ ਆ। ਜਿਹੜੇ ਖਾਂਦੇ ਵੀ ਸਿੱਖੀ ਦਾ ਹੈ, ਤੇ ਫਿਰ ਜਿਹੜੇ ਉਸ ਇਤਿਹਾਸ ਨੂੰ ਸੁਣਾ ਕੇ ਇਹਨਾਂ ਨੇ ਕੋਠੀਆਂ ਪਾਈਆਂ, ਲੋਕਾਂ ਕੋਲੋਂ ਪੈਸੇ ਇਕੱਠੇ ਕੀਤੇ, ਜਿਸ ਇਤਿਹਾਸ ਨੂੰ ਸੁਣਾ ਕੇ, ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਇਤਿਹਾਸ ਨੂੰ ਸੁਣਾ ਕੇ ਇਹਨਾਂ ਲੋਕਾਂ ਨੇ ਐਡੇ ਐਡੇ ਮਹਿਲ ਖੜੇ ਕਰ ਲਏ, ਪਰਮੇਸ਼ਰ ਦੁਆਰ ਖੜਾ ਕਰ ਲਿਆ। ਅੱਜ ਉਸਦੇ ਇਤਿਹਾਸ ਨੂੰ ਇਹ ਕੈਂਚੀ ਲੈ ਕੇ ਵੱਢਣ ਲੱਗੇ ਹੋਏ ਆ। ਤੇ ਫਿਰ ਤੁਸੀਂ ਦੱਸੋ ਕਿ ਕਿੱਧਰਲੇ ਪਾਸਿਓਂ ਸਿੱਖ ਨੇ ਇਹ ਸਿੱਖ ਨਹੀਂ ਹੈਗੇ।
ਸਿੱਖੀ ਤੇ ਦੂਰ ਦੂਰ ਵੀ ਨਹੀਂ ਕਿਤੇ। ਉਹ ਗੁਰੂ ਸਾਹਿਬ ਨੂੰ ਜਿਹੜੇ ਬੰਦੇ ਗਲਤ ਬੋਲ ਸਕਦੇ ਆ, ਉਹ ਸਿੱਖੀ ਦਾ ਕੀ ਲੱਗਦੇ ਹੋ? ਸਿੱਖੀ ਦੇ ਦੱਸੋ। ਸੋ ਇਹਨਾਂ ਬੰਦਿਆਂ ਨੂੰ ਮੈਂ ਅੰਤ ਦੇ ਵਿੱਚ ਇਹੀ ਕਹੂੰਗਾ ਕਿ ਸ਼ਰਮ ਕਰੋ, ਹਯਾ ਕਰੋ ਮੜੀ। ਜਵਾਬ ਦੇਣਾ ਗੁਰੂ ਸਾਹਿਬ ਨੂੰ। ਕਿਤੇ ਤੁਹਾਡੇ ਇਹ ਨਾ ਸਮਝੋ ਕਿ ਬਸ ਇਹੀ ਇੱਥੇ ਹੀ ਐਂਡ ਹੋ ਜਾਣਾ। ਕੱਲੀ ਕੱਲੀ ਗੱਲ ਦਾ ਹਿਸਾਬ ਤੁਹਾਨੂੰ ਦੇਣਾ ਪੈਣਾ। ਕੱਲੀ ਕੱਲੀ ਗੱਲ ਦਾ ਤੁਹਾਨੂੰ ਹਿਸਾਬ ਦੇਣਾ ਪੈਣਾ। ਸ਼ੁਰੂ ਹੋ ਗਿਆ ਕੰਮ ਹਿਸਾਬ ਦੇਣੇ ਵਾਲਾ। ਭਾਈ ਸਾਹਿਬ ਰਣਜੀਤ ਸਿੰਘ ਜੀ, ਯਾਦ ਰੱਖਿਓ ਮੇਰੀ ਗੱਲ। ਤੁਸੀਂ ਇਕੱਲੇ ਰਹਿ ਗਏ, ਇਕੱਲੇ ਹੀ ਤੁਸੀਂ, ਬਿਲਕੁਲ ਇਕੱਲੇ ਰਹਿਣਾ ਤੁਸੀਂ। ਹਲੇ ਤਾਂ ਇਹ ਸ਼ੁਰੂਆਤਾਂ ਹੋਈਆਂ ਹਜੇ, ਠੀਕ ਹੈ। ਤੇ ਤੁਸੀਂ ਘਸੁੰਨ ਦੇ ਰੋਣਾ ਅੱਖਾਂ 'ਚ, ਗੱਲ ਯਾਦ ਰੱਖਿਓ, ਠੀਕ ਆ। ਇਹ ਸਿੱਖ ਪੰਥ ਹੈ, ਇਹ ਉੱਪਰ ਵੀ ਚੜਾ ਦਿੰਦਾ, ਮਿੰਟ ਮਾ ਥੱਲੇ ਵੀ ਤਾਰ ਦਿੰਦਾ। ਸੋ ਇਹਦੀ ਇੱਕ ਹੁਣ ਮੈਂ ਹੋਰ ਗੱਲ ਕਰ ਲਵਾਂ ਕਿ ਘੱਗੇ ਦੀ ਕੁੜੀ, ਉਹ ਵੀ ਬਹੁਤ ਜ਼ਿਆਦਾ ਆਪਣੇ ਆਪ ਨੂੰ ਬਹੁਤ ਸਕਾਲਰ ਸਮਝਦੀ ਹੈ, ਬਹੁਤ ਜ਼ਿਆਦਾ ਆਪਣੇ ਆਪ ਨੂੰ ਕਹਿੰਦੀ ਕਿ ਮੈਂ ਪਤਾ ਨਹੀਂ ਕੀ ਹਾਂ ਸਿੱਖ ਪੰਥ ਦੀ। ਬਹੁਤ ਜ਼ਿਆਦਾ ਆਪਣੇ ਆਪ ਨੂੰ ਇੱਦਾਂ ਸਮਝਦੇ ਕਿ ਅਸੀਂ ਪਤਾ ਨਹੀਂ ਬਿਲ ਕਲਿੰਟਨ ਦੇ ਹੀ ਰਿਸ਼ਤੇਦਾਰ ਹੈ। ਦੱਸੋ ਹੈਂ ਬਾਬਾ ਜੀ ਗੁਰਚਰਨ ਸਿੰਘ ਜੀ, ਬਿਲਕੁਲ। ਜੇ ਹਿੰਦੂ ਧਰਮ ਦੀ ਆਪਾਂ ਗੱਲ ਕਰੀਏ, ਜਿਨ੍ਹਾਂ ਨੂੰ ਇਹ ਬੰਦੇ ਮਿਥਿਹਾਸ ਕਹੀ ਜਾਂਦੇ ਕਿ ਉਹਦਾ ਕੋਈ ਇਤਿਹਾਸ ਨਹੀਂ, ਫਲਾਣਾ ਧਮਕਾ, ਜਦ ਕਿ ਸਭ ਤੋਂ ਪੁਰਾਣਾ ਧਰਮ ਹੈ ਉਹ ਹਿੰਦੂ, ਸਨਾਤਨ ਧਰਮ, ਠੀਕ ਹੈ। ਸਨਾਤਨ ਧਰਮ ਕਹਿ ਸਕਦੇ ਆਪਾਂ ਉਹਨੂੰ, ਹਿੰਦੂ ਨਹੀਂ ਕਹਿ ਸਕਦੇ। ਉਹ ਬੰਦਿਆਂ ਨੇ ਅੱਜ ਤੱਕ ਤਰਕ ਨਹੀਂ ਕੀਤਾ। ਸੱਚੇ ਹਿੰਦੂ ਨੇ ਅੱਜ ਤੱਕ ਕਿਸੇ ਚੀਜ਼ 'ਤੇ ਤਰਕ ਨਹੀਂ ਕੀਤਾ ਹੈ ਕਿ ਹਾਂ ਇੱਦਾਂ ਹੋ ਗਿਆ, ਉੱਦਾਂ ਹੋ ਗਿਆ। ਮੰਨਦੇ ਸਾਰਾ ਕੁਝ ਕਿ ਹਾਂ ਬਾਈ ਇੱਦਾਂ ਹੋਇਆ ਤਾਂ ਹੋਇਆ। ਯਾਰ ਇਹ ਬੰਦੇ ਜਿਨ੍ਹਾਂ ਗੋਰਿਆਂ ਦੀਆਂ ਉਦਾਹਰਨਾਂ ਦਿੰਦੇ ਆ, ਇਹ ਨਾ ਯਾਰ ਹੁਣ ਮੈਂ ਮੇਰੇ ਮੂੰਹ ਤੋਂ ਕੋਈ ਨਿਕਲ ਜਾਣਾ ਸੀ। ਜਿਹੜੇ ਬੰਦੇ ਆ ਗੋਰਿਆਂ ਦੀਆਂ ਉਦਾਹਰਨਾਂ ਦਿੰਦੇ ਕਿ ਦੁਨੀਆ ਕਿੱਥੇ ਪਹੁੰਚ ਗਈ, ਸਾਡੇ ਵਾਲੇ ਇੱਦਾਂ ਫਲਾਣਾ ਕਰ ਲੈ, ਧਮਕਾ ਕਰ ਲੈ, ਤਾਂ ਮੈਨੂੰ ਇਹ ਦੱਸੋ, ਈਸਾਈ ਮੱਤ ਵਾਲਿਆਂ ਦਾ ਜੋ ਇਤਿਹਾਸ ਹੈ ਉਹਨੂੰ ਕਦੇ ਪੜ੍ਹ ਕੇ ਦੇਖਿਓ। ਕਿੰਨੀਆਂ ਕਰਾਮਾਤਾਂ ਉਹਨਾਂ ਨੇ ਕੀਤੀਆਂ, ਕਿਸੇ ਤੇ ਉਂਗਲ ਨਹੀਂ ਚੱਕੀ ਉਹਨਾਂ ਨੇ ਅੱਜ ਤੱਕ। ਯੀਸ਼ੂ ਮਸੀਹ ਨੂੰ, ਠੀਕ ਹੈ, ਜਿਹੜੀ ਉਹਦੀ ਮਾਤਾ ਜੀ ਸੀ ਮਰੀਅਮ, ਉਹ ਕੁਆਰੀ ਮਾਂ ਬਣੀ ਸੀ। ਹੋ ਸਕਦਾ ਇੱਦਾਂ? ਪਰ ਉਹ ਮੰਨਦੇ ਆ ਕਿਸੇ ਨੇ ਉਂਗਲ ਨਹੀਂ ਚੱਕੀ ਤੇ ਨਾ ਚੱਕਣ ਦਿੰਦੇ ਆਪਣੇ ਬੰਦੇ ਨੂੰ। ਤੇ ਤੁਸੀਂ ਲਾਹਨਤੀਓ ਗੁਰੂ ਨਾਨਕ ਪਾਤਸ਼ਾਹ ਜੀ ਦੀ, ਠੀਕ ਆ, ਉਸ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਜੋ ਉਹਨਾਂ ਨੇ ਕੌਤਕ ਕੀਤੇ, ਉਹਨਾਂ ਨੂੰ ਤੁਸੀਂ ਰੱਜ ਕੇ ਭੰਡਿਆ। ਕਿੱਥੇ ਦੇਣਾ ਦਓਗੇ ਤੁਸੀਂ ਗੁਰੂ ਸਾਹਿਬਾਂ ਦੀ ਭੰਡੀ ਕਰੀ, ਇਤਿਹਾਸ ਦੀ ਭੰਡੀ ਕਰੀ, ਤੇ ਅੱਜ ਤੁਹਾਡੀ ਭੰਡੀ ਹੋ ਰਹੀ ਹੈ ਤੇ ਤੁਹਾਡੇ ਛਿੱਤਰ ਵੀ ਪੈ ਰਹੇ ਤੇ ਤੁਸੀਂ ਅੱਜ ਦੁਹਾਈਆਂ ਦੇ ਰਹੇ। ਠੀਕ ਹੈ, ਹੁਣ ਘੱਗਾ ਦੁਹਾਈ ਦੇਣ ਲੱਗਿਆ ਹੋਇਆ ਕਿ ਹਾਏ ਹਾਏ ਨੇਕੀ ਨੂੰ ਕਾਹਤੇ ਕੁੱਟਦਾ ਹੈ। ਹੁਣ ਢੱਡਰੀਆਂ ਵਾਲਾ ਵੀ ਕਹਿੰਦਾ ਫਲਾਣੇ ਤੇ ਹਮਲਾ ਨਹੀਂ ਹੋਇਆ, ਧਮਕੇ ਤੇ ਹਮਲਾ ਨਹੀਂ ਹੋਇਆ, ਸਾਡੇ ਤੇ ਹਮਲੇ ਹੋ ਗਏ। ਤੁਸੀਂ ਜੁੱਤੀਆਂ ਖਾਣ ਦੇ ਲਾਇਕ ਹੋ ਤੁਸੀਂ, ਤਾਂ ਵਜੇ ਤੁਹਾਡੇ ਬਾਦੀਆਂ ਜੁੱਤੀਆਂ, ਠੀਕ ਆ। ਤੇ ਜਿਸ ਜਰਨੈਲ ਸੀ ਭਿੰਡਰਾਂ ਵਾਲਿਆਂ ਨੂੰ ਤੁਸੀਂ ਭੰਡਣ ਦੀ ਕੋਸ਼ਿਸ਼ ਕੀਤੀ, ਚੰਦਪੁਰ ਨੂੰ ਥੁੱਕਣ ਦੀ ਤੁਸੀਂ ਨਾਕਾਮ ਕੋਸ਼ਿਸ਼ ਕੀਤੀ ਆ, ਉਹ ਉਹਨਾਂ ਦੀਆਂ ਯਾਦਗਾਰਾਂ ਤਾਂ ਹਰਿਮੰਦਰ ਸਾਹਿਬ ਬਣ ਗਈਆਂ ਤੇ ਤੁਹਾਡੇ ਸਵੇਰੇ ਉੱਠ ਕੇ ਲੋਕ ਛੇਤਰ ਮਾਰਦੇ। ਸੋ ਇੰਨਾ ਕਿ ਫਰਕ ਸਮਝ ਲਿਆ ਕਰੋ ਮਾੜਾ ਮੋਟਾ ਕਿ ਤੁਹਾਡੇ ਤੇ ਉਹਨਾਂ ਵਿੱਚ ਕੀ ਫਰਕ ਹੈ, ਠੀਕ ਆ। ਸੋ ਇਹ ਤੁਹਾਡੀ ਔਕਾਤ ਹੈ। ਹੁਣ ਇਹਦੀ ਕੁੜੀ ਘੱਗੇ ਦੀ ਨਵੀਂ ਕੌਰ, ਸੁਣੋ ਇਹਨੂੰ, ਬਹੁਤ ਵੱਡੀ ਪੜਾਕਣ ਜਿਕਣਾ ਹੋਵੇ, ਸਮਝ ਨਹੀਂ ਲੱਗਦੀ ਨਾ ਚਵਲਾਂ ਨੂੰ ਕਿਹਨੇ ਕਿਤਾਬਾਂ ਫੜਾਤੀਆਂ ਜਾਂ ਕਿਹਨੇ ਇਹਨਾਂ ਨੂੰ ਕਲਮਾਂ ਦੇਤੀਆਂ, ਕਿਹਨੇ ਇਹਨਾਂ ਦੇ ਹੱਥਾਂ 'ਚ ਫੋਨ ਫੜਾਤੇ। ਇਹ ਕਹਿੰਦੀ ਜਿਹੜੀ ਕੌਮ ਦੇ ਰਾਗੀ ਢਾਡੀ ਬੁਲਾਰੇ ਇਹ ਕਹਿੰਦੇ ਨਹੀਂ ਥੱਕਦੇ ਕਿ ਅਸੀਂ ਕਿਸੇ ਨਿਹੱਥੇ 'ਤੇ ਵਾਰ ਨਹੀਂ ਕਰਦੇ, ਕਦੀ ਕਿਸੇ ਦੀ ਪਿੱਠ 'ਤੇ ਵਾਰ ਨਹੀਂ ਕਰਦੇ, ਸਾਡੇ ਜਿਹੇ ਅਸੂਲ ਪ੍ਰਸਤ ਦੁਨੀਆ 'ਤੇ ਹੋਰ ਹੈ ਹੀ ਨਹੀਂ। ਜਿਹੜੀ ਕੌਮ ਦੇ ਬਾਨੀ ਨੇ ਡਿਕਟੇਟਰਸ਼ਿਪ ਦੇ ਸਮੇਂ ਅੰਦਰ ਵਿਚਾਰ ਕਰਕੇ ਫੈਸਲੇ ਲੈਣ ਨੂੰ ਤਰਜੀਹ ਦਿੱਤੀ, ਜਿਹੜੀ ਕੌਮ ਅੰਦਰ ਗਿਆਨ ਦੀ ਕਦਰ ਕਰਨੀ ਸਦੀਆਂ ਤੋਂ ਸਿਖਾਈ ਜਾ ਰਹੀ ਹੈ, ਮਾਨਵਤਾ ਦਾ ਪਾਠ ਪੜ੍ਹਾਇਆ ਜਾ ਰਿਹਾ, ਜਿਸ ਕੌਮ ਦੇ ਪੂਜਣਯੋਗ ਗ੍ਰੰਥ ਅੰਦਰ ਬਾਬਾ ਕਬੀਰ ਜੀ, ਬਾਬਾ ਰਵਿਦਾਸ ਜੀ ਨੂੰ ਉਸ ਸਮੇਂ ਦੇ ਵਿਗੜੇ ਹੋਏ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਢਾਂਚੇ ਦੇ ਪ੍ਰਿਛਣ ਚੰਨ ਲਾਉਣ ਕਰਕੇ ਆਦਰਯੋਗ ਸਥਾਨ ਦਿੱਤਾ ਗਿਆ। ਆਪਾਂ ਸਾਰੇ ਜਾਣਦੇ ਹਾਂ ਕਿ ਵੱਖਰੀ ਸੋਚ ਦੇ ਕਾਰਨ ਭਗਤ ਸਾਹਿਬਾਨ ਨੂੰ ਬੜੇ ਕਸ਼ਟ ਝੱਲਣੇ ਪਏ। ਗੁਰੂ ਸਾਹਿਬਾਨ ਦੀਆਂ ਸ਼ਹਾਦਤਾਂ ਵੀ ਕ੍ਰਾਂਤੀਕਾਰੀ ਵਿਚਾਰਾਂ ਦੇ ਕਾਰਨ ਹੀ ਸਨ।
ਮਤਲਬ ਕਿ ਕਹਿੰਦੀ ਹੈ ਕਿ ਅਸੀਂ ਵੀ ਉਹੀ ਕਸ਼ਟ ਝੱਲ ਰਹੇ ਜੋ ਗੁਰੂਆਂ ਨੇ ਝੱਲੇ। ਸੋ ਮਾਰ ਲਫੇੜੇ ਤੁਹਾਡਾ ਪਹਿਲਾਂ ਤਾਂ ਕੁੱਟਿਆ ਮੂੰਹ। ਅਸਲ ਦੇ ਵਿੱਚ ਗੁਰੂ ਸਾਹਿਬ ਨੇ ਤੇ ਉਹਨਾਂ ਭਗਤ ਸਾਹਿਬਾਨਾਂ ਨੇ ਜੋ ਉਸ ਸਮੇਂ ਦੇ ਬ੍ਰਾਹਮਣ ਲੁੱਟਦੇ ਸੀ ਲੋਕਾਂ ਨੂੰ ਝੂਠੀਆਂ ਗੱਲਾਂ ਕਰ ਕਰਕੇ, ਉਹਨਾਂ ਤੇ ਪ੍ਰਸ਼ਨ ਚੈਨਲ ਆਇਆ ਤੇ ਆਪਣੇ ਗ੍ਰੰਥ ਰਚੇ, ਲੋਕਾਂ ਨੂੰ ਸਿੱਧੇ ਰਾਹ ਪਾਇਆ। ਤੇ ਤੁਸੀਂ ਕੀ ਕਰਦੇ ਹੋ? ਤੁਸੀਂ ਜੋ ਗ੍ਰੰਥ ਰਚੇ ਗੁਰੂ ਸਾਹਿਬਾਂ ਨੇ ਉਹਨਾਂ ਦੇ ਆਪਣੀ ਮਰਜ਼ੀ ਮੁਤਾਬਕ ਤੋੜ ਮਰੋੜ ਕੇ ਤਾਂ ਅਰਥ ਕਰਦੇ ਹੋ, ਫਿਰ ਇਤਿਹਾਸ ਨੂੰ ਭੰਡੀ ਕਰਦੇ ਹੋ ਇਤਿਹਾਸ ਦੀ। ਠੀਕ ਹੈ। ਤੇ ਫਿਰ ਜਦੋਂ ਤੁਹਾਡੇ ਛਿੱਤਰ ਫਿਰਦਾ ਫਿਰ ਤੁਸੀਂ ਹੁਣ ਕਹਿਣ ਲੱਗ ਪਏ ਕਿ ਗੁਰੂ ਸਾਹਿਬ ਨੇ ਵੀ ਕਸ਼ਟ ਝੱਲੇ, ਅਸੀਂ ਵੀ ਉਹੀ ਕਸ਼ਟ ਝੱਲਦੇ। ਉਹ ਬੁੱਧੂਓ, ਗੁਰੂ ਸਾਹਿਬਾਂ ਨੇ ਜੇ ਕਸ਼ਟ ਝੱਲੇ ਆ ਤਾਂ ਜੰਗਾਂ ਵੀ ਲੜੀਆਂ, ਤੁਸੀਂ ਕਿਉਂ ਨਹੀਂ ਲੜਦੇ? ਤੁਸੀਂ ਕਿਉਂ 3600 ਬਾਡੀਗਾਰਡ ਰੱਖਿਆ? ਤੇ ਕਿਹੜੇ ਗੁਰੂ ਸਾਹਿਬ ਨੇ ਬਾਡੀਗਾਰਡ ਰੱਖੇ ਸੀ ਕਿਰਾਏ ਤੇ? ਦੱਸ ਦਿਓ। ਸ਼ਰਮ ਕਰੋ ਮਾੜੀ ਮੋਟੀ, ਆਪਣੇ ਆਪ ਨੂੰ ਉਹਨਾਂ ਦੇ ਬਰਾਬਰ ਨਾ ਤੋਲੋ। ਠੀਕ ਹੈ। ਤੁਸੀਂ ਯਾਰ ਗੰਦੀ ਨਾਲੀ ਦੇ ਕੀੜੇ ਤੁਸੀਂ ਹੈ। ਕਹਿ ਦੱਸ ਕੀ ਰਹੇ? ਕਹਿੰਦੇ ਕਿ ਅਸੀਂ ਵੀ ਉਦਾਂ ਹੀ ਕਸ਼ਟ ਝੱਲ ਰਹੇ ਹਾਂ ਜਿਵੇਂ ਗੁਰੂ ਸਾਹਿਬਾਂ ਨੇ ਝੱਲੇ ਸੀ, ਕਿਉਂਕਿ ਗੁਰੂ ਧਰ ਦੀ ਵੱਖਰੀ ਵਿਚਾਰਧਾਰਾ ਸੀ। ਹੁਣ ਤੁਹਾਡੇ ਛਿੱਤਰ ਕਿਉਂ ਵੱਧਦੇ ਆ? ਜੇ ਤੁਸੀਂ ਕਹਿੰਦੇ ਕਿ ਗੁਰੂ ਸਾਹਿਬ ਦੀ ਵਿਚਾਰਧਾਰਾ ਤੇ ਅਸੀਂ ਕਹਿ ਲਈਏ ਵੀ ਅਸੀਂ ਵੀ ਸਾਡੀ ਵਿਚਾਰਧਾਰਾ ਨੂੰ ਵੀ ਛਿੱਤਰ ਪੈਂਦੇ ਆ, ਇਹੀ ਕਹਿਣਾ ਚਾਹੁੰਦੇ ਨਾ ਇਹ, ਤਾਂ ਫਿਰ ਇਹ ਦੱਸੋ ਜੋ ਗੁਰੂ ਸਾਹਿਬ ਨੇ ਲਿਖਤਾ ਉਹਦੇ ਤੋੜ ਮਰੋੜ ਕੇ ਅਰਥ ਤੁਸੀਂ ਕਿਉਂ ਕਰਦੇ ਹੋ? ਜੇ ਤੁਸੀਂ ਉਹਦੀ ਵਿਚਾਰਧਾਰਾ ਨੂੰ ਤੋੜਨ ਤੇ ਲੱਗੇ ਹੋ ਨਾ ਤਾਂ ਤੁਹਾਡੇ ਤੇ ਕਸ਼ਟ ਹੈ ਇਹ। ਠੀਕ ਹੈ। ਇਹ ਤੁਹਾਡੀ ਕ੍ਰਾਂਤੀਕਾਰੀ ਵਿਚਾਰਧਾਰਾ ਨਹੀਂ ਹੈ, ਇਹ ਜੱਬੜੀਆਂ ਹੈ। ਜਿਨ੍ਹਾਂ ਜੱਬੜੀਆਂ ਕਰਨ ਤੁਹਾਡੇ ਲਫੇੜਾ ਫਿਰਦਾ, ਤੁਸੀਂ ਇਹ ਕਿਉਂ ਨਹੀਂ ਸਮਝਦੇ? ਦੱਸੋ। ਤੁਸੀਂ ਲੋਕਾਂ ਨੂੰ ਵੀ ਬੁੱਧੂ ਬਣਾਈ ਜਾਂਦੇ ਇਹ ਕਹਿ ਕੇ ਕਿ ਗੁਰੂ ਨਾਨਕ ਪਾਤਸ਼ਾਹ ਵੀ ਕੈਦ ਵਿੱਚ ਰਹੇ ਆ ਬਾਬਰ ਦੀ ਵਿੱਚ, ਉਹਨਾਂ ਨੇ ਵੀ ਕਸ਼ਟ ਝੱਲੇ ਤੇ ਉਹ ਵੀ ਸਮੇਂ ਦੀ ਹਕੂਮਤ ਨੂੰ ਮਾੜਾ ਕਹਿ ਲਈਏ ਵੀ ਉਹ ਵੀ ਕਹਿ ਲਈਏ ਉਹਨਾਂ ਨੇ ਵੀ ਬੋਲਿਆ ਸੀ ਹੈ ਨਾ, ਬਾਬਰ ਨੂੰ ਜਾਬਰ ਕਿਹਾ ਸੀ, ਉਹਨਾਂ ਨੇ ਹਕੂਮਤ ਨੂੰ ਕਿਹਾ ਸੀ ਬਾਬਰ ਨੂੰ ਜਾਬਰ। ਤੁਹਾਡੇ ਮੂੰਹ ਤੋਂ ਕੋਈ ਲਫ਼ਜ਼ ਨਿਕਲਦਾ ਕਿਸੇ ਮੰਤਰੀ ਪ੍ਰਤੀ, ਕੈਪਟਨ ਦੇ ਖਿਲਾਫ ਬੋਲ ਕੇ ਦੇਖੇ ਤਾਂ ਭਾਈ ਰਣਜੀਤ ਸਿੰਘ ਸ਼ਾਮ ਨੂੰ ਲੈ ਲੈਣੀ ਸਿਕਿਉਰਿਟੀ ਉਹਨੇ ਹੈ। ਬਾਬੇ ਨੇ ਤਾਂ ਬਾਬਰ ਨੂੰ ਜਾਬਰ ਕਿਹਾ ਸੀ। ਤੁਸੀਂ ਕਿਉਂ ਨਹੀਂ ਕਾਂਗਰਸ ਦੇ ਖਿਲਾਫ ਬੋਲਦੇ? ਕਿਉਂ ਨਹੀਂ ਬੈਠਦੇ ਧਰਨੇ ਤੇ ਜਾ ਕੇ? ਕਹੋ ਉੱਥੇ ਮੋਦੀ ਨੂੰ ਜਾਬਰ, ਜੇ ਹੈਗੀਆਂ ਲੱਤਾਂ ਭਾਰ ਚੱਲਦੀਆਂ। ਤੁਸੀਂ ਲੋਕਾਂ ਨੂੰ ਬੁੱਧੂ ਬਣਾਈ ਜਾਂਦੇ ਯਾਰ ਇਹ ਕਹਿ ਕੇ ਕਿ ਹਾਂ ਜੀ ਅਸੀਂ ਵਿਚਾਰਧਾਰਾ ਤੇ ਚੱਲਦੇ ਹਾਂ ਇਸ ਕਰਕੇ ਸਾਨੂੰ ਕਸ਼ਟ ਹੈ। ਕਸ਼ਟ ਤੁਹਾਡੇ ਉਸ ਵਿਚਾਰਧਾਰਾ ਤੇ ਚੱਲਣ ਕਰਕੇ ਨਹੀਂ ਲੋਕ ਤੁਹਾਡੇ ਜੁੱਤੀਆਂ ਮਾਰਦੇ। ਤੁਹਾਡੇ ਜੁੱਤੀਆਂ ਤਾਂ ਵੱਧਦੀਆਂ ਕਿਉਂਕਿ ਤੁਸੀਂ ਆਪਣੀ ਮਨਮਰਜ਼ੀ ਕਰਕੇ ਗੁਰੂ ਸਾਹਿਬ ਪ੍ਰਤੀ ਝੂਠ ਬੋਲ ਕੇ ਪੈਸੇ ਇਕੱਠੇ ਕਰਦੇ ਆ ਤੇ ਤੁਸੀਂ ਸਾਡੇ ਇਤਿਹਾਸ ਨੂੰ ਖੰਡਨ ਕਰਦੇ ਆ, ਸਾਡੇ ਗ੍ਰੰਥਾਂ ਨੂੰ ਗੰਦ ਦੇ ਟੋਕਰੇ ਤੁਸੀਂ ਦੱਸਦੇ ਆ। ਭਾਈ ਸੰਤੋਖ ਸਿੰਘ ਨੂੰ ਤੁਸੀਂ ਮਾੜਾ ਚੰਗਾ ਬੋਲਦੇ ਆ। ਤੁਸੀਂ ਭਾਈ ਨੰਦ ਲਾਲ ਨੂੰ ਨਹੀਂ ਛੱਡਿਆ, ਬਾਬਾ ਦੀਪ ਸਿੰਘ ਜੀ ਨੂੰ ਨਹੀਂ ਛੱਡਿਆ ਹੈ। ਭਾਈ ਮਨੀ ਸਿੰਘ ਨੂੰ ਤੁਹਾਨੂੰ ਭਾਈ ਕਹਿਣ ਤੇ ਵੀ ਇਤਰਾਜ਼ ਹੈ। ਤੁਸੀਂ ਕਹਿੰਦੇ ਕਿ ਭਾਈ ਮਨੀ ਸਿੰਘ ਕਿ ਮਨੀ ਸਿੰਘ। ਇੱਥੋਂ ਤੱਕ ਤੁਹਾਡੀ ਸੋਚ ਗਿਰ ਚੁੱਕੀ ਹੈ ਤੇ ਤੁਹਾਡੇ ਜੁੱਤੀ ਵੀ ਨਾ ਫਿਰੇ ਹੈ। ਦੱਸੋ ਐਡੇ ਲਾਂਤੀ ਹੈ ਤੁਸੀਂ ਯਾਰ। ਤੇ ਫਿਰ ਆਪਣੇ ਆਪ ਨੂੰ ਉਹ ਵਿਚਾਰਧਾਰਾ ਦੇ ਪਾਂਧੀ ਦੱਸਦੇ ਆ ਕਿਹੜੇ ਮੂੰਹ ਨਾਲ? ਦੱਸੋ। ਲੱਖ ਦੀ ਲਾਹਨਤ ਹੈ ਯਾਰ। ਜੈਸੀ ਕੋਕੋ ਹੋਈ ਕੋਕੋ ਦੇ ਬੱਚੇ। ਘੱਗੇ ਦੀ ਕੁੜੀ ਇਹ ਕਹਿੰਦੀ ਹੈ, ਅੱਗੇ ਦੇਖੋਗੀ ਕਹਿੰਦੀ ਹੈ, ਕਿਉਂਕਿ ਅਸਲ ਦੇ ਵਿੱਚ ਇਹਨਾਂ ਦੀਆਂ ਚੀਕਾਂ ਵੱਜੀਆਂ ਪਈਆਂ। ਇਹ ਹੁਣ ਕਰਨ ਕੀ ਹੈ? ਇਹ ਹੁਣ ਕਹਿ ਲਈਏ ਵੀ ਕਰ ਤਾਂ ਕੁਛ ਸਕਦੇ ਨਹੀਂ ਹੈ ਕਿਉਂਕਿ ਕਰਨ ਜੋਗੇ ਹੈ ਹੀ ਨਹੀਂ। ਜ਼ੀਰੋ ਤਾਂ ਹੋ ਗਏ, ਮਰੇ ਹੋਏ ਸੱਪ ਹੈ। ਕੌਣ ਇਹਨਾਂ ਨੂੰ ਗਲ ਪਾਊਗਾ? ਹੁਣ ਇਹ ਵਿਚਾਰੇ ਲਿਖਤਾਂ ਲਿਖ ਕੇ ਆਪਣੀ ਭੜਾਸ ਲੱਗੇ ਹੋਏ ਕੱਢਣ ਕਿ ਸਾਡੇ ਨਾਲ ਧੱਕਾ ਹੁੰਦਾ ਜੀ। ਧੱਕਾ ਤੁਹਾਡੇ ਨਾਲ ਹੋਣਾ ਹੀ ਹੋਣਾ ਕਿਉਂਕਿ ਤੁਸੀਂ ਕੰਮ ਇਹੋ ਜਿਹੇ ਕਰਦੇ ਹੋ। ਹੋਰ ਵੀ ਤਾਂ ਪ੍ਰਚਾਰਕ ਹੈ। ਤੁਹਾਡਾ ਹੀ ਕਿਉਂ ਬੂਥਾ ਕੁੱਟ ਹੁੰਦਾ ਬਈ? ਇਹ ਤਾਂ ਸੋਚ ਲਓ ਨਾ। ਅੱਗੇ ਇਹ ਲਿਖਦੀ ਹੈ ਕਹਿੰਦਾ ਇੱਕ ਪਾਸੇ ਤਾਂ ਇਹ ਕਹਿੰਦੀ ਇੱਕ ਪਾਸੇ ਤਾਂ ਸਿੱਖ ਮਾਣ ਕਰਦੇ ਨੇ ਕਿ 500 ਸਾਲ ਪਹਿਲਾਂ ਬਹੁਤ ਪਿਛੜੇ ਸਮੇਂ 'ਚ ਸਾਡੇ ਗੁਰੂ ਸਾਹਿਬਾਨਾਂ ਨੇ ਹਰੇਕ ਨੂੰ ਆਪਣੀ ਸੋਚ ਅੱਗੇ ਰੱਖਣ ਦਾ, ਬੋਲਣ ਦਾ ਹੱਕ ਲੈ ਕੇ ਦਿੱਤਾ। ਦੂਜੇ ਪਾਸੇ ਹੁਣ ਇਹਨਾਂ ਨੂੰ ਇਹ ਪੁੱਛੇ ਜੇ ਹੈ, ਇਹ ਕਹਿ ਰਹੀ ਹੈ ਕਿ ਸਾਨੂੰ ਗੁਰੂ ਸਾਹਿਬ ਨੇ ਬੋਲਣ ਦਾ ਹੱਕ ਲੈ ਕੇ ਦਿੱਤਾ। ਬਿਲਕੁਲ ਦਿੱਤਾ ਲੈ ਕੇ, ਆਪਾਂ ਕਿਹੜੇ ਮੁੱਕਰਦੇ ਹਾਂ।
ਗੁਰੂ ਸਾਹਿਬ ਨੇ ਇਹ ਤਾਂ ਨਹੀਂ ਕਿਹਾ ਕਿ ਆਪਣੇ ਬਾਪ ਬਾਰੇ ਤਰਕ ਲੱਗ ਜਾਓ ਕਰਨ। ਗੁਰੂ ਸਾਹਿਬ ਨੇ ਇਹ ਤਾਂ ਨਹੀਂ ਕਿਹਾ ਕਿ ਤੁਸੀਂ ਮੇਰੀ ਵਿਚਾਰਧਾਰਾ ਨੂੰ ਤੋੜ ਮਰੋੜ ਕੇ ਪੇਸ਼ ਕਰੋ, ਦੱਸ ਦਿਓ ਹੈ। ਉਹ ਤੋਂ ਅੱਗੇ ਫਿਰ ਇਹ ਕਹਿੰਦੀ ਹੈ ਦੂਜੇ ਪਾਸੇ ਕਹਿੰਦੀ ਅੱਜ 5 ਸਦੀਆਂ ਬੀਤ ਜਾਣ ਤੋਂ ਬਾਅਦ ਵੀ ਸਿੱਖਾਂ 'ਚ ਅਜਿਹੇ ਫਿਰਕੇ ਸੰਪਰਦਾਵਾਂ ਜਾਂ ਗਰੁੱਪ ਦਿਖਾਈ ਦੇ ਰਹੇ ਨੇ ਜਿਨ੍ਹਾਂ ਦਾ ਕਾਰਜ ਸਿਰਫ ਮਨਮਰਜ਼ੀਆਂ ਕਰਨੇ ਤੇ ਦੂਜਿਆਂ ਤੇ ਧੌਂਸ ਜਮਾਉਣਾ ਹੈ। ਕਿਹੜੇ ਗਰੁੱਪ ਨੇ ਕਿਹਦੇ ਉੱਤੇ ਧੌਂਸ ਜਮਾਈ ਹੈ? ਧੌਂਸ ਕੋਈ ਕਿਸੇ ਤੇ ਨਹੀਂ ਜਮਾਉਂਦਾ, ਠੀਕ ਹੈ। ਤੁਹਾਡੀਆਂ ਆਪ ਹੁਦਰੀਆਂ ਗੱਲਾਂ ਦੇ ਜਵਾਬ ਦਿੰਨੇ ਆ ਬਸ, ਜਿਹਨਾਂ ਨੂੰ ਤੁਸੀਂ ਧੌਂਸ ਦਿਖਾਈ ਲੱਗੀ ਜਾਂਦਾ ਤੁਹਾਨੂੰ। ਇਹ ਧੌਂਸ ਨਹੀਂ, ਇਹ ਤੁਹਾਡੀਆਂ ਗੱਲਾਂ ਦੇ ਜਵਾਬ ਨੇ ਕਿ ਤੁਸੀਂ ਕਿਸ ਕਦਰ ਗਿਰ ਚੁੱਕੇ ਹੋ ਤੇ ਤੁਹਾਨੂੰ ਹੁਣ ਕਿਹੜਾ ਢੰਗ ਹੈ ਸਮਝਾਉਣ ਦਾ, ਠੀਕ ਹੈ। ਕਿਉਂਕਿ ਸੱਦੇ ਤੁਹਾਨੂੰ 50 ਵਾਰ ਦੇ ਲੈ ਕੇ ਆ ਜਾਓ ਭਾਈ ਬੈਠੋ, ਆ ਜਾਓ ਭਾਈ ਬੈਠੋ, ਬੈਠਣਾ ਤੁਸੀਂ ਨਹੀਂ ਹੈ, ਬਕਵਾਸ ਤੁਸੀਂ ਕਰਨੀ ਹੈ, ਫਿਰ ਤੁਹਾਡੇ ਛਿੱਤਰ ਵੀ ਨਾ ਪੈਣ। ਇਹ ਤਾਂ ਕਿਸੇ ਗ੍ਰੰਥ 'ਚ ਨਹੀਂ ਲਿਖਿਆ, ਠੀਕ ਆ। ਦੂਜੇ ਪਾਸੇ ਜੋ ਇਹ ਕਹਿੰਦੀ ਕਿ ਜੋ ਆਪ ਚਾਹੁਣ ਤਾਂ ਗੰਦੇ ਰਾਜਨੀਤਿਕਾਂ ਦੇ ਪੈਰੀ ਪੈ ਜਾਣਾ। ਕੀ ਤੁਹਾਡੇ ਕੋਲ ਰਾਜਨੀਤਿਕ ਬੰਦੇ ਨਹੀਂ ਆਉਂਦੇ? ਕੀ ਢੱਡਰੀਆਂ ਵਾਲੇ ਕੋਲ ਕੈਪਟਨ ਨਹੀਂ ਆਉਂਦਾ? ਮਹਾਰਾਣੀ ਪ੍ਰਨੀਤ ਕੌਰ ਨਹੀਂ ਆਈ? ਦੱਸੋ। ਤੇ ਦੂਜੇ ਪਾਸੇ ਗੁਰੂ ਸਾਹਿਬਾਨ ਨੂੰ ਆਪਣੀ ਪੱਧਰ ਤੇ ਲੈ ਆਉਣ, ਆਪਣੀ ਫੋਟੋ ਨੂੰ ਗੁਰੂ ਨਾਨਕ ਸਾਹਿਬ ਦੀ ਕਹਿ ਕੇ ਪੂਜਾ ਕਰਨ ਲਾ ਦੇਣ, ਸਿੱਖ ਬੀਬੀਆਂ ਦੀਆਂ ਫੋਟੋਆਂ ਐਡਿਟ ਕਰਨ, ਗੰਦੀਆਂ ਗਾਲਾਂ ਕੱਢਣ, ਘਰ ਜਾ ਕੇ ਹਮਲਾ ਕਰਨ, ਸਟੇਜਾਂ ਤੇ ਪੱਗਾਂ ਲਾਉਣ, ਬੰਦੇ ਮਾਰ ਦੇਣ ਸ਼ਰੇਆਮ, ਸਟੇਜ ਤੇ 6 ਦੀਆਂ 6 ਹਿੱਕ 'ਚ ਲਗਾਉਣ ਦੀ ਧਮਕੀ ਦੇਣ। ਤੇ ਤਾਜ਼ਾ ਘਟਨਾ 'ਚ ਭਾਈ ਹਰਨੇਕ ਸਿੰਘ, ਉਹੀ ਗੱਲ ਆ ਜਾਂਦੀ ਹੈ ਘੁੰਮ ਘੁਮਾ ਕੇ ਕਿ ਹਰਨੇਕ ਦਾ ਦੁੱਖ ਲੱਗਿਆ ਕਿ ਕਿਉਂ ਬੂਥਾ ਕੁੱਟ ਹੋ ਗਿਆ ਉਹਦਾ। ਇਹ ਕਹਿੰਦੀ ਹੈ ਕਿ ਫਿਰ ਭਾਈ ਹਰਨੇਕ ਨਿਊਜ਼ੀਲੈਂਡ ਤੇ ਰਾਤ ਦੇ ਸਮੇਂ ਜਾਨਲੇਵਾ ਹਮਲਾ ਕਰਨ ਦਾ ਕੀ ਇਹ ਸਭ ਜਾਇਜ਼ ਹੈ? ਉਹਨਾਂ ਮੁਤਾਬਕ ਕੌਮੀ ਸੇਵਾ ਹੈ, ਬਿਲਕੁਲ ਕੌਮੀ ਸੇਵਾ ਹੈ, ਕਿਉਂਕਿ ਤੁਸੀਂ ਕੌਮ ਦੇ ਗਦਾਰ ਹੈ, ਠੀਕ ਆ। ਤੁਸੀਂ ਕਿਹੜੇ ਉਹ ਲਫ਼ਜ਼ ਅਲਫਾਜ਼ ਮੈਂ ਬਾਰ-ਬਾਰ ਕਹਿਣਾ ਜਿਹੜੇ ਨਹੀਂ ਬਾਟੇ ਤੁਸੀਂ ਕਿੰਨਾ ਮਜ਼ਾਕ ਉਡਾਇਆ ਸਿੱਖ ਕੌਮ ਦੀ ਸ਼ਖਸੀਅਤਾਂ ਦਾ। ਭਾਈ ਨੰਦ ਲਾਲ ਬਾਰੇ ਨੇਕੀ ਨੇ ਹਾਸ-ਹਾਸ ਕੇ ਦੰਦ ਕੱਢ ਕੇ ਹਿੜ-ਹਿੜ ਕਰਕੇ ਜੋ ਗੱਲਾਂ ਕੀਤੀਆਂ, ਕੀ ਉਹ ਭੁੱਲਣਯੋਗ ਹੈ? ਨਬੀ ਕੌਰ ਜੀ ਦੱਸਿਓ, ਕੀ ਉਹ ਭੁੱਲਣਯੋਗ ਨੇ? ਕੋਈ ਜਵਾਬ ਹੈ ਉਹਨਾਂ ਗੱਲਾਂ ਦਾ? ਪ੍ਰਗਟ ਸਿੰਘ ਬਾਬਾ ਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਕੋਈ ਜਵਾਬ ਹੈ ਉਹਨਾਂ ਗੱਲਾਂ ਦਾ? ਭਾਈ ਨੰਦ ਲਾਲ ਪ੍ਰਤੀ ਜੋ ਅਲਫਾਜ਼ ਵਰਤੇ ਉਹਨੇ, ਜੋ ਦੰਦੀਆਂ ਕੱਢ ਕੇ ਤੁਸੀਂ ਇੱਕ ਕੋਸ਼ਿਸ਼ ਕਰਦੇ ਹੋ ਜ਼ਖਮ ਲਾਉਣ ਦੀ ਸਿੱਖਾਂ 'ਚ, ਤੇ ਫਿਰ ਜਦੋਂ ਤੁਹਾਡੇ ਤੇ ਗੱਲ ਆ ਜਾਂਦੀ ਹੈ ਫਿਰ ਤੁਹਾਨੂੰ ਕਿਉਂ ਗੁੰਡਾਗਰਦੀ ਲੱਗਣ ਲੱਗ ਜਾਂਦੀ ਉਹ? ਮੈਂ ਤੈਨੂੰ ਬਾਰ-ਬਾਰ ਇਹੋ ਹੀ ਸਲਾਹ ਦਿੰਦਾ, ਪਹਿਲਾਂ ਵੀ ਮੈਂ ਕਹਿੰਦਾ ਕਿ ਭਾਈ ਪਹਿਲਾਂ ਤੋਲੋ ਫਿਰ ਬੋਲੋ। ਇਹ ਜਵਾਨ ਇਹਨਾਂ ਦੇ ਹੱਡੀ ਨਹੀਂ ਹੁੰਦੀ, ਹੱਡੀਆਂ ਤਲਵਾ ਦਿੰਦੀ ਹੈ। ਉਹੀ ਕੰਮ ਹੋ ਗਿਆ ਉਹਦੇ ਨਾਲ, ਠੀਕ ਆ। ਉਸ ਤੋਂ ਅੱਗੇ ਫਿਰ ਇਹ ਲਿਖਦੀ ਹੈ। ਅੱਛਾ, ਮੈਂ ਇੱਕ ਹੋਰ ਜਵਾਬ ਦਿੰਦਾ ਇਹਨੂੰ ਇਸ ਗੱਲ ਦਾ ਕਿ 6 ਦੀਆਂ 6 ਗੋਲੀਆਂ ਕੱਢਣ ਦੀ ਜੋ ਧਮਕੀ ਤੁਸੀਂ ਕਹਿੰਦੇ ਸਾਨੂੰ ਦਿੱਤੀ ਹੈ, ਕਿਉਂ ਦਿੱਤੀ ਹੈ? ਕਾਹਦੇ ਲਈ ਦਿੱਤੀ ਹੈ? ਉਹ ਵੀ ਦੱਸਿਆ ਕਰੋ ਨਾ ਨਾਲ ਸੰਗਤ ਨੂੰ ਕਿ ਅਸੀਂ ਇਹ ਗੱਲਾਂ ਕੀਤੀਆਂ, ਇਸ ਕਰਕੇ ਸਾਨੂੰ ਇਹ ਧਮਕੀਆਂ ਦਿੱਤੀਆਂ। ਸੋ ਪਹਿਲਾਂ ਮਾੜੀ ਮੋਟੀ ਸ਼ਰਮ ਕਰੋ ਗੁਰੂ ਸਾਹਿਬ ਪ੍ਰਤੀ ਬੋਲਣ ਲੱਗੇ, ਠੀਕ ਆ। ਤੇ ਉਸ ਤੋਂ ਬਾਅਦ ਫਿਰ ਕਹਿੰਦੀ ਇਹਨਾਂ ਗੋਂਡਿਆਂ ਨੂੰ ਸਹੀ ਕਹਿਣ ਵਾਲੇ ਚੰਗੀ ਤਰ੍ਹਾਂ ਸੋਚ ਲੈਣ ਕਿ ਜੇਕਰ ਕੱਲ੍ਹ ਤੁਹਾਡੇ ਨਾਲ ਜਾਂ ਤੁਹਾਡੇ ਬੱਚਿਆਂ ਨਾਲ ਇਹੀ ਹੋਵੇ ਕਿ ਫਿਰ ਵੀ ਆਹੀ ਸਟੇਟਮੈਂਟ ਹੋਵੇਗੀ। ਸੋ ਹੈਰਾਨਗੀ ਹੁੰਦੀ ਹੈ ਕਿ ਗੁਰੂ ਸਾਹਿਬ ਪ੍ਰਤੀ ਜੇ ਕੋਈ ਬੋਲੂਗਾ ਤਾਂ ਉਹ ਖੁਦ ਜ਼ਿੰਮੇਵਾਰ ਹੋਊਗਾ ਉਸ ਗੱਲ ਦਾ ਜੋ ਤੁਸੀਂ ਇਹ ਗੱਲਾਂ ਕਰਦੇ ਹੋ। ਤੁਸੀਂ ਦੂਜਿਆਂ ਨੂੰ ਕਿਉਂ ਕਹਿ ਰਹੇ ਹੋ ਇਹ ਗੱਲਾਂ? ਹੋਰ ਨੇ ਤਾਂ ਕਿਸੇ ਨੇ ਇਹ ਗੱਲਾਂ ਕੀਤੀਆਂ ਨਹੀਂ, ਕਿਉਂਕਿ ਹੋਰ ਵੀ ਕਿੰਨੇ ਹੀ ਪ੍ਰਚਾਰਕ ਨੇ, ਕਿਸੇ ਨੇ ਕੋਈ ਇੱਦਾਂ ਦੀਆਂ ਗੱਲਾਂ ਕੀਤੀਆਂ ਜਿਹੜੀਆਂ ਤੁਸੀਂ ਕੀਤੀਆਂ। ਜਮਾ ਨਿਹਾਇਤ ਇੱਕ ਅਨਪੜ੍ਹਾਂ ਤੋਂ ਗਿਰੀਆਂ ਗੱਲਾਂ ਤੁਸੀਂ ਭਾਈ ਨੰਦ ਲਾਲ ਜੀ ਪ੍ਰਤੀ, ਬਾਬਾ ਦੀਪ ਸਿੰਘ ਪ੍ਰਤੀ, ਭਾਈ ਮਨੀ ਸਿੰਘ ਜੀ ਪ੍ਰਤੀ ਤੁਸੀਂ ਬੋਲੀਆਂ। ਉਹ ਕਿਉਂ ਨਹੀਂ ਤੁਸੀਂ ਯਾਦ ਕਰਦੇ? ਹੈਂ, ਕਮਾਲ ਹੋਈ ਪਈ ਹੈ ਤੁਹਾਡੇ ਵਾਲੀ। ਤੇ ਅੱਗੇ ਇਹ ਕਹਿੰਦੀ ਹੈ, ਕਹਿੰਦੀ ਪਰ ਯਾਦ ਰੱਖਿਓ ਇਹ ਕਹਿੰਦੀ ਅੱਗੇ ਕਹਿੰਦੀ ਹੈ ਜੇ ਕੋਈ ਸ਼ਿਕਾਇਤ ਹੈ ਵੀ ਤਾਂ ਕੋਰਟ ਕਚਹਿਰੀ ਜਾਇਆ ਜਾ ਸਕਦਾ। ਕਹਿੰਦੀ ਕੋਰਟ ਕਚਹਿਰੀ ਜਾਓ, ਪਹਿਲਾਂ ਦੱਸੋ, ਕੋਰਟ ਕਚਹਿਰੀ ਜਾਓ, ਸ਼ਿਕਾਇਤ ਕਰੋ, ਕਹਿੰਦੀ ਉੱਥੇ ਵੀ ਜਾਇਆ ਜਾ ਸਕਦਾ। ਕਹਿੰਦੀ ਆਪਣੇ ਪਲੇਟਫਾਰਮ ਤੋਂ ਵਿਚਾਰ ਦਾ ਜਵਾਬ ਵਿਚਾਰ ਰਾਹੀਂ ਦਿੱਤਾ ਜਾ ਸਕਦਾ ਹੈ। ਹੁਣ ਇੱਥੇ
ਘੱਗਾ ਕਹਿੰਦਾ ਨਾ ਕਿ ਗੁਰੂ ਸਾਹਿਬ ਨੇ ਸਾਨੂੰ ਵਿਚਾਰ ਕਰਨ ਦੀ ਸਿੱਖਿਆ ਦਿੱਤੀ ਹੈ। ਹੁਣ ਉਹ ਵਿਚਾਰ ਕਰਨੀ ਸਿੱਖਿਆ ਵੀ ਗਾਇਬ ਹੋ ਗਈ। ਹੁਣ ਕਹਿੰਦੀ ਕਚਹਿਰੀਆਂ ਵਿੱਚ ਜਾਓ। ਹੁਣ ਉਹ ਕਿੱਥੇ ਗਈ? ਹੁਣ ਤੇਰੇ ਭਾਪੇ ਵਾਲੀ ਜਿਹੜੀ ਸਿੱਖਿਆ ਸੀ ਕਿ ਸਾਨੂੰ ਗੁਰੂ ਸਾਹਿਬ ਨੇ ਕਿਹਾ ਸੀ ਕਿ ਵਿਚਾਰ ਕਰੋ, ਅਸੀਂ ਕਿਉਂ ਕੋਰਟ ਕਚਹਿਰੀਆਂ ਵਿੱਚ ਜਾਈਏ ਜਦੋਂ ਤੁਹਾਨੂੰ 100 ਸੱਦਾ ਦੇ ਦਿੱਤਾ ਅਕਾਲ ਤਖਤ ਸਾਹਿਬ ਤੁਹਾਨੂੰ ਸੱਦੇ ਵਾਲੇ ਕਿ ਆ ਕੇ ਬੈਠੋ। ਫਿਰ ਉੱਥੇ ਸਿੱਖਿਆ ਉਹ ਗੁਰੂ ਨਾਨਕ ਪਾਤਸ਼ਾਹ ਵਾਲੀ ਖੰਭ ਲਾ ਕੇ ਉੱਡ ਗਈ ਤੁਹਾਡੇ ਲਈ। ਹੁਣ ਉਹ ਤੁਹਾਡੇ ਲਈ ਸਿੱਖਿਆ ਜ਼ੀਰੋ ਹੋ ਗਈ, ਮਤਲਬ ਕਿ ਹੁਣ ਉਹ ਕੋਈ ਮਾਇਨੇ ਨਹੀਂ ਰੱਖਦੀ ਜਿਹੜੀ ਤੁਹਾਨੂੰ ਗੁਰੂ ਸਾਹਿਬ ਨੇ ਸਿਖਾਈ ਸੀ। ਹੁਣ ਇੱਥੇ ਇਹਦੇ ਲਈ ਵੀ ਉਹ ਗਾਇਬ ਹੋ ਗਈ। ਇਹ ਹਾਲਾਤ ਨੇ ਇਹਨਾਂ ਲੋਕਾਂ ਦੇ, ਠੀਕ ਆ। ਕਹਿੰਦੀ ਪਰ ਯਾਦ ਰੱਖਿਓ ਜਿਹੜੇ ਮੂਕ ਤਮਾਸ਼ਾ ਦੇਖਦੇ ਨੇ, ਇਹਦਾ ਇਸ਼ਾਰਾ ਮਸ਼ੀਨਰੀਆਂ ਵੱਲ ਹੈ। ਕਹਿੰਦੀ ਪਰ ਯਾਦ ਰੱਖਿਓ ਸਹੀ ਸਮੇਂ ਤੇ ਚੁੱਪ ਰਹਿਣਾ ਵੀ ਅਪਰਾਧੀ ਨਾਲ ਸ਼ਾਮਲ ਹੋਣਾ ਹੀ ਹੁੰਦਾ। ਮਤਲਬ ਕਿ ਹੁਣ ਉਹ ਵੀ ਮੂੰਹ ਕਟਵਾ ਲਵਾਂ ਆਪਣਾ ਤੁਹਾਡੇ ਨਾਲ ਜਾ ਕੇ ਦੱਸੋ ਹੈ। ਉਹਨਾਂ ਨੂੰ ਪਤਾ ਹੈ ਉਹ ਭਾਵੇਂ ਉਹ ਵਿਚਾਰਧਾਰਾ ਵੱਖਰੀ ਰੱਖਦੇ ਆ ਮਸ਼ੀਨਰੀ, ਪਰ ਉਹ ਇੰਨੇ ਵੀ ਨਹੀਂ ਗਿਰੇ ਕਿ ਉਹ ਗੁਰੂ ਸਾਹਿਬ ਪ੍ਰਤੀ ਜਾਂ ਕਹਿ ਲਈਏ ਉਹਨਾਂ ਸ਼ਖਸੀਅਤਾਂ ਪ੍ਰਤੀ ਇੰਨੇ ਘਟੀਆ ਅਲਫਾਜ਼ ਕਰਕੇ ਤੁਹਾਡੇ ਵਾਂਗੂ ਪਾਗਲਾਂ ਜਾਂ ਨਿਹਾਇਤ ਗਵਾਰਾਂ ਵਾਂਗੂ ਦੰਦ ਕੱਢਣ, ਉਹ ਵੀ ਸੋਸ਼ਲ ਮੀਡੀਆ ਉੱਤੇ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਮਾੜੀ ਮੋਟੀ ਇਹਨਾਂ ਗੱਲਾਂ ਨੂੰ ਕਹਿਣ ਲੱਗੇ, ਠੀਕ ਆ। ਉਹਨਾਂ ਨੂੰ ਪਤਾ ਹੈ ਉਹ ਮੂਕ ਦਰਖਸ਼ ਦੇਖ ਰਹੇ ਹੈ ਤੁਹਾਡੀ ਕੁੱਤੇ ਖਾਣੀ ਹੁੰਦੀ, ਦੁਨੀਆ ਦੇਖ ਰਹੀ ਹੈ ਤੇ ਦੇਖਣੀ ਵੀ ਹੈ ਲੋਕਾਂ ਨੇ। ਦੱਸੋ। ਤੇ ਉਹ ਤੋਂ ਬਾਅਦ ਅੱਜ ਪੂਰੀ ਦੁਨੀਆ ਇੱਕ ਪਿੰਡ ਬਣਦੀ ਜਾ ਰਹੀ ਹੈ। ਕਹਿੰਦੀ ਸਾਡੇ ਹਰੇਕ ਐਕਸ਼ਨ ਦਾ ਨੋਟਿਸ ਲਿਆ ਜਾਂਦਾ। ਇਹਨਾਂ ਹਮਲਿਆਂ ਦੇ ਕਾਰਨ ਮੇਰੀ ਕੌਮ ਦਾ ਅਕਸ ਵਿਗਾੜਨ ਵਾਲਿਆਂ ਬਾਰੇ ਜ਼ਰੂਰ ਸੋਚਿਓ ਕਿ ਇੱਦਾਂ ਕਰੋ ਤੱਕ ਚੱਲਦਾ ਰਹੇਗਾ। ਜੇਕਰ ਕਿਸੇ ਇਨਸਾਨ ਦੇ ਵਿਚਾਰ ਸਾਡੇ ਵਰਗੇ ਨਹੀਂ ਤਾਂ ਉਹਦੀ ਜਾਨ ਲੈਣ ਦਾ ਹੱਕ ਸਾਨੂੰ ਕਿਹਨੇ ਦਿੱਤਾ? ਕਹਿੰਦੀ ਹੁਣ ਇਹਨੂੰ ਜਵਾਬ ਦਿੰਦੇ ਆਪਾਂ। ਕਹਿੰਦੀ ਧਰਮ ਇਹੀ ਸਿਖਾਉਂਦਾ? ਜੇ ਨਹੀਂ ਤਾਂ ਸਿਰ ਲਾਉਣ ਵਾਲੇ ਗੁੰਡੇ ਅੰਸਲ ਸਾਡੇ 'ਚ ਕਿੱਥੋਂ ਆ ਗਏ? ਦੇਖਿਓ ਕਿਤੇ ਦੇਰ ਨਾ ਹੋ ਜਾਵੇ ਫੇਰ ਪਛਤਾਉਣ ਤੋਂ ਸਿਵਾ ਕਹਿੰਦੀ ਹੱਥ ਕੱਖ ਨਹੀਂ ਆਉਣਾ। ਹੁਣ ਇਹ ਘੱਗੇ ਦੀ ਕੁੜੀ ਨੂੰ, ਨਵੀਂ ਕੌਰ ਇਹਦਾ ਨਾਂ ਹੈ, ਕਹਿੰਦੀ ਅੱਜ ਦੁਨੀਆ ਇੱਕ ਪਿੰਡ ਬਣਦੀ ਜਾ ਰਹੀ ਹੈ। ਸਾਡੇ ਹਰੇਕ ਐਕਸ਼ਨ ਦਾ ਨੋਟਿਸ ਲਿਆ ਜਾਂਦਾ। ਇਹਨਾਂ ਹਮਲਿਆਂ ਦੇ ਕਾਰਨ ਮੇਰੀ ਕੌਮ ਦਾ ਅਕਸ ਵਿਗਾੜਨ ਵਾਲਿਆਂ ਬਾਰੇ ਜ਼ਰੂਰ ਸੋਚਿਓ। ਮੇਰੀ ਕੌਮ ਦਾ, ਕਿਹੜੀ ਕੌਮ ਦੀ ਤੁਸੀਂ ਗੱਲ ਕਰਦੇ ਹੋ? ਸਾਡਾ ਖਾਲਸਾ ਪੰਥ ਹੈ, ਠੀਕ ਹੈ। ਤੇ ਦੂਜਾ ਮੇਰੀ ਕੌਮ, ਤੁਸੀਂ ਮੇਰੀ ਕੌਮ ਕਹਿੰਦੇ। ਜਦੋਂ ਹਰਨੇਕ ਸਿੰਘ ਭਾਈ ਨੰਦ ਲਾਲ ਜੀ ਬਾਰੇ ਕੁੱਤੇ ਵਾਂਗ ਬਕਵਾਸ ਕਰਦਾ ਸੀ ਉਦੋਂ ਤੁਹਾਡੀ ਕੌਮ ਕਿੱਥੇ ਗਈ ਸੀ ਬਈ? ਜਦੋਂ ਹਰਨੇਕ ਸਿੰਘ ਨੇ ਇਹ ਗੱਲ ਕਹੀ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਗਲਤੀਆਂ ਕੀਤੀਆਂ, ਗਲਤ ਫੈਸਲੇ ਲਏ ਗਏ ਹੈ, ਉਦੋਂ ਤੁਹਾਡੀ ਕੌਮ ਕਿੱਥੇ ਗਈ ਸੀ? ਉਦੋਂ ਤੁਹਾਡੀ ਜ਼ਬਾਨ ਕਿਉਂ ਨਾ ਖੁੱਲੀ? ਜਦੋਂ ਬਾਬਾ ਦੀਪ ਸਿੰਘ ਜੀ ਨੂੰ ਗੋਲਕ ਪਿੱਛੇ ਲੜਨ ਦਾ ਲੜਾਈ ਲੜਨ ਵਾਲਾ ਤੁਸੀਂ ਕਰਾਰ ਦਿੱਤਾ, ਉਦੋਂ ਤੁਹਾਡੀ ਜ਼ਬਾਨ ਕਿੱਥੇ ਗਈ ਸੀ? ਉਦੋਂ ਤੁਹਾਡੀ ਕੌਮ ਕਿੱਥੇ ਸੀ? ਨਵੀਂ ਕੌਰ ਜੀ ਦਿਓ ਜਵਾਬ ਇਸ ਗੱਲ ਦਾ, ਠੀਕ ਹੈ। ਦੂਜੇ ਪਾਸੇ ਕਹਿੰਦੀ ਇਹ ਕਦੋਂ ਤੱਕ ਚੱਲਦਾ ਰਹੇਗਾ? ਬੀਬਾ ਜੀ ਜਦੋਂ ਜਦੋਂ ਦੁਸ਼ਮਣ ਨੇ ਸਿਰ ਚੱਕਿਆ ਉਦੋਂ ਖਾਲਸੇ ਨੇ ਸੋਧੇ ਲਾਏ ਆ। ਇਹ ਤਾਂ ਸਦੀਆਂ ਤੋਂ ਚੱਲਦਾ ਆ ਰਿਹਾ। ਇਹ ਤਾਂ ਤੁਸੀਂ ਸੋਚਣਾ ਕਿ ਤੁਸੀਂ ਇਹ ਆਪ ਹੁਦਰੀਆਂ ਗੱਲਾਂ ਕਰਨੀਆਂ ਕਦੋਂ ਹਟਣਾ। ਇਹ ਤਾਂ ਤੁਸੀਂ ਸੋਚੋ ਕਿ ਤੁਸੀਂ ਜੋ ਇਹ ਕੁੱਤੇ ਵਾਂਗ ਭਕਾਈ ਸ਼ੁਰੂ ਕੀਤੀ ਸਾਡੇ ਗੁਰੂ ਸਾਹਿਬਾਨਾਂ ਪ੍ਰਤੀ ਬੋਲਣ ਦੀ, ਸਾਡੇ ਗ੍ਰੰਥਾਂ ਪ੍ਰਤੀ ਬੋਲਣ ਦੀ, ਇਹ ਤੁਸੀਂ ਕਦੋਂ ਬੰਦ ਕਰਨੀ ਹੈ? ਆਖਿਰ ਕਦੋਂ ਤੱਕ ਚੱਲੂਗਾ ਇਹ ਤਾਂ ਤੁਸੀਂ ਦੱਸੋ। ਇਹ ਤੁਸੀਂ ਕੌਮ ਨੂੰ ਜਾਂ ਹੋਰਾਂ ਨੂੰ ਕਿਉਂ ਕਹਿ ਰਹੇ ਹੋ ਇਹ ਗੱਲ ਹੈ? ਤੁਸੀਂ ਸੋਚੋ ਕਿ ਜੋ ਅਸੀਂ ਕੁੱਤੇ ਵਾਂਗ ਭਕਾਈ ਮਾਰਦੇ ਹਾਂ ਉਹ ਕਦੋਂ ਅਸੀਂ ਰੁਕਣਾ ਹੈ, ਠੀਕ ਹੈ। ਤੇ ਅੱਗੇ ਕਹਿੰਦੀ ਹੈ, ਕਹਿੰਦੀ ਕੀ ਸਾਡਾ ਧਰਮ ਇਹੀ ਸਿਖਾਉਂਦਾ? ਅੱਜ ਤੁਹਾਨੂੰ ਧਰਮ ਯਾਦ ਆ ਗਿਆ? ਤੁਸੀਂ ਤਾਂ ਧਰਮ ਨੂੰ ਮੰਨਦੇ ਹੀ ਨਹੀਂ। ਤੁਸੀਂ ਤਾਂ ਧਰਮ ਨੂੰ ਮੰਨਦੇ ਹੀ ਨਹੀਂ ਹੈਗੇ। ਤੁਸੀਂ ਰੱਬ ਨੂੰ ਨਹੀਂ ਮੰਨਦੇ, ਜਦ ਕਿ ਧਰਮ ਹੈ ਜਿਹੜਾ ਤਾਂ ਰੱਬ ਦੀ ਗੱਲ ਕਰਦਾ। ਤੁਸੀਂ ਕਹਿੰਦੇ ਹੋ ਰੱਬ ਤਾਂ ਹੈ ਹੀ ਨਹੀਂ, ਇਹ ਜੋ ਦਿਖਦਾ ਆਲਾ ਦੁਆਲਾ ਇਹੀ ਰੱਬ ਹੈ। ਫਿਰ ਤੁਹਾਨੂੰ ਅੱਜ ਧਰਮ ਯਾਦ ਆ ਗਿਆ। ਇੱਥੋਂ ਹੁਣ ਜਿਹੜੇ ਵੀਰ ਸੁਣਦੇ ਆ ਨਾ, ਉਹ ਇਹ ਵੀ ਯਾਦ ਕਰ ਲੈਣ ਕਿ ਅੱਜ ਇਹਨਾਂ ਨੂੰ ਰੱਬ ਵੀ ਯਾਦ ਆ ਗਿਆ, ਅੱਜ ਧਰਮ ਵੀ ਯਾਦ ਆ ਗਿਆ, ਅੱਜ ਸਾਡੀ ਕੌਮ ਵੀ ਯਾਦ ਆ ਗਈ। ਉੱਦਾਂ ਕਹਿੰਦੇ ਸਾਡੀ ਕੌਮ ਦਾ ਬੇੜਾ ਗਰਕ ਹੋ ਗਿਆ, ਉੱਦਾਂ ਕਹਿੰਦੇ ਸਾਡੀ ਕੌਮ ਦਾ ਕੁਝ ਨਹੀਂ ਬਣ ਸਕਦਾ। ਅੱਜ ਕੀ ਗੱਲ? ਅੱਜ ਸਾਰਾ ਕੁਝ ਚੇਤੇ ਆ ਗਿਆ ਤੁਹਾਨੂੰ ਹੈ? ਕਾਹਤੋਂ ਚੇਤੇ ਆਇਆ ਅੱਜ? ਜਦੋਂ ਤੁਸੀਂ ਕੌਮ ਨੂੰ ਨਹੀਂ ਮੰਨਦੇ, ਤੁਸੀਂ ਪੰਥ ਨੂੰ ਨਹੀਂ ਮੰਨਦੇ, ਤੁਸੀਂ ਕਹਿੰਦੇ ਪਤਾਸਿਆਂ ਵਾਲਾ ਪਾਣੀ ਪੀ ਜਾਂਦੇ। ਤੁਹਾਡਾ ਹਰਨੇਕ ਸਿੰਘ ਕਹਿੰਦਾ ਹੈ, ਤੁਸੀਂ ਕਹਿੰਦੇ ਕੋਈ ਰੱਬ ਰੁੱਬ ਨਹੀਂ ਹੈ, ਤੁਸੀਂ ਕਹਿੰਦੇ ਕੋਈ ਦਿੱਲੀ ਨਹੀਂ ਜਿੱਤੀ। ਫਿਰ ਤੁਸੀਂ ਕਿਹੜੀ ਕੌਮ ਦੀ ਗੱਲ ਕਰਦੇ ਹੋ ਭਾਈ? ਦੱਸੋ।
ਕੋਈ ਕੋਈ ਤੁਕ ਬਣੀ ਇਹਨਾਂ ਗੱਲਾਂ ਦੀ। ਸੋ ਤੁਸੀਂ ਨਿਹਾਇਤ ਬੇਵਕੂਫ ਸੀ, ਬੇਵਕੂਫੇ ਰਹਿਣਾ ਹੈ। ਤੇ ਤੁਹਾਡੇ ਅੰਦਰ ਸਿੱਖੀ ਪ੍ਰਤੀ, ਸਿੱਖ ਪੰਥ ਲਈ ਜੋ ਜ਼ਹਿਰ ਭਰੀ ਹੋਈ ਹੈ ਇਹ ਬਾਹਰ ਆ ਰਹੀ ਹੈ। ਤੇ ਜੋ ਇਹਦਾ ਹਸ਼ਰ ਹੈ ਤੁਸੀਂ ਦੇਖ ਲਓ ਕਿ ਤੁਹਾਡਾ ਕੀ ਹੋਇਆ ਤੇ ਤੁਹਾਡੇ ਹਾਲਤ ਕੀ ਨੇ। ਅੱਜ ਤੁਹਾਨੂੰ ਪੋਸਟਾਂ ਪਾ ਪਾ ਕੇ ਦੱਸਣਾ ਪੈ ਰਿਹਾ ਸਾਰਾ ਕੁਝ। ਸੋ ਇਹਨੂੰ ਸਜ਼ਾ ਹੀ ਕਹੋਗੇ ਤੁਸੀਂ। ਹੋਰ ਗੁਰੂ ਸਾਹਿਬ ਕੀ ਕਰਦੇ ਦੱਸੋ? ਤੁਹਾਡੇ ਵਰਗਿਆਂ ਦਾ ਇੱਦਾਂ ਦਾ ਹੀ ਹਾਲ ਹੁੰਦਾ ਹੈ। ਸੋ ਇਹ ਸਜ਼ਾ ਹੈ ਗੁਰੂ ਸਾਹਿਬ ਪਾਸੋਂ ਤੁਹਾਨੂੰ ਮਿਲੀ ਹੋਈ, ਭੁਗਤੋ। ਤੁਹਾਡੇ ਜੁੱਤੀਆਂ ਪੈ ਰਹੀਆਂ 24 ਘੰਟੇ ਤੇ ਚਾਰੇ ਪਾਸੇ ਤੋਂ, ਠੀਕ ਹੈ। ਤੇ ਦੂਜੇ ਪਾਸੇ ਕਹਿੰਦੀ ਦੇਖਿਓ ਕਿਤੇ ਦੇਰ ਨਾ ਹੋ ਜਾਵੇ, ਫਿਰ ਪਛਤਾਉਣ ਤੋਂ ਸਿਵਾ ਕੱਖ ਹੱਥ ਨਹੀਂ ਆਉਣਾ। ਧੰਨਵਾਦ ਸਾਹਿਤ ਨਵਦੀਪ ਕੌਰ। ਮਤਲਬ ਕਿ ਹੁਣ ਇੱਥੇ ਇੱਕ ਲਾਸਟ ਵਿੱਚ ਇਹ ਵੀ ਮੈਂ ਗੱਲ ਕਹਿਣੀ ਚਾਹੁੰਦਾ, ਜੇ ਇਹ ਐਡੀਆਂ ਗੱਲਾਂ ਕਰ ਗਈ ਵੀ ਸਾਨੂੰ ਪਛਤਾਵੇ ਤੋਂ ਬਿਨਾਂ ਕੱਖ ਸਾਡੇ ਹੱਥ ਨਹੀਂ ਆਉਣਾ, ਤਾਂ ਤੁਸੀਂ ਇੰਨੇ ਸਾਲਾਂ ਦਾ ਜੋ ਪ੍ਰਚਾਰ ਕੀਤਾ ਮਤਲਬ ਉਹ ਜ਼ੀਰੋ ਹੈ। ਤੁਸੀਂ ਕੀ ਸਿਖਾਇਆ ਲੋਕਾਂ ਨੂੰ ਫਿਰ? ਜੇ ਤੁਹਾਡੇ ਮਗਰ ਕੋਈ ਹਾਦਾ ਨਾਰਾ ਮਾਰਨ ਵਾਲਾ ਵੀ ਨਹੀਂ ਅੱਜ ਸਿੱਖ ਪੰਥ ਚੋਂ, ਦੱਸੋ ਕਿਹਨੇ ਤੁਹਾਡੀ ਗੱਲ ਕਹੀ? ਅੱਜ ਪੰਥ ਦੀ ਕਿਹੜੀ ਸ਼ਖਸੀਅਤ ਨੇ, ਕਿਸ ਬੰਦੇ ਨੇ ਇਹ ਕਿਹਾ ਕਿ ਮਾੜਾ ਹੋਇਆ? ਦੱਸੋ। ਸਭ ਨੇ ਛਿੱਤਰ ਮਾਰੇ। ਇੱਥੋਂ ਸੋਚ ਲੈਣਾ ਚਾਹੀਦਾ ਕਿ ਤੁਸੀਂ ਕੀ ਖੱਟਿਆ ਦੁਨੀਆ ਦੇ ਵਿੱਚ, ਠੀਕ ਹੈ ਜੀ। ਸੋ ਇਹਦੀਆਂ ਕਿ ਬੇਨਤੀਆਂ ਸੀ ਪ੍ਰਵਾਨ ਕਰਨੀਆਂ। ਸੋ ਚੜ੍ਹਦੀ ਕਲਾ ਰੱਖੇ ਮਹਾਰਾਜ। ਸ਼ਹੀਦੀ ਦਿਹਾੜੇ ਚੱਲਦੇ ਆ, ਦਰਸ਼ਨ ਮੇਲੇ ਕਰਕੇ ਆਇਓ ਫਤਿਹਗੜ੍ਹ ਸਾਹਿਬ। ਅਸੀਂ ਤਾਂ ਜਾਏ ਅੱਜ, ਕੱਲ੍ਹ ਨੂੰ ਫੇਰ ਜਾਵਾਂਗੇ। ਸੋ ਮਹਾਰਾਜ ਭਲੀ ਕਰੇ। ਤੁਹਾਡੇ ਕਮੈਂਟ ਪੜ੍ਹ ਲਵਾਂ। ਸਤਨਾਮ ਸਿੰਘ ਨਾਗਰਾ, ਬਿਲਕੁਲ ਬਾਈ ਬਿਲਕੁਲ, ਕੋਈ ਸ਼ੱਕ ਨਹੀਂ ਤੇਰੀ, ਸਹੀ ਗੱਲ। ਸਤਨਾਮ ਬਰਾੜ, ਹਾਂ ਬਿਲਕੁਲ ਬਾਈ ਜੀ। ਸਤਨਾਮ ਵੀਰ। ਗੁਰਚਰਨ ਸਿੰਘ, ਸੁਖਦਿਆਲ। ਅਸੀਂ ਤਾਂ ਕਿਸੇ ਡਾਂਗ ਨਹੀਂ ਫੇਰੀ ਬਾਈ ਦਰਬਾਰ ਸਾਹਿਬ। ਕਿਹਦੇ ਡਾਂਗ ਫੇਰੀ ਅਸੀਂ ਦੱਸੋ? ਸਤਨਾਮ ਬਰਾੜ, ਮੈਂ ਤਾਂ ਕਿਸੇ ਦਾ ਡਾਂਗ ਨਹੀਂ ਫੇਰੀ ਦਰਬਾਰ ਸਾਹਿਬ। ਮੈਂ ਕਿਤੇ ਪਾਗਲ ਹਾਂ ਯਾਰ, ਦੱਸ। ਗੁਰਚਰਨ ਸਿੰਘ, ਉਹ ਇਹ ਕਮਾਲ ਹੋਈ ਪਈ ਆ। ਗੁਰਚਰਨ ਸਿੰਘ, ਜੇ ਇਹ ਕਹਿੰਦੇ ਕਿ ਫੀਮ ਖਾ ਕੇ ਤੇ ਭੰਗ ਪੀ ਕੇ ਗ੍ਰੰਥ ਲਿਖੇ ਆ, ਤਾਂ ਮੈਨੂੰ ਇਹਦਾ ਜਵਾਬ ਦਿਓ ਕਿ ਤੁਸੀਂ ਇਤਿਹਾਸ ਕਿੱਥੋਂ ਪੜ੍ਹ ਲਿਆ? ਫਿਰ ਤੁਸੀਂ ਕਿਉਂ ਉਹਨਾਂ ਗ੍ਰੰਥਾਂ ਨੂੰ ਪੜ੍ਹਦੇ ਹੋ? ਆਪਣਾ ਅਲੱਗ ਖੋਜ ਕਰੋ, ਇਤਿਹਾਸ ਲਿਖੋ। ਪੜ੍ਹਨਾ ਵੀ ਉਹਨਾਂ ਗ੍ਰੰਥਾਂ ਨੂੰ ਹੈ ਜਿਹਨਾਂ ਨੂੰ ਗਲਤ ਕਹਿਣਾ। ਫਿਰ ਚਿੱਤਰਾਂ ਦੇ ਕੰਮ ਤਾਂ ਆਪ ਕਰਦੇ ਆ। ਇਹ ਭੰਗ ਦੇ ਕੇ ਆਉਂਦੇ ਸੀ ਕਿ ਫੀਮ ਦੇ ਕੇ ਆਉਂਦੇ ਸੀ? ਮਰੀ ਜਾਂਦੇ ਮਗਜੌੜ। ਸਹੀ ਗੱਲ ਆ ਬਿਲਕੁਲ। ਗੁਰਚਰਨ ਸਿੰਘ ਝਿੰਜਰ, ਦਿਲਬਾਗ ਸਿੰਘ ਕਹਿੰਦਾ ਕਿਸੇ ਨੂੰ ਮਾਰਨ ਨਾਲ ਵਿਚਾਰਧਾਰਾ ਮੁੱਕਦੀ ਆ ਤਾਂ 300 ਸਾਲ ਪਹਿਲਾਂ ਹੀ ਮੁੱਕ ਜਾਣੀ ਸੀ। ਕਿਹਨੂੰ ਮਾਰਿਆ ਸੀ 300 ਸਾਲ ਪਹਿਲਾਂ? ਇਹ ਤਾਂ ਦੱਸ ਦਿਓ। 300 ਸਾਲ ਪਹਿਲਾਂ ਕਿਹਨੂੰ ਮਾਰਿਆ ਸੀ ਜਿਹੜੀ ਵਿਚਾਰਧਾਰਾ ਮੁੱਕ ਜਾਂਦੀ? ਸੋ ਯਾਰ ਇਹਨਾਂ ਦੇ ਚੇਲੇ ਬਾਲ ਕੇ ਮੈਂ ਕਹਿੰਦਾ ਐਡੇ ਜੱਬਲ ਆ ਇਹ। ਧੇਲੇ ਦੀ ਸਾਇਆ ਨੂੰ ਅਕਲ ਨਹੀਂ ਹੈਗੀ, ਫਿਰ ਗਾਲਾਂ ਸੁਣਦੇ ਆ ਇਹ। ਦੱਸੋ ਮਤਲਬ ਕਿ 300 ਸਾਲ ਪਹਿਲਾਂ ਵਿਚਾਰਧਾਰਾ ਹੋਰ ਸੀ ਤੇ ਇਹ ਜਿਹੜੀ ਵਿਚਾਰਧਾਰਾ ਫੈਲਾਉਣੇ ਇਹ ਹੋਰ ਆ। ਦਿਲਬਾਗ ਸਿੰਘ ਇਹ ਦੱਸੇ। ਲਾਹਨਤੀ ਇਕੱਠੇ ਹੋਏ ਆ। ਸੋ ਚਲੋ ਖੈਰ ਆ, ਚੜ੍ਹਦੀ ਕਲਾ ਰੱਖੇ ਮਹਾਰਾਜ। ਦਿਲਬਾਗ, ਦਿਦਾਰ ਸਿੰਘ ਮਾਵੀ, ਸਤਨਾਮ ਬਰਾੜ। ਨੇਕੀ ਬਾਰੇ ਬਾਬਾ ਜੀ ਤੁਹਾਨੂੰ ਪਤਾ ਹੀ ਹੈ ਹੁਣ, ਜੋ ਉਹਦਾ ਹਸ਼ਰ ਹੋ ਗਿਆ। ਬਿਲਕੁਲ ਬਿਲਕੁਲ। ਚੀਮੇ ਬਾਈ। ਹਰਪ੍ਰੀਤ ਸਿੰਘ ਸੰਧੂ, ਗੁਰਚਰਨ ਸਿੰਘ। ਚਲੋ ਚੜ੍ਹਦੀ ਕਲਾ ਰੱਖੇ ਮਹਾਰਾਜ। ਕਮਲਜੀਤ ਕੌਰ, ਪ੍ਰਗਟ ਸਿੰਘ ਨਿੱਜਰ ਵੀਰ ਮੇਰਾ, ਗੁਰਚਰਨ ਸਿੰਘ, ਨਿਸ਼ਾਨ ਸਿੰਘ। ਚਲੋ ਖੈਰ, ਅਮਨਦੀਪ ਸਿੰਘ ਬਰਾੜ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਠੀਕ ਆ ਬਾਬਿਓ, ਮਿਲਦੇ ਆ, ਕਰਦੇ ਆ ਗੱਲਬਾਤ। ਕਾਫੀ ਸਮਾਂ ਲੱਗ ਗਿਆ। ਸੋ ਚੜ੍ਹਦੀ ਕਲਾ ਰੱਖੇ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।